ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ ਔਰ ਅਸੀਂ ਪੰਜਾਬ ਦੀ ਧਰਤੀ ਦੇ ਉੱਪਰ ਰਹਿੰਦੇ ਹਾਂ ਔਰ ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ ਕਿ ਪੰਜਾਬ ਦੀ ਇਹ ਪਾਵਨ ਪਵਿੱਤਰ ਧਰਤੀ ਜਿੱਥੇ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਹੋਇਆ ਕਰਦੇ ਸਨ, ਜਿਹਨੂੰ ਖਾਲਸਾ ਰਾਜ ਕਹਿੰਦੇ ਆ। ਅੱਜ ਪੰਜਾਬ ਦੀ ਇਸ ਧਰਤੀ ਦੇ ਹਾਲਾਤ ਇਦਾਂ ਦੇ ਹੈਗੇ ਆ ਕਿ ਅਸੀਂ ਕਦੇ ਵੀ ਨਹੀਂ ਕਹਿ ਸਕਦੇ ਜਾਂ ਕਹਿ ਪਾਉਂਦੇ। ਜੇ ਸਾਨੂੰ ਕੋਈ ਬਾਹਰੋਂ ਫੋਨ ਕਰਕੇ ਪੁੱਛੇ ਵੀ ਕਿੱਦਾਂ ਦੇ ਹਾਲਾਤ ਨੇ ਤੁਹਾਡੇ ਪੰਜਾਬ ਦੇ, ਤਾਂ ਸਾਡੇ ਮੂੰਹ ਦੇ ਵਿੱਚੋਂ ਅਕਸਰ ਇਹੀ ਆਵਾਜ਼ ਨਿਕਲਦੀ ਹੈ ਜੀ ਕਿ ਨਹੀਂ, ਸਾਡੇ ਪੰਜਾਬ ਦੇ ਹਾਲਾਤ ਚੰਗੇ ਨਹੀਂ ਹੈਗੇ। ਸਾਡੇ ਪੰਜਾਬ ਦੇ ਹਾਲਾਤ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਹੀ ਜ਼ਿਆਦਾ ਮਾੜੇ ਨੇ। ਹੁਣ ਮਾੜੇ ਕਿੱਦਾਂ ਹੈਗੇ ਆ? ਮੈਨੂੰ ਲੱਗਦਾ ਕਿ ਇਹ ਗੱਲ ਅੱਜ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਪੰਜਾਬ ਦੇ ਹਾਲਾਤ ਮਾੜੇ ਕਿੱਦਾਂ ਆ। ਪੰਜਾਬ ਦੀ ਧਰਤੀ ਦੇ ਉੱਪਰ ਨਸ਼ਿਆਂ ਦਾ ਦੌਰ ਆਪਾਂ ਸਾਰਿਆਂ ਨੇ ਵੇਖਿਆ। ਪੰਜਾਬ ਦੀ ਧਰਤੀ ਦੇ ਉੱਪਰ ਪਤਿਤਪੁਣਾ, ਹੁਣ ਮੈਂ ਪਤਿਤਪੁਣੇ ਦੀ ਜਦੋਂ ਗੱਲ ਕਰਦਾ ਤਾਂ ਹੋ ਸਕਦਾ ਇਕੱਲੇ ਸਿੱਖਾਂ ਦੇ ਵਾਸਤੇ ਗੱਲ ਇਹ ਹੋਵੇ, ਪਰ ਜਿੱਥੇ ਸਿੱਖ ਆ ਚਾਹੇ ਗੈਰ ਸਿੱਖ ਨੇ, ਹਿੰਦੂ, ਬੋਧੀ, ਜੈਨੀ, ਪਾਰਸੀ, ਚਾਹੇ ਕੋਈ ਵੀ ਹੋਵੇ, ਜਦੋਂ ਨਸ਼ਿਆਂ ਦੀ ਗੱਲ ਆਉਂਦੀ ਹੈ ਨਾ ਤਾਂ ਜਿਹੜੀ ਉਹ ਨਸ਼ਿਆਂ ਵਾਲੀ ਲਹਿਰ ਆ ਉਹ ਤਾਂ ਸਾਰਿਆਂ ਨੂੰ ਰੋੜ ਕੇ ਲੈ ਗਈ। ਉਹਦੇ ਵਿੱਚ ਤਾਂ ਕੁਛ ਇਦਾਂ ਦਾ ਨਹੀਂ ਹੈਗਾ ਕਿ ਪਤਿਤਪੁਣਾ, ਕਿਉਂਕਿ ਦੂਜਿਆਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਕਿ ਸਿੱਖਾਂ ਦੇ ਮੁੰਡੇ ਪਤਿਤ ਹੁੰਦੇ ਆ, ਉਹਨਾਂ ਨੂੰ ਇਸ ਗੱਲ ਦਾ ਕੋਈ ਪਰ ਨਸ਼ਿਆਂ ਦਾ ਜਿਹੜਾ ਮਸਲਾ ਹੈਗਾ ਉਹ ਤੇ ਸਾਰਿਆਂ ਦਾ ਸਾਂਝਾ ਹੀ ਆ। ਉਸ ਤੋਂ ਇਲਾਵਾ ਪੰਜਾਬ ਦੀ ਧਰਤੀ ਦੀ ਆਬੋ ਹਵਾ, ਪੰਜਾਬ ਦੀ ਧਰਤੀ ਦਾ ਪਾਣੀ, ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬੀਆਂ ਦੀ ਘਟ ਰਹੀ ਲਗਾਤਾਰ ਗਿਣਤੀ ਤੇ ਪ੍ਰਵਾਸੀਆਂ ਦੇ ਇੱਥੇ ਹੋ ਰਹੀ ਆਮਦ, ਪੰਜਾਬੀਆਂ ਦਾ ਆਪਣੀ ਧਰਤੀ ਛੱਡ ਕੇ ਵਿਦੇਸ਼ਾਂ ਵੱਲ ਨੂੰ ਭੱਜਣਾ, ਇਹ ਕੁਝ ਸੰਕੇਤ ਹੈਗੇ ਆ ਜਿਹੜੇ ਕਿ ਇਹ ਦਰਸਾਉਂਦੇ ਆ ਕਿ ਪੰਜਾਬ ਦੇ ਹਾਲਾਤ ਮਾੜੇ ਨੇ ਔਰ ਵੱਧ ਨਾਲੋਂ ਬੱਤਰ ਹੋ ਜਾਣਗੇ ਜੇ ਇਹ ਸਾਰਾ ਕੁਝ ਇਦਾਂ ਹੀ ਜਿਉਂਦਾ ਤਿਉਂ ਚੱਲਦਾ ਰਿਹਾ ਤਾਂ। ਇਸ ਤੋਂ ਇਲਾਵਾ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਪੰਜਾਬ ਦਾ ਦੁਖਾਂਤ ਕਿ ਪੰਜਾਬ ਦੀ ਧਰਤੀ ਦੇ ਉੱਪਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਉਹਨਾਂ ਦੀ ਲੀਡਰਸ਼ਿਪ ਪਾਰਟੀ ਉਹ ਸਾਰਿਆਂ ਦੇ ਘਰਾਂ ਵਿੱਚ ਜਾਂਦੀ ਆ। ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਕੁਝ ਸਮਾਂ ਪਹਿਲਾਂ ਜਾ ਕੇ ਲੋਕਾਂ ਨੂੰ ਕਹਿੰਦੇ ਆ ਕਿ ਜਿਹੜੀ ਸਰਕਾਰ ਪਹਿਲਾਂ ਪੰਜਾਬ 'ਚ ਚੱਲ ਰਹੀ ਆ ਨਾ, ਤੁਸੀਂ ਉਹਨੂੰ ਨਕਾਰ ਦਿਓ, ਉਸ ਸਰਕਾਰ ਨੇ ਪੰਜਾਬ ਦਾ ਬੇੜਾ ਕਰ ਦਿੱਤਾ ਗਰਕ, ਤੁਸੀਂ ਸਾਨੂੰ ਵੋਟਾਂ ਪਾਓ, ਅਸੀਂ ਤੁਹਾਨੂੰ ਜਿੱਤ ਕੇ ਨਾ ਵਧੀਆ ਪ੍ਰਬੰਧ ਦਿਆਂਗੇ, ਅਸੀਂ ਪੰਜਾਬ ਦਾ ਸਾਰਾ ਕੁਝ ਸੁਧਾਰ ਦਾਂਗੇ। ਪਰ ਬਾਰ-ਬਾਰ ਕਦੀ ਕਾਂਗਰਸ ਆਉਂਦੀ ਆ, ਕਦੀ ਅਕਾਲੀ ਆਉਂਦੇ ਆ, ਕਦੀ ਕਾਂਗਰਸ ਜਾਂਦੀ ਆ ਫਿਰ ਅਕਾਲੀ ਆਉਂਦੇ ਆ, ਅਕਾਲੀ ਜਾਂਦੇ ਆ ਫਿਰ ਕਾਂਗਰਸ ਆਉਂਦੀ ਆ। ਲੋਕ ਅੱਕ ਚੁੱਕੇ ਸੀਗੇ। ਲੋਕਾਂ ਨੇ ਸੋਚਿਆ ਕਿ ਆਮ ਆਦਮੀ ਪਾਰਟੀ ਹੁਣ ਆ ਰਹੀ ਆ, ਨਵੀਂ ਪਾਰਟੀ, ਕਹਿ ਰਹੇ ਆ ਕਿ ਬਦਲਾਵ ਲੈ ਕੇ ਆਵਾਂਗੇ। ਸੋ ਲੋਕਾਂ ਦੇ ਮਨ ਵਿੱਚ ਵੀ ਸੀਗਾ ਕਿ ਬਦਲਾਵ ਤੇ ਇੱਕ ਵਾਰ ਆਉਣਾ ਚਾਹੀਦਾ ਤੇ ਲੋਕਾਂ ਨੇ ਬਦਲਾਵ ਲੈ ਵੀ ਆਂਦਾ। ਪਰ ਤਦ ਵੀ ਹਾਲਾਤ ਜਿਹੜੇ ਸੀਗੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੀ ਨੇ। ਹਾਲਾਤਾਂ ਵਿੱਚ ਕੋਈ ਫਰਕ ਨਹੀਂ ਪਿਆ। ਨਸ਼ਿਆਂ ਦਾ ਦੌਰ ਅੱਜ ਵੀ ਜਾਰੀ ਆ। ਨੌਜਵਾਨ ਟੀਕੇ ਲਾ ਰਹੇ ਆ ਔਰ ਨੌਜਵਾਨ ਹੀ ਨਹੀਂ, ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਕੁੜੀਆਂ ਵੀ ਨਸ਼ੇ ਕਰਦੀਆਂ ਨੇ, ਸੜਕਾਂ ਦੇ ਉੱਪਰ ਡੱਕੇ ਡੋਲੇ ਖਾਂਦਿਆਂ ਦੀ ਜਦੋਂ ਵੀਡੀਓ ਦੇਖਦੇ ਆ ਨਾ ਤਾਂ ਕਾਲਜਾ ਮੂੰਹ ਨੂੰ ਆਉਂਦਾ ਹੈਗਾ। ਸੋ ਇਦਾਂ ਦੇ ਹਾਲਾਤ ਪੰਜਾਬ ਦੀ ਧਰਤੀ ਦੇ ਉੱਪਰ। ਹੁਣ ਆਮ ਜਿਹੜੇ ਲੋਕ ਹੈਗੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ, ਉਹ ਕਹਿੰਦੇ ਸਾਨੂੰ ਪਤਾ ਆ ਕਿ ਪੰਜਾਬ ਦੇ ਵਿੱਚ ਕਿੱਦਾਂ ਦੇ ਹਾਲਾਤ ਆ ਔਰ ਨਸ਼ੇ ਕੌਣ ਵੇਚਦਾ ਪਿਆ। ਜੇ ਆਮ ਲੋਕਾਂ ਨੂੰ ਪਤਾ ਆ ਵੀ ਨਸ਼ੇ ਕੌਣ ਵੇਚ ਰਿਹਾ ਤਾਂ ਕੀ ਸਰਕਾਰ ਜਾਂ ਪ੍ਰਸ਼ਾਸਨ ਨੂੰ ਨਹੀਂ ਪਤਾ ਹੈਗਾ? ਆਪਾਂ ਨਹੀਂ ਕਦੇ ਵੀ ਮੰਨਦੇ ਹੈਗੇ ਕਿ ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੂੰ ਸਾਰਾ ਕੁਝ ਪਤਾ ਵੀ ਕਿੱਥੇ ਬੈਠ ਕੇ ਕੌਣ ਨਸ਼ੇ ਵੇਚਦਾ। ਜੇ ਉਹਨਾਂ ਨੂੰ ਹੋਰ ਸਾਰਾ ਕੁਝ ਪਤਾ ਤਾਂ ਉਹਨਾਂ ਨੂੰ ਆ ਵੀ ਪਤਾ ਹੈਗਾ। ਅੱਜ ਮੈਂ ਸੁਣ ਰਿਹਾ ਸੀ ਭਗਵੰਤ ਮਾਨ, ਉਹ ਕਹਿੰਦੇ ਕਿ ਸੁਖਬੀਰ ਬਾਦਲ ਹੁਣੀ ਉੱਥੇ ਘਰੇ ਬੈਠ ਕੇ ਮੇਰੇ ਬੂਟ ਹੀ ਦੇਖੀ ਜਾਂਦੇ ਕਿ ਬੂਟ ਕਿੰਨੇ ਵਾਲੇ ਪਾਉਂਦਾ, ਮੇਰੀ ਘੜੀ ਵੇਖੀ ਜਾਂਦੇ ਘੜੀ ਕਿੰਨੇ। ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਵੀ ਲੋਕ ਤੁਹਾਡੀ ਘੜੀ ਵੇਖਦੇ ਆ, ਲੋਕ ਤੁਹਾਡੇ ਬੂਟ ਵੇਖੀ ਜਾਂਦੇ ਆ ਵੀ ਕਿੰਨੇ ਦੇ ਹੈਗੇ ਆ, ਤਾਂ ਤੁਹਾਨੂੰ ਇਹ ਗੱਲ ਤਾਂ ਜ਼ਰੂਰ ਪਤਾ ਹੋਊਗੀ ਨਾ ਕਿ ਨਸ਼ਾ ਕੌਣ ਵੇਚਦਾ, ਵੱਡੇ ਮਗਰਮੱਛ ਕੌਣ ਨੇ, ਪਰ ਉਹਨਾਂ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ। ਇਹ ਪੰਜਾਬ ਦੀ ਤਰਾਸਦੀ, ਪੰਜਾਬ ਦੀ ਤਸਵੀਰ ਆ। ਇਦੋਂ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਪੰਜਾਬ ਦੀ ਮੌਜੂਦਾ ਤਸਵੀਰ ਨੂੰ ਬਿਆਨ ਕਰ ਸਕਦੇ ਨੇ ਬਿਆਨ ਕਰਨ ਵਾਲੇ। ਪਰ ਆਪਾਂ ਮੇਨ ਮੁੱਦੇ ਤੇ ਆਉਂਦੇ ਆ ਕਿ ਪੰਜਾਬ ਦੇ ਇਦਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਦੁਨੀਆ ਭਰ ਵਿੱਚ ਬੈਠੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕ ਮਹਿਸੂਸ ਕਰਦੇ ਸੀਗੇ ਕਿ ਪੰਜਾਬ ਦੀ ਧਰਤੀ ਦੇ ਉੱਪਰ ਸਾਨੂੰ ਇੱਕ ਇਦਾਂ ਦੀ ਨਵੀਂ ਨਰੋਈ ਖਾਸ ਕਰਕੇ ਨੌਜਵਾਨਾਂ ਦੀ ਸਿੱਖ ਲੀਡਰਸ਼ਿਪ ਚਾਹੀਦੀ ਆ ਜਿਹਦਾ ਉਭਾਰ ਹੋਵੇ ਔਰ ਨੌਜਵਾਨੀ ਨੂੰ ਕਲਾਵੇ ਵਿੱਚ ਲੈ ਲਵੇ, ਨਸ਼ਿਆਂ ਨੂੰ ਠੱਲ ਪੈ ਜਾਵੇ ਜਿਹੜੀ ਨਸ਼ਿਆਂ ਦੀ ਲਹਿਰ ਹੈ। ਇਸ ਤੋਂ ਇਲਾਵਾ ਸਿੱਖੀ ਦਾ ਪਸਾਰਾ ਹੋਵੇ, ਨੌਜਵਾਨਾਂ ਦੇ ਸਿਰਾਂ ਦੇ ਉੱਪਰ ਇੱਕ ਵਾਰ ਫਿਰ ਤੋਂ ਪੱਗਾਂ ਆ ਜਾਣ। ਕਿਸੇ ਵੀ ਧਰਮ ਦਾ ਕੋਈ ਵਸਿੰਦਾ ਹੋਵੇ, ਭਾਵੇਂ ਕਿਸੇ ਵੀ ਧਰਮ ਦਾ ਕੋਈ ਪਰਿਵਾਰ ਹੋਵੇ, ਉਹਨੂੰ ਇਹ ਲੱਗੇ ਕਿ ਮੈਂ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਆਪਦੀ ਜ਼ਿੰਦਗੀ ਨੂੰ ਬਸਰ ਕਰ ਸਕਦਾ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ। ਲੋਕ ਇੱਦਾਂ ਚਾਹੁੰਦੇ ਸੀਗੇ ਔਰ ਲੰਬੇ ਸਮੇਂ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਖਾੜਕੂ ਸੰਘਰਸ਼ ਚੱਲਿਆ। ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਜਿਹੜੇ ਸਾਡੇ ਮਹਿਮਾਨ ਅੱਜ ਸਾਡੇ ਨਾਲ ਜੁੜਨਗੇ ਮੈਂ ਤੁਹਾਡੇ ਰੂਬਰੂ ਉਹਨਾਂ ਨੂੰ ਕਰੂੰਗਾ। ਉਹ ਉਹਨਾਂ ਸਮਿਆਂ ਦੇ ਹਾਣੀ ਰਹੇ ਨੇ ਔਰ ਉਹ ਜਦੋਂ ਸੰਘਰਸ਼ ਚੱਲਦੇ ਹੈਗੇ ਤਾਂ ਉਸ ਸੰਘਰਸ਼ ਦੇ ਵਿੱਚ ਕਿੱਦਾਂ ਦੀਆਂ ਔਕੜਾਂ ਆਉਂਦੀਆਂ, ਕਿੱਦਾਂ ਦੀਆਂ ਚੁਣੌਤੀਆਂ ਆਉਂਦੀਆਂ ਨੇ
ਔਰ ਉਸ ਸਮੇਂ ਵੀ ਕੀ ਕੁਝ ਵਾਪਰਿਆ ਸੀਗਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਦੋਂ ਇੱਕ ਉਹਨਾਂ ਦਾ ਉਭਾਰ ਹੁੰਦਾ ਤੇ ਉਹਨਾਂ ਨੂੰ ਕਿਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਔਰ ਉਹਨਾਂ ਚੁਣੌਤੀਆਂ ਨਾਲ ਸਾਹਮਣਾ ਕਰਦਿਆਂ ਹੋਇਆਂ ਜਿਹੜੀਆਂ ਹਕੂਮਤਾਂ ਵੱਲੋਂ ਚੁਣੌਤੀਆਂ, ਜਿਹੜੀਆਂ ਆਪਣੇ ਵੱਲੋਂ ਚੁਣੌਤੀਆਂ, ਔਰ ਕਿੱਦਾਂ ਸੱਜੇ ਖੱਬੇ ਹੋ ਕੇ ਕਿੰਨਾ ਵਧੀਆ ਤਰੀਕੇ ਦੇ ਨਾਲ ਉਹ ਸੇਫ ਬਿਲਕੁਲ ਅੱਗੇ ਨੂੰ ਲੰਘਦੇ ਗਏ। ਉਹਨਾਂ ਚੁਣੌਤੀਆਂ ਦੇ ਵਿੱਚ ਉਲਝਾਉਣ ਵਾਲਿਆਂ ਨੇ ਬਥੇਰਾ ਉਲਝਾਉਣ ਦੀ ਕੋਸ਼ਿਸ਼ ਕੀਤੀ ਹੋਊਗੀ, ਪਰ ਉਹ ਉਲਝੇ ਨਹੀਂ। ਖੈਰ, ਉਸ ਤੋਂ ਬਾਅਦ ਦਾ ਵਰਤਾਰਾ ਆਪਾਂ ਸਾਰੇ ਜਾਣਦੇ ਹਾਂ, ਫੇਕ ਐਨਕਾਊਂਟਰ ਸਾਰਾ ਕੁਝ। ਅੱਜ ਕਈਆਂ ਨੂੰ ਸਜ਼ਾਵਾਂ ਵੀ ਹੋ ਰਹੀਆਂ ਨੇ ਜਿਨ੍ਹਾਂ ਨੇ ਫੇਕ ਐਨਕਾਊਂਟਰ ਨੌਜਵਾਨਾਂ ਦੇ ਕੀਤੇ ਸੀਗੇ। ਮੈਂ ਪੁਲਿਸ ਆਫੀਸਰਾਂ ਦੀਆਂ ਗੱਲ ਕਰ ਰਿਹਾ। ਕੋਰਟ ਨੇ ਬਕਾਇਦਾ ਅੱਜ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਨੇ। ਕਈ ਕੇਸਾਂ ਦੇ ਵਿੱਚ ਕਈ ਇਦਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਆ। ਹੁਣ ਭਾਈ ਅਮਰਤਪਾਲ ਸਿੰਘ ਬਾਬਤ ਆਪਾਂ ਗੱਲਬਾਤ ਕਰਾਂਗੇ। ਦੁਨੀਆ ਭਰ ਵਿੱਚ ਵਸਦੇ ਸਿੱਖ, ਤੁਸੀਂ ਵੇਖੋ ਪੰਜਾਬ ਦੀ ਧਰਤੀ ਦੇ ਉੱਪਰ ਵਸਣ ਵਾਲੇ ਸਿੱਖ ਹੀ ਨਹੀਂ, ਜਿਹੜੇ ਸਿੱਖੀ ਤੋਂ ਮੁਨਕਰ ਜੇ ਵੀ ਹੋ ਚੁੱਕੇ ਆ ਨਾ। ਮੈਂ ਬਹੁਤ ਸਾਰੇ ਲੋਕਾਂ ਦੇ ਮੂੰਹੋਂ ਸੁਣਦਾ, ਮੈਂ ਖਾਲਸਾ ਵਹੀਰ ਵਿੱਚ ਵੀ ਗਿਆ ਸੀਗਾ ਕਵਰੇਜ ਕਰਨ ਵਾਸਤੇ। ਲੋਕ ਕਹਿੰਦੇ ਸੀਗੇ ਕਿ ਬਹੁਤ ਚੰਗਾ ਭਈ ਸਾਡੇ ਬੱਚੇ ਹੁਣ ਨਸ਼ਿਆਂ ਦੀ ਦਲਦਲ ਵਿੱਚ ਧੱਸ ਗਏ ਸੀਗੇ, ਹੁਣ ਇਹ ਨੌਜਵਾਨ ਉਹਨਾਂ ਨੂੰ ਕੱਢ ਕੇ ਲੈ ਆਊਗਾ। ਲੋਕਾਂ ਦੇ ਚਿਹਰਿਆਂ ਦੇ ਉੱਪਰ ਇੱਕ ਖਾਸ ਤਰ੍ਹਾਂ ਦੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਸੋ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਲੱਗਾ ਕਿ ਹੁਣ ਸਾਨੂੰ ਲੰਬੇ ਸਮੇਂ ਬਾਅਦ, ਕਈ ਦਹਾਕਿਆਂ ਬਾਅਦ ਇੱਕ ਨੌਜਵਾਨ ਆਗੂ ਮਿਲ ਗਿਆ ਜਿਹੜਾ ਪੰਜਾਬ ਦੀ ਜਵਾਨੀ ਨੂੰ ਵੀ ਕਲਾਵੇ ਵਿੱਚ ਲੈ ਲੂੰਗਾ, ਸਿੱਖੀ ਨੂੰ ਬਚਾ ਲੂੰਗਾ, ਔਰ ਆਜ਼ਾਦੀ ਦੇ ਵੱਲ ਨੂੰ ਉਹ ਨੌਜਵਾਨਾਂ ਨੂੰ ਲੈ ਜਾਊਗਾ ਕਿ ਆਓ ਆਪਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਨੂੰ ਵਧੀਏ ਉਧਰਲੇ ਬੰਨੇ ਨੂੰ। ਔਰ ਜਿੱਦਣ ਖਾਲਸਾ ਵਹੀਰ ਦੀ ਸ਼ੁਰੂਆਤ ਹੋਈ ਹੈ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ, ਤਾਂ ਉਸ ਦਿਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਸ ਜਗ੍ਹਾ ਦੇ ਉੱਪਰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀਗਾ, ਭਾਈ ਅਮਰਤਪਾਲ ਸਿੰਘ ਹੋਰਾਂ ਨੇ ਉਸ ਜਗ੍ਹਾ ਨੂੰ ਆਪਣੇ ਹੱਥਾਂ ਦੇ ਨਾਲ ਛੂਹਿਆ। ਔਰ ਇਉਂ ਮਹਿਸੂਸ ਹੁੰਦਾ ਸੀਗਾ ਕਿ ਜਿੱਦਾਂ ਉਹਨਾਂ ਨੇ ਇਹ ਮਹਿਸੂਸ ਕੀਤਾ ਹੋਵੇ ਜਾਂ ਉਹਨਾਂ ਦੇ ਅੰਦਰ ਇਹ ਗੱਲ ਚੱਲਦੀ ਹੋਵੇ ਕਿ ਸੰਤ ਜੀ ਤੁਸੀਂ ਇੱਥੇ ਆਪਣਾ ਸਰੀਰ ਤਿਆਗ ਗਏ ਸੀਗੇ, ਪਰ ਤੁਹਾਡਾ ਜਿਹੜਾ ਮਿਸ਼ਨ ਵਾ ਉਹਨੂੰ ਮੈਂ ਅੱਗੇ ਤੱਕ ਲੈ ਕੇ ਜਾਊਂਗਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਤੁਸੀਂ ਅੰਗ ਸੰਗ ਰਹੀਓ, ਐਦਾਂ ਮੈਨੂੰ ਮਹਿਸੂਸ ਹੋਇਆ। ਔਰ ਉਸ ਤੋਂ ਬਾਅਦ ਹੁਣ ਤਰ੍ਹਾਂ ਦੀਆਂ ਗੱਲਾਂ ਤੁਰਨ ਲੱਗ ਪਈਆਂ ਨੇ। ਕਈਆਂ ਦੇ ਮਨਾਂ ਵਿੱਚ ਇਹ ਖਿਆਲ ਆ ਰਹੇ ਨੇ ਕਿ ਅਮਰਤਪਾਲ ਸਿੰਘ ਹੋਰੀ ਬਿਲਕੁਲ ਸਹੀ ਟਰੈਕ ਤੇ ਜਾ ਰਹੇ ਆ, ਪਰ ਕਈ ਵਿੱਚ ਵਿਚਾਲੇ ਇਦਾਂ ਲੱਗ ਪਏ ਕਹਿਣ ਕਿ ਗੁਰੂ ਘਰਾਂ ਦੇ ਵਿੱਚੋਂ ਕੁਰਸੀਆਂ ਤੋੜਨ ਦਾ ਮਾਮਲਾ, ਵੀ ਜਿਸ ਤਰੀਕੇ ਦੇ ਨਾਲ ਵੀ ਜਿਹੜਾ ਤਰੀਕਾ ਉਹ ਅਪਣਾ ਰਹੇ ਆ ਵੀ ਉਹ ਤਰੀਕਾ ਵਾਜਬ ਨਹੀਂ ਹੈਗਾ। ਵਿੱਚ ਇਦਾਂ ਦੀ ਆਵਾਜ਼ ਵੀ ਉੱਠਣੀ ਸ਼ੁਰੂ ਹੋ ਗਈ ਹੈ, ਵਿੱਚ ਇਦਾਂ ਦੀ ਗੱਲਬਾਤ ਵੀ ਸ਼ੁਰੂ ਹੋਣੀ ਹੋ ਗਈ ਹੈ ਵੀ ਉਹ ਇਹ ਗੱਲ ਕਹਿ ਰਹੇ ਆ ਕਿ ਜਿਹੜੀ ਮਰਿਆਦਾ ਭਈ ਰਾਗਮਾਲਾ ਪੜ੍ਹਨੀ ਆ ਜਾਂ ਨਹੀਂ ਪੜ੍ਹਨੀ, ਭਈ ਇਸ ਤੋਂ ਇਲਾਵਾ ਮੂਲ ਮੰਤਰ ਕਿੱਥੇ ਤੱਕ ਹੈ ਤੇ ਕਿੱਥੇ ਤੱਕ ਨਹੀਂ ਹੈ, ਭਈ ਇਹਨਾਂ ਗੱਲਾਂ ਨਾਲ ਕੀ ਫਰਕ ਪੈਂਦਾ। ਹੁਣ ਕਈ ਸੱਜਣ ਇਹ ਵੀ ਗੱਲ ਕਹਿਣ ਲੱਗ ਪਏ ਆ ਵੀ ਜੇ ਉਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤਾਂ ਫਿਰ ਜਿਹੜੇ ਗੁਰੂ ਘਰਾਂ ਵਿੱਚ ਪਹਿਲਾਂ ਤੋਂ ਸੋਫੇ ਕੁਰਸੀਆਂ ਰੱਖੇ ਹੋਏ ਆ ਵੀ ਉਹਨਾਂ ਦੇ ਨਾਲ ਵੀ ਹੱਲੇ ਗੁਰੇਜ਼ ਕਰ ਲਓ, ਪਹਿਲਾਂ ਆਜ਼ਾਦੀ ਵਾਲੀ ਗੱਲ ਕਰ ਲਓ ਜਿੱਦਾਂ ਤੁਸੀਂ ਖੁਦ ਹੀ ਕਹਿੰਦੇ ਸੀਗੇ। ਕਈ ਇਦਾਂ ਦੀ ਗੱਲਬਾਤ ਲੱਗ ਪਏ ਕਰਨ। ਸੋ 2-3 ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਪਰ ਉਸ ਵੇਲੇ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੇਲੇ ਵੀ ਔਰ ਹੁਣ ਵੀ ਜਿਹੜੇ ਆਗੂ ਹੁੰਦੇ ਨੇ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ। ਆਲੇ ਦੁਆਲੇ ਜਿਹੜਾ ਘੇਰਾ ਹੁੰਦਾ ਹੈਗਾ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਆਖਿਆ ਸੀਗਾ, ਕਹਿੰਦੇ ਵੀ ਬਾਹਰ ਕੁਰਸੀਆਂ ਨੂੰ ਸੁੱਟਣ ਤੋਂ ਬਾਅਦ ਜਿਨ੍ਹਾਂ ਨੇ ਅੱਗ ਲਾਈ ਹੈ ਵੀ ਪਤਾ ਨਹੀਂ ਕਿਹਨਾਂ ਨੇ ਅੱਗ ਲਾਈ, ਵੀ ਅਸੀਂ ਤੇ ਅੱਗ ਲਾਈ ਨਹੀਂ, ਅਸੀਂ ਸਗੋਂ ਅੱਗ ਬੁਝਾਈ ਆ। ਹੁਣ ਉਹਨਾਂ ਨੇ ਇਹ ਗੱਲ ਕਹੀ ਆ, ਸਟੇਟਮੈਂਟ ਦਿੱਤੀ ਆ ਕਿ ਅਸੀਂ ਅੱਗ ਬੁਝਾਈ ਹੈ। ਭਾਈ ਅਮਰਤਪਾਲ ਸਿੰਘ ਜੀ ਦਾ ਕਹਿਣਾ, ਇਹਦਾ ਮਤਲਬ ਕਿ ਲਗਾਈ ਪਤਾ ਨਹੀਂ ਕਿਹਨੇ ਹੈਗੀ ਆ। ਸੋ ਕਿਤੇ ਕੋਈ ਸ਼ਰਾਰਤੀ ਅਨਸਰ ਤਾਂ ਨਹੀਂ ਇਦਾਂ ਕਰ ਰਹੇ ਵੀ ਉਹਨਾਂ ਨੂੰ ਬਦਨਾਮ ਕੀਤਾ ਜਾਵੇ, ਵੀ ਜਿਹੜੀ ਲਹਿਰ ਇੱਕ ਪ੍ਰਚੰਡ ਹੋ ਰਹੀ ਹੈ। ਆਓ ਆਪਾਂ ਸਾਰਾ ਕੁਝ, ਕਿਉਂਕਿ ਸੰਤ ਭਿੰਡਰਾਂਵਾਲਿਆਂ ਦੇ ਜਿਹੜਾ ਉਹ ਸੰਘਰਸ਼ ਸੀਗਾ ਉਹ ਸੰਘਰਸ਼ ਦੇ ਹਾਣੀ ਰਹੇ ਨੇ। ਆਪਾਂ ਸ਼ੇਰੇ ਪੰਜਾਬ ਸਵਰਾਜ ਪਾਰਟੀ ਦੇ ਸੇਵਾਦਾਰ ਸਰਦਾਰ ਕੁਲਦੀਪ ਸਿੰਘ ਜੀ ਵਿਰਕ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ। ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਵਿਰਕ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਚੜ੍ਹਦੀ ਕਲਾ ਚੋਂ ਠੀਕ ਠਾਕ ਹੋ ਜੀ? ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਹੋ? ਬਹੁਤ ਵਧੀਆ, ਆਨੰਦ ਆ ਜੀ। ਵਿਰਕ ਸਾਹਿਬ ਆਪਾਂ ਪਹਿਲਾਂ ਵੀ ਇੰਟਰਵਿਊ ਕਰਦੇ ਹੁੰਦੇ ਸੀਗੇ ਤੇ ਲੋੜ ਮਹਿਸੂਸ ਕਰਦੇ ਹੁੰਦੇ ਸੀਗੇ ਕਿ ਇਦਾਂ ਦੀ ਲੀਡਰਸ਼ਿਪ ਦਾ ਪੰਜਾਬ ਦੇ ਵਿੱਚ ਉਭਾਰ ਹੋਣਾ ਜ਼ਰੂਰੀ ਹੈ। ਤੁਹਾਨੂੰ ਲੱਗਦਾ ਕਿ ਵਾਕਈ ਉਭਾਰ ਇਦਾਂ ਦੀ ਲੀਡਰਸ਼ਿਪ ਦਾ ਹੋ ਗਿਆ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਹੋਰਾਂ ਦੇ ਆਉਣ ਤੋਂ ਬਾਅਦ? ਸੱਜਣ ਜੀ ਦੇਖੋ, ਇੱਕ ਲੰਬੀ ਖੜੋਤ ਤੋਂ ਬਾਅਦ ਲਗਭਗ 33 ਸਾਲ ਮੈਂ ਕਹਿ ਕੇ ਚੱਲਾਂਗਾ ਕਿ 1990 ਤੋਂ ਲੈ ਕੇ ਜੀ, ਜਦੋਂ ਖਾੜਕੂ ਸੰਘਰਸ਼ ਦਾ ਘਾਣ ਹੋਇਆ 90 ਤੋਂ 95 ਦੇ ਵਿੱਚ ਸ਼ੁਰੂ ਹੋਇਆ, 90 ਤੋਂ ਸ਼ੁਰੂ ਹੋ ਗਿਆ ਸੀ ਜਦੋਂ ਫੈਡਰੇਸ਼ਨ ਦੇ ਚੋਟੀ ਦੇ ਆਗੂਆਂ ਦੀ ਕਤਲੇਆਮ ਹੋਇਆ ਤੇ ਫਿਰ ਖਾੜਕੂ ਸੰਘਰਸ਼ ਦਾ ਖਾਤਮਾ ਹੋਇਆ। ਕੋਈ ਵੀ ਲੀਡਰਸ਼ਿਪ ਜਿਹੜੀ ਐਸੀ ਨਹੀਂ ਨਿਕਲ ਕੇ ਕੋਈ ਆਇਆ ਕਿ ਜਿਹੜਾ ਕੌਮ ਨੂੰ ਇਸ ਸੰਘਰਸ਼ ਨੂੰ ਅੱਗੇ ਲੈ ਕੇ ਚੱਲੇ ਜੀ। ਇੱਕ ਠੰਡੀ ਜੰਗ ਹੋ ਗਈ ਸੀ, ਬਿਲਕੁਲ ਇੱਕ ਲਕਸ਼ਮਣ ਰੇਖਾ ਦੇ ਅੰਦਰ ਜਿਹੜੀ ਸਰਕਾਰ ਵੱਲੋਂ ਖਿੱਚੀ ਗਈ। ਔਰ ਮੈਂ ਹੈਰਾਨ ਆ ਕਿ ਡੀਜੀਪੀ ਸਾਹਿਬ ਦੇ ਮੂੰਹ ਚੋਂ ਇੱਕ ਸ਼ਬਦ ਨਿਕਲ ਗਿਆ ਕਿ ਅੰਮ੍ਰਿਤਪਾਲ ਲਕਸ਼ਮਣ ਰੇਖਾ ਦੇ ਅੰਦਰ ਰਹੇ।
ਜੀ ਲਕਸ਼ਮਣ ਰੇਖਾ ਨੂੰ ਕ੍ਰਾਸ ਨਾ ਕਰੇ। ਤੇ ਉਹ ਇੱਕ ਬੜਾ ਵੱਡਾ ਸ਼ਬਦ ਹੈ, ਇਹ ਸਰਕਾਰੀ ਏਜੰਸੀਆਂ ਦਾ ਸ਼ਬਦ ਹੈ ਕਿ ਲਕਸ਼ਮਣ ਰੇਖਾ ਦੇ ਅੰਦਰ ਹੀ ਤੁਸੀਂ ਆਜ਼ਾਦੀ ਦੀ ਗੱਲ ਕਰੀ ਜਾਓ। ਜੀ ਸਾਲ ਬਾਅਦ ਤੁਸੀਂ 6 ਜੂਨ ਨੂੰ ਜਾ ਕੇ ਅਕਾਲ ਤਖਤ ਤੇ ਖਾਲਿਸਤਾਨ ਦੇ ਨਾਅਰੇ ਮਾਰੋ, ਪੱਗਾਂ ਲਾਓ, ਲੁਹਾਓ, ਔਰ ਸਾਲ ਭਰ ਫਿਰ ਤੁਸੀਂ ਆਪਣਾ ਕੰਮ ਕਰਦੇ ਰਹੋ। ਤੇ ਲਕਸ਼ਮਣ ਰੇਖਾ ਇੰਨੀ ਹੋਈ ਹੈ ਕਿ ਤੁਸੀਂ ਪੰਥ ਦੇ ਵਿੱਚ ਫੁੱਟ ਪਾ ਕੇ ਰੱਖਣੀ ਹੈ, ਕੋਈ ਜਥੇਬੰਦੀਆਂ 'ਚ ਏਕਤਾ ਨਹੀਂ ਹੋਣ ਦੇਣੀ। ਜੀ ਤੇ ਤੁਹਾਨੂੰ ਖਾਲਿਸਤਾਨ ਦੇ ਨਾਅਰੇ ਲਾਉਣ ਤੋਂ ਕੋਈ ਨਹੀਂ ਰੋਕਦਾ। ਤੁਸੀਂ ਖਾਲਿਸਤਾਨ ਦੀ ਮੰਗ ਕਰੋ। ਇੱਕ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਇੱਕ ਚਿੱਠੀ ਵੀ ਲੈ ਤੀ ਕਿ ਤੁਹਾਨੂੰ ਇਜਾਜ਼ਤ ਹੈ, ਜੀ ਪਰ ਇਸ ਤੋਂ ਅੱਗੇ ਨਹੀਂ ਵਧਣਾ, ਲਕਸ਼ਮਣ ਰੇਖਾ ਕ੍ਰਾਸ ਨਹੀਂ ਕਰਨੀ। ਜੀ ਔਰ ਉਹ ਅਸੀਂ ਹੰਡਾਈ ਹੈ 33 ਸਾਲ, ਲਕਸ਼ਮਣ ਰੇਖਾ ਤੋਂ ਬਾਹਰ ਕੋਈ ਨਹੀਂ ਨਿਕਲਿਆ ਜੀ ਜਿਹੜਾ ਡੰਕੇ ਦੀ ਚੋਟ ਤੇ ਆਜ਼ਾਦੀ ਦੀ ਗੱਲ ਕਰੇ, ਕੋਈ ਮੂਵਮੈਂਟ ਚਲਾਵੇ, ਕੋਈ ਆਜ਼ਾਦੀ ਦੀ ਲਹਿਰ ਪੈਦਾ ਕਰ ਦਿੰਦਾ ਦੁਬਾਰਾ, ਜਿੱਦਾਂ ਸੰਤ ਜਰਨੈਲ ਸਿੰਘ ਜੀ ਨੇ ਸ਼ਹਾਦਤ ਦੇ ਕੇ ਸ਼ੁਰੂ ਕੀਤੀ ਸੀ ਜੀ ਤੇ ਖਾੜਕੂ ਸੰਘਰਸ਼ ਨੇ ਉਹਨੂੰ ਚੱਕਿਆ ਸੀਗਾ। ਤੇ ਅਸੀਂ ਬੜੀ ਬੁਰੀ ਤਰ੍ਹਾਂ ਫੇਲ ਹੋਏ। ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ, ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਸੀਗੀ ਜੋ ਅਸੀਂ ਸੰਘਰਸ਼ ਨਾਲ ਜੁੜੇ ਹੋਏ ਹਾਂ ਜੀ ਬੀਤੇ 38 ਸਾਲ ਤੋਂ। ਜਦੋਂ ਭਾਈ ਅਮਰਤਪਾਲ ਸਿੰਘ ਆਏ ਆ, ਯੰਗ ਬਲੱਡ ਹੈ, ਇੱਕ ਜਿੰਨੇ ਸਿਰ ਮੂੰਹ ਮਨਾਇਆ ਹੋਇਆ ਸੀ, ਉਹ ਆ ਕੇ ਦੁਬਾਰਾ ਸਿੱਖੀ ਧਾਰਨ ਕਰਕੇ ਅੰਮ੍ਰਿਤ ਛਕ ਕੇ ਤੇ ਗੁਰੂ ਵਾਲਾ ਬਣ ਕੇ ਉਹ ਆਜ਼ਾਦੀ ਦੀ ਗੱਲ ਉਹਨੇ ਕੀਤੀ। ਪਰ ਜਿਹੜੀ ਗੱਲ ਉਹਨੇ ਆਉਂਦੇ ਸਾਰ ਕੀਤੀ ਹੈ ਕਿ ਮੈਂ ਕੌਮ ਲਈ ਕਤਰਾ ਕਤਰਾ ਖੂਨ ਦਾ ਵਹਾ ਦਿਆਂਗਾ, ਮੈਂ ਸ਼ਹਾਦਤ ਦਿਆਂਗਾ, ਪਿੱਛੇ ਨਹੀਂ ਹਟਾਂਗਾ। ਜੀ ਕਦੇ ਇਹ ਨਹੀਂ ਹੋਏਗਾ ਕਿ ਅਮਰਤਪਾਲ ਜਿਹੜਾ ਉਹ ਭੱਜ ਗਿਆ। ਬਿਲਕੁਲ ਏਦਾਂ ਕਿਹਾ ਉਹਨਾਂ ਨੇ। ਇਹ ਬੜੀ ਵੱਡੀ ਗੱਲ ਸੀ, ਇਹਦੇ ਉੱਤੇ ਇੰਨਾ ਵਿਸ਼ਵਾਸ ਵੱਜਾ ਸੀ ਜੀ ਕਿ ਕੋਈ ਬੰਦਾ ਆ ਗਿਆ। ਜੀ ਮੈਂ ਇਹਦੇ ਉੱਤੇ ਇੱਕ, ਜਦੋਂ ਇਹਨਾਂ ਦੇ ਕਾਫੀ ਵਿਰੋਧੀ ਜਿਹੜੀਆਂ ਹੋਰ ਜਥੇਬੰਦੀਆਂ ਨੇ, ਕੋਈ ਕਹਿੰਦੇ ਸੀ ਪਲਾਂਟਡ ਹੈ, ਸਰਕਾਰ ਦਾ ਬੰਦਾ ਹੈ, RSS ਦਾ ਬੰਦਾ, ਬਹੁਤ ਕੁਝ ਚੱਲ ਰਿਹਾ ਹੈ, ਜੀ ਪਰ ਮੈਂ ਇੱਕ ਲਿਖਿਆ ਵੀ ਸੀ ਕਿ ਸ਼ਾਇਦ ਇਹ ਗੁਰੂ ਦਾ ਬੰਦਾ ਹੀ ਹੋਵੇ। ਜੀ ਕਿ ਜਦੋਂ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਪੰਜਾਬ ਛੱਡ ਕੇ ਜੀ ਨਾਂਦੇੜ ਨੂੰ ਗਏ ਨੇ, ਤੇ ਜਦੋਂ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਸਿੱਖਾਂ ਦੇ ਵਿੱਚ ਹੁਣ ਕੋਈ ਉਹ ਤੰਤ ਨਹੀਂ ਜਿਹੜਾ ਇਹ ਬਦਲਾ ਲੈ ਲੈਣ, ਜੀ ਤੇ ਹਜ਼ਾਰਾਂ ਮੀਲ ਜਾ ਕੇ ਉਹਨਾਂ ਨੇ ਇੱਕ ਬੰਦਾ ਲੱਭ ਕੇ ਭੇਜਿਆ ਸੀ ਜਿਹਨੇ ਆ ਕੇ ਜੀ ਵਾਕਈ ਸਰਹੰਦ ਦੀ ਇੱਟ ਖੜਕਾ ਦਿੱਤੀ ਔਰ ਦੁਬਾਰਾ ਬਦਲਾ ਲੈ ਕੇ ਸਿੱਖ ਰਾਜ ਕਾਇਮ ਕਰਤਾ। ਜੀ ਔਰ ਮੈਂ ਉਹ ਸੋਚ ਰਿਹਾ ਸੀ ਕਿ ਸ਼ਾਇਦ, ਮੈਂ ਲਿਖਿਆ ਸੀਗਾ ਕਿ ਸ਼ਾਇਦ ਇਹ ਵੀ ਕੋਈ ਗੁਰੂ ਦਾ ਬੰਦਾ ਹੀ ਹੋਵੇ, ਇਹਦੀ ਵਿਰੋਧਤਾ ਨਾ ਕਰੋ। ਜੀ ਗੁਰੂ ਦਾ ਬੰਦਾ ਹੀ ਨਾ ਹੋਵੇ, ਅਜੇ ਇੰਤਜ਼ਾਰ ਕਰੋ, ਦੇਖੋ, ਜੀ ਜੀ ਵਿਰੋਧਤਾ ਨਾ ਕਰੋ। ਜੀ ਮੈਂ ਉੱਤੇ ਲਿਖਿਆ, ਇੱਕ ਆਰਟੀਕਲ ਆਇਆ ਸੀ ਮੇਰਾ, ਜੀ ਵਾਕਈ ਕੰਮ ਕਰ ਲੈਣ ਦੇਣਾ ਚਾਹੀਦਾ, ਕਰ ਲੈਣ ਦੇਣਾ ਚਾਹੀਦਾ। ਦੇਖਣਾ ਚਾਹੀਦਾ ਕਿ ਤੁਸੀਂ ਤਾਂ ਕੁਝ ਕੀਤਾ ਨਹੀਂ ਬੀਤੇ 33 ਸਾਲ 'ਚ। ਜੀ ਤੁਸੀਂ ਤਾਂ ਜੰਗ ਨੂੰ ਇੱਕ ਅਰਸ਼ ਤੋਂ ਫਰਸ਼ ਤੇ ਲੈ ਆਏ ਨਾ, ਜੀ ਉਹਦੇ ਲਈ ਸਾਰੇ ਜ਼ਿੰਮੇਵਾਰ ਨੇ, ਸਾਰੀਆਂ ਜਥੇਬੰਦੀਆਂ ਜ਼ਿੰਮੇਵਾਰ ਨੇ, ਤੇ ਕਿਸੇ ਨੇ ਵੀ ਮਤਲਬ ਲਕਸ਼ਮਣ ਰੇਖਾ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਕੀਤੀ। ਜੀ ਪਰ ਹੁਣ ਮਨ ਨੂੰ ਬੜਾ ਦੁੱਖ ਹੋਇਆ ਕਿ ਕੁਝ ਐਸੀਆਂ ਆਪਣੀਆਂ ਬਚਕਾਨਾ ਕਾਰਵਾਈਆਂ ਕਹਿ ਲੋ, ਇਹੋ ਜਿਹੀਆਂ ਹਰਕਤਾਂ ਕਰ ਰਹੇ ਨੇ, ਜਾਂ ਕੋਈ ਏਜੰਸੀਆਂ ਦੇ ਬੰਦੇ ਕਰਾ ਰਹੇ ਆ ਕਿ ਜਿਸ ਤਰ੍ਹਾਂ ਸਾਡੇ ਨਾਲ ਹੋਇਆ ਸੀ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅਸੀਂ 84 ਦੀ ਜੰਗ ਕਿਵੇਂ ਹਾਰੇ, ਕਿਉਂ ਹਾਰੇ। ਜੀ ਮੈਂ ਆਈ ਵਿਟਨੈਸ ਆ, ਅਸੀਂ ਸਾਰਾ ਕੁਝ ਦੇਖਿਆ 82 ਤੋਂ ਲੈ ਕੇ ਜੋ ਦਰਬਾਰ ਸਾਹਿਬ ਹੁੰਦਾ ਰਿਹਾ, ਬਲੂ ਸਟਾਰ ਤੋਂ ਪਹਿਲਾਂ ਬਲੂ ਸਟਾਰ ਦਾ ਮਾਹੌਲ ਕਿਵੇਂ ਪੈਦਾ ਕੀਤਾ ਗਿਆ, ਜੋ ਕੁਝ ਅੱਜ ਹੋ ਰਿਹਾ ਉਸ ਟਾਈਮ ਵੀ ਇਸ ਤਰ੍ਹਾਂ ਹੀ ਅਜਰ ਦੇ ਬੀੜੀਆਂ ਵਾਲਿਆਂ ਨੂੰ ਵੀ ਮਾਰਿਆ ਕੁੱਟਿਆ ਗਿਆ, ਕਈਆਂ ਨੂੰ ਕਤਲ ਵੀ ਕਰ ਦਿੱਤਾ ਗਿਆ ਸੀਗਾ, ਮੰਦਿਰ ਵਿੱਚ ਗਊਆਂ ਦੀਆਂ ਪੂਛਾਂ ਸੁੱਟੀਆਂ ਗਈਆਂ, ਕੁਝ ਸਰਕਾਰੀ ਏਜੰਸੀਆਂ ਦੇ ਬੰਦਿਆਂ ਵੱਲੋਂ ਗੁਰਦੁਆਰਿਆਂ ਦੇ ਵਿੱਚ ਬੀੜੀਆਂ ਤੰਬਾਕੂ ਸੁੱਟੇ ਗਏ ਜੀ ਤੇ ਹਾਲਾਤ ਇਦਾਂ ਦੇ ਵੱਧਦੇ ਗਏ ਕਿ ਧਾਰਮਿਕ ਟਕਰਾਓ ਵੱਧਦਾ ਗਿਆ। ਜੀ ਗੱਲ ਸਿਰਫ ਕੁਝ ਏਜੰਸੀਆਂ ਦੀ ਹੀ ਚਾਲ ਸੀ। ਜੀ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਦੇ ਇਸ ਗੱਲ ਦੇ ਹੱਕ 'ਚ ਨਹੀਂ ਸੀ ਕਿ ਕਿਸੇ ਮੰਦਿਰ ਦਾ ਅਪਮਾਨ ਹੋਵੇ, ਜੀ ਕਿਸੇ ਗਰੀਬ ਨੂੰ ਜੋ ਬੀੜੀ ਤੰਬਾਕੂ ਵੇਚਦਾ ਉਹਦੀ ਦੁਕਾਨ ਨੂੰ, ਖੋਖੇ ਨੂੰ ਅੱਗ ਲਾ ਦਿਓ ਜਾਂ ਉਹਨੂੰ ਮਾਰ ਦਿਓ। ਜੀ ਜਿਹਨੇ ਵੀ ਕੀਤਾ ਸੰਤਾਂ ਤੋਂ ਬਾਹਰੇ ਹੋ ਕੇ ਕੀਤਾ। ਓਕੇ ਇਹ ਗੱਲ ਵੱਧਦੀ ਫਿਰ ਬੱਸ ਚੋਂ ਕੱਢ ਕੇ ਜਿਸ ਦਿਨ ਬੰਦੇ ਮਾਰੇ ਆ ਬਿਆਸ ਬੇਗੁਨਾਹ, ਜੀ ਉਹ ਬਹੁਤ ਵੱਡੀ ਇੱਕ ਸਾਜ਼ਿਸ਼ ਸੀ ਸਰਕਾਰ ਦੀ। ਉਹ ਬੰਦੇ ਸੀਗੇ ਏਜੰਸੀਆਂ ਦੇ, ਉਹਦੇ ਵਿੱਚ ਇਹ ਬੰਦੇ ਜਿਹੜੇ ਸੰਤਾਂ ਦੇ ਨਾਲ ਰਹਿੰਦੇ ਸੀ ਉਹ ਵੀ ਬੰਦੇ ਕੁਝ ਵਿੱਚ ਸੀਗੇ, ਜਿਨ੍ਹਾਂ ਨੇ ਕੁਝ ਤਾਂ ਉਹਨਾਂ ਚੋਂ ਪਹਿਲਾਂ ਮਾਰੇ ਗਏ, ਕੁਝ ਜਿਹੜੇ ਬਚੇ ਉਹਨਾਂ ਨੇ ਖਾੜਕੂ ਸੰਘਰਸ਼ ਦਾ ਵੀ ਨੁਕਸਾਨ ਕਰਾਉਣ 'ਚ ਬਹੁਤ ਵੱਡਾ ਰੋਲ ਨਿਭਾਇਆ। ਜੀ ਉਹ ਸਾਡੀ ਪਹਿਲੀ ਇੱਕ ਐਸੀ ਕਾਰਵਾਈ ਸੀਗੀ ਜਿਹੜੀ ਥੋਪੀ ਗਈ ਸੰਤਾਂ ਤੇ ਬਲੂ ਸਟਾਰ ਦਾ ਮੁੱਢ ਵੱਜਾ।
ਜੀ ਸੰਤ ਉਹਦੇ ਬਿਲਕੁਲ ਖਿਲਾਫ ਸੀ, ਪਰ ਸੰਤਾਂ ਦੀ ਉਸ ਟਾਈਮ, ਹੁਣ ਸਾਨੂੰ ਲੋਕ ਸਵਾਲ ਕਰਦੇ ਆ ਵੀ ਜਦੋਂ ਸੰਤ ਖਿਲਾਫ ਸੀ ਤੇ ਸੰਤਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ, ਉਹਨਾਂ ਨੂੰ ਕੱਢਿਆ ਕਿਉਂ ਨਹੀਂ? ਹਾਂ ਹਾਂ ਕੱਢਿਆ ਤਾਂ ਨਹੀਂ ਕਿ ਉਹ ਬੰਦਿਆਂ ਨੇ ਕੁਝ ਬਹੁਤ ਵੱਡੇ ਐਕਸ਼ਨ ਵੀ ਕੀਤੇ ਹੋਏ ਸੀਗੇ। ਜੀ ਉਹਦੇ ਵਿੱਚ ਸੁਰਿੰਦਰ ਸੋਢੀ ਵੀ ਸੀਗੇ, ਉਹ ਲਾਭ ਸਿੰਘ ਸਿਪਾਹੀ ਵੀ ਸੀਗਾ ਜਿਹੜਾ ਬਾਅਦ ਚ ਆਪਣੇ ਆਪ ਨੂੰ ਜਨਰਲ ਕਹਾਉਂਦਾ ਸੀ, ਜੀ ਇਹ ਸਾਰੇ ਸੀ। ਹੂੰ ਪਰ ਉਸ ਦੇ ਲਈ ਇੱਕ ਇਹ ਹੋ ਗਿਆ ਕਿ ਜੇ ਸੰਤ ਉਹਨਾਂ ਨੂੰ ਉਸ ਟਾਈਮ ਅਕਾਲ ਤਖਤ ਤੋਂ ਦਰਬਾਰ ਸਾਹਿਬ ਚੋਂ ਕੱਢਦੇ ਸੀ ਤਾਂ ਫਿਰ ਉਹ ਮਾਰੇ ਜਾਂਦੇ ਸੀ, ਪੁਲਿਸ ਉਹਨਾਂ ਦੇ ਪਿੱਛੇ ਸੀਗੀ। ਹੂੰ ਸਾਰੇ ਉਹ ਮਤਲਬ ਕਈ ਕੇਸਾਂ ਦੇ ਵਿੱਚ ਚਾਹੀਦੇ ਸੀਗੇ। ਜੀ ਸੰਤ ਟਾਈਮ ਟਪਾ ਰਹੇ ਸੀ ਕਿ ਕਿਸੇ ਤਰੀਕੇ ਧਰਮੀ ਮੋਰਚਾ ਜਿੱਤਿਆ ਜਾਵੇ। ਜੀ ਉਸ ਤੋਂ ਬਾਅਦ ਜੋ ਅਗਲੀ ਕਾਰਵਾਈ ਹੋਏਗੀ ਕਰੇਗੀ। ਉਸ ਟਾਈਮ ਤੱਕ ਖਾਲਿਸਤਾਨ ਦੀ ਕੋਈ ਗੱਲ ਨਹੀਂ ਸੀ, ਮਤਲਬ ਉਹਨਾਂ ਨੇ ਮੌਕੇ ਨੂੰ ਸਾਂਭਿਆ, ਮੋਰਚੇ ਦੀ ਗੱਲ ਚੱਲ ਰਹੀ ਸੀ। ਮਤਲਬ ਮੌਕੇ ਨੂੰ ਉਹਨਾਂ ਨੇ ਸਾਂਭ ਲਿਆ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮੌਕੇ ਨੂੰ ਉਹਨਾਂ ਨੇ ਸਾਂਭਿਆ। ਜਿਸ ਦਿਨ ਸੁਰਿੰਦਰ ਸੋਢੀ ਦਾ ਕਤਲ ਹੁੰਦਾ ਉਸ ਦਿਨ ਵੀ ਹਾਲਾਤ ਇਹ ਬਣ ਗਏ ਸੀ ਕਿ ਸ਼ਾਇਦ ਉਸ ਦਿਨ ਇਹ ਭੜਕੇ ਹੋਏ ਕੁਝ ਮੁੰਡੇ ਅਕਾਲੀਆਂ ਨੂੰ ਮਾਰ ਦਿੰਦੇ, ਪਰ ਸੰਤਾਂ ਨੇ ਰੋਕਿਆ, ਅੱਗੇ ਹੋ ਕੇ ਬਾਹਾਂ ਕਰਕੇ ਖੜ ਕੇ ਰੋਕਿਆ ਕਿ ਆਪਾਂ ਪੰਥ ਦੀ ਪੱਗ ਨਹੀਂ, ਇਹਨਾਂ ਨੂੰ ਜਦੋਂ ਵੀ ਬਾਅਦ ਚ ਦੇਖ ਲਾਂਗੇ, ਪਹਿਲਾਂ ਧਰਮ ਯੁੱਧ ਮੋਰਚਾ ਜਿੱਤ ਲਈਏ ਜੋ ਲਾਇਆ ਹੋਇਆ, ਕੋਈ ਗੱਲ ਨਹੀਂ। ਜੇ ਸੁਰਿੰਦਰ ਸੋਢੀ ਦਾ ਕਤਲ ਹੋਇਆ ਤਾਂ ਉਹਦਾ ਬਦਲਾ ਲੈ ਲਾਂਗੇ ਜੀ। ਹਾਲਾਤ ਉਸ ਟਾਈਮ ਇਹ ਬਣ ਗਏ, ਏਜੰਸੀਆਂ ਨੇ ਬਣਾਏ ਕੁਝ ਕਮਲੇ ਜਿਹੜੇ ਸਾਡੇ ਵਿੱਚ ਸੀਗੇ, ਛੋਟੀ ਸੋਚ ਦੇ ਮਾਲਕ ਜਿਨ੍ਹਾਂ ਦਾ ਕੋਈ ਵਿਜ਼ਨ ਨਹੀਂ ਹੁੰਦਾ, ਜਿਹੜੇ ਕੇਵਲ ਇੱਕ ਗੋਲੀ ਨਾਲ ਹੀ ਗੱਲ ਕਰਦੇ ਆ ਜੀ। ਅਕਾਲੀਆਂ ਦਾ ਤੇ ਸੰਤਾਂ ਦਾ ਆਪਸ ਵਿੱਚ ਉਹਨਾਂ ਨੇ ਵੈਰ ਪਵਾਤਾ। ਫੈਡਰੇਸ਼ਨ ਤੇ ਟਕਸਾਲ ਇੱਕ ਪਾਸੇ ਸੀ, ਬੱਬਰ ਤੇ ਅਕਾਲੀ ਇੱਕ ਪਾਸੇ ਹੋ ਗਏ। ਸਾਡੀ ਆਪਸ ਚ ਇੰਨੀ ਦੁਸ਼ਮਣੀ ਹੋ ਗਈ ਸੀ ਕਿ ਕਿਸੇ ਟਾਈਮ ਵੀ ਉੱਥੇ ਗੋਲੀ ਚੱਲ ਸਕਦੀ ਸੀ। ਜੇ ਕਿਤੇ ਗੋਲੀ ਬਲੂ ਸਟਾਰ ਤੋਂ ਪਹਿਲਾਂ ਚੱਲ ਜਾਂਦੀ ਤਾਂ ਬਲੂ ਸਟਾਰ ਦੀ ਲੋੜ ਹੀ ਨਹੀਂ ਸੀ ਪੈਣੀ, ਆਪਸ ਵਿੱਚ ਜੀ ਖਤਮ ਹੋ ਜਾਣਾ ਸੀ। ਜੀ ਜੀ। ਪਰ ਉਹ ਸੰਤ ਰੋਕੀ ਗਏ ਔਰ ਮਾਹੌਲ ਏਦਾਂ ਦਾ ਬਣਦਾ ਗਿਆ ਕਿ ਅਟੈਕ ਹੋ ਗਿਆ। ਅਸੀਂ 84 ਦੀ ਜੰਗ ਜੋ ਮੈਂ ਕਾਰਨ ਮੰਨਦਾ ਅਸੀਂ ਹਾਰੇ ਆ, ਸਿਰਫ ਸਾਡੀ ਆਪਸੀ ਦੁਸ਼ਮਣੀ ਜੀ। ਅਸੀਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਦੁਸ਼ਮਣ ਬਣਾ ਲਿਆ ਬਜਾਏ ਦਿੱਲੀ ਦੇ ਜੀ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਵੀ ਇਹ ਮਜਬੂਰੀ ਹੋ ਗਈ ਕਿ ਜਦੋਂ ਦੇਖੋ ਜਿੰਨੇ ਵੀ ਗਿਣਤੀ ਦੇ ਖਾੜਕੂ ਸੀ ਕਿ ਉਸ ਟਾਈਮ ਜਿਹੜੇ ਹਥਿਆਰਬੰਦ ਸੀਗੇ, ਜੋ ਸੰਤਾਂ ਦੇ ਹੁਕਮ ਨਾਲ ਕਿਤੇ ਕੋਈ ਜਿਹੜੇ ਟਾਰਗੇਟ ਤੇ ਹੁੰਦਾ ਸੀ ਉਹ ਐਕਸ਼ਨ ਲੈਣਾ ਹੁੰਦਾ ਸੀ, ਬਾਕੀ ਆਪਣੀ ਮਨਮਰਜ਼ੀ ਨਾਲ ਕੀਤਾ। ਇਹਨਾਂ ਨੇ ਫਰੋਤੀਆਂ ਵੀ ਲਈਆਂ, ਬਹੁਤ ਕੁਛ ਕੀਤੇ ਗਲਤ ਕੰਮ, ਪਰ ਉਹ ਫਿਰ ਉਹ ਆਪ ਮੁਹਾਰੇ ਹੋ ਜਾਂਦੇ ਸੀ ਜੀ। ਤੇ ਉਸ ਟਾਈਮ ਇਹ ਸੀਗਾ ਕਿ ਅਕਾਲੀ ਬਿਲਕੁਲ ਸੇਫ ਨਹੀਂ ਸੀਗੇ। ਮੈਨੂੰ ਯਾਦ ਹੈ ਦਸੰਬਰ 1983 ਚ ਉੱਥੇ ਕੈਂਪ ਸੀ 6 ਦਿਨ ਦਾ ਫੈਡਰੇਸ਼ਨ ਦਾ, ਅਸੀਂ ਉੱਥੇ ਸੀਗੇ ਜੀ। ਤੇ ਅਸੀਂ ਕੁਝ ਬੰਦੇ ਖਾਲਸਾ ਜੀ ਤੇ ਅਸੀਂ ਕਹਿੰਦੇ ਵੀ ਚਲੋ ਲੱਪਾ ਲੌਂਗੋਵਾਲ ਨੂੰ ਮਿਲੀਏ। ਉਸ ਟਾਈਮ ਸੀਆਰਪੀ ਲੱਗ ਚੁੱਕੀ ਸੀ, ਮਾਹੌਲ ਬੜਾ ਖਰਾਬ ਸੀ ਕਿ ਅਟੈਕ ਹੋਏਗਾ ਕਿਸੇ ਟਾਈਮ ਵੀ ਦਰਬਾਰ ਸਾਹਿਬ ਅੰਦਰ, ਪੁਲਿਸ ਸੀਆਰਪੀ ਵੜੇਗੀ। ਉਦੋਂ ਫੌਜ ਦੀ ਗੱਲ ਨਹੀਂ ਸੀ ਜੀ। ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਗੁਰੂ ਨਾਨਕ ਨਿਵਾਸ ਦੇ ਉੱਪਰ ਧੁੱਪ 'ਚ ਬੈਠੇ ਸੀਗੇ, ਚੌਕੜਾ ਮਾਰ ਕੇ ਦਰੀ ਵਿਛਾ ਕੇ ਇਕੱਲੇ ਹੀ। ਇੱਕ ਪੌੜੀਆਂ 'ਚ ਉਹਨਾਂ ਦਾ ਸੇਵਾਦਾਰ ਖੜਾ ਸੀਗਾ ਤੇ ਅਸੀਂ 6-7 ਜਣੇ ਗਏ ਉੱਪਰ ਤੇ ਜਾ ਕੇ ਲੌਂਗੋਵਾਲ ਕੋਲ ਬੈਠ ਗਏ। ਉਹਨਾਂ ਨੂੰ ਪੁੱਛਿਆ, ਦੱਸਿਆ ਵੀ ਇਹ ਕੀ ਹਾਲਾਤ ਬਣ ਗਏ ਨੇ, ਤੁਸੀਂ ਕੀ ਸੋਚਦੇ ਹੋ ਵੀ ਇਹ ਕੰਟਰੋਲ ਕਿਵੇਂ ਕੀਤਾ ਜਾਵੇ, ਜਾਂ ਪੁਲਿਸ ਅੰਦਰ ਵੜੇਗੀ ਤੇ ਸੰਤਾਂ ਨੂੰ ਅਰੈਸਟ ਕਰਨਗੇ ਜਾਂ ਮਾਰਨਗੇ। ਤਾਂ ਲੌਂਗੋਵਾਲ ਕਹਿੰਦਾ ਜੀ ਸਾਨੂੰ ਤਾਂ ਇਸ ਟਾਈਮ ਕਿਸੇ ਟਾਈਮ ਵੀ ਮਾਰ ਸਕਦੇ ਨੇ, ਮੈਂ ਆ ਬੈਠਾ ਵਾਂ, ਇਹ ਅਜੇ ਪੁਲਿਸ ਆਏਗੀ ਨਹੀਂ ਆਏਗੀ ਉਹ ਤਾਂ ਬਾਅਦ ਦੀਆਂ ਗੱਲਾਂ ਨੇ, ਸਾਨੂੰ ਆਪਣਾ ਨਹੀਂ ਪਤਾ ਵੀ ਅਸੀਂ ਕਿਸ ਟਾਈਮ ਸਾਨੂੰ ਇਹਨਾਂ ਨੇ ਮਾਰ ਦੇਣਾ। ਇਹ ਸੋਚ ਉਸ ਟਾਈਮ ਬਣ ਚੁੱਕੀ ਸੀ ਜੀ। ਜਦੋਂ ਕਿ ਸੰਤਾਂ ਨੂੰ ਅਕਾਲ ਤਖਤ ਸਾਹਿਬ ਤੇ ਭੇਜਣ ਵਾਲੇ ਲੌਂਗੋਵਾਲ ਹੈ, ਟੌੜਾ ਸਾਹਿਬ ਹੈ, ਇਹ ਜਨਰਲ ਸ਼ਵੇਕ ਸਿੰਘ ਦੇ ਕਹੇ ਤੇ ਕਿ ਗੁਰੂ ਨਾਨਕ ਨਿਵਾਸ ਤੇ ਸੰਤ ਸੇਫ ਨਹੀਂ ਹੈਗੇ, ਇੱਥੋਂ ਆਰਮੀ ਕਦੇ ਵੀ ਚੱਕ ਸਕਦੀ ਹੈ ਜੀ। ਵਿਰਕ ਸਾਹਿਬ, ਮੈਨੂੰ ਲੱਗਦਾ ਕਿ ਥੋੜਾ ਜਿਹਾ ਆਪਾਂ, ਕਿਉਂਕਿ ਮੈਨੂੰ ਲੱਗਦਾ ਬਹੁਤ ਸਾਰੇ ਸੱਜਣ ਜ਼ਰੂਰ ਆਹੀ ਚਾਹੁੰਦੇ ਹੋਣਗੇ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦਾ, ਕਿਉਂਕਿ ਕੰਪੈਰੀਜ਼ਨ ਤੁਸੀਂ ਜ਼ਰੂਰ ਕਰੋ, ਮੈਨੂੰ ਲੱਗਦਾ ਕਿ ਜ਼ਰੂਰ ਕਰਨਾ ਚਾਹੀਦਾ ਆ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਤੁਹਾਨੂੰ ਲੱਗਦਾ ਕਿ ਹੁਣ ਤੱਕ ਕੋਈ ਗਲਤੀ ਕੀਤੀ ਹੈ ਜਦੋਂ ਤੋਂ ਉਹ ਪੰਜਾਬ ਦੀ ਧਰਤੀ ਦੇ ਉੱਪਰ ਆਏ ਹੈਗੇ ਆ? ਜੋ ਕੁਝ ਵੀ ਉਹਨਾਂ ਨੇ ਕੀਤਾ ਹੁਣ ਤੱਕ, ਜਿੰਨੀਆਂ ਵੀ ਸਪੀਚਾਂ ਦਿੱਤੀਆਂ ਜਾਂ ਜੋ ਕੁਝ ਵੀ ਉਹ ਕਰ ਰਹੇ ਨੇ, ਨੌਜਵਾਨਾਂ ਨੂੰ ਉਹ ਸਪੀਚਸ ਵੀ ਦਿੰਦੇ ਹੈਗੇ ਆ, ਨੌਜਵਾਨਾਂ ਨੂੰ ਉਹ ਭਾਸ਼ਣ ਵੀ ਦਿੰਦੇ ਹੈਗੇ ਆ, ਸਟੇਟਮੈਂਟਸ ਵੀ ਦਿੰਦੇ ਆ, ਇੰਟਰਵਿਊਜ਼ ਵੀ ਦਿੰਦੇ ਆ, ਉਹਨਾਂ ਦੇ ਕੰਮ ਕਰਨ ਖਾਲਸਾ ਵੀ ਹੀਰ ਕੱਢੀ ਜਾ ਰਹੀ ਹੈਗੀ ਆ। ਤੁਹਾਨੂੰ ਇੱਦਾਂ ਤਾਂ ਨਹੀਂ ਕੁਝ ਲੱਗਦਾ ਵੀ ਕਿਤੇ ਕੋਈ ਕਮੀ ਪੇਸ਼ੀ ਰਹਿ ਗਈ ਜਾਂ ਕਿਤੇ ਕੋਈ ਉਹਨਾਂ ਦੇ ਕੋਲੋਂ ਕੋਈ ਗਲਤੀ ਹੁਣ ਤੱਕ ਹੋ ਗਈ ਹੋਵੇ? ਦੇਖੋ, ਜਿਹੜਾ ਉਹਨਾਂ ਦਾ ਅੰਮ੍ਰਿਤ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਹੈ ਜਾਂ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਇੱਧਰ ਲਿਆਉਣ ਦਾ ਯਤਨ ਕੀਤਾ ਜਾ ਰਿਹਾ, ਬਹੁਤ ਸ਼ਲਾਘਾਯੋਗ ਹੈ ਜੀ। ਪਰ ਗੱਲ ਜੋ ਮੇਨ ਮਕਸਦ ਹੈ ਉਹ ਹੈਗਾ ਆਜ਼ਾਦੀ ਜੀ।
ਜੋ ਉਹਨਾਂ ਨੇ ਪਹਿਲੇ ਦਿਨ ਕੀਤੀ ਹੈ। ਅਸੀਂ ਉਸ ਆਜ਼ਾਦੀ ਦੇ ਸ਼ਬਦ ਨਾਲ ਜੁੜੇ ਹੋਏ ਹਾਂ ਜੀ। ਪਰ ਉਹ ਜਿਹੜਾ ਅੰਮ੍ਰਿਤ ਛਕਾਉਣਾ ਹੈ, ਹਾਂਜੀ ਜਾਂ ਇਹ ਕਰਨਾ ਹੈ, ਪ੍ਰਚਾਰ ਕਰਨਾ ਹੈ, ਤਾਂ ਇੱਥੇ ਸੈਂਕੜੇ ਸੰਤ ਹੈ ਪੰਜਾਬ ਦੇ ਵਿੱਚ। ਜੇ ਕਿਤੇ ਤੁਸੀਂ ਪੁੱਛੋਗੇ ਤੇ ਢੱਡਰੀਆਂ ਵਾਲਾ ਭਾਈ ਰਣਜੀਤ ਸਿੰਘ ਕਹਿੰਦਾ ਮੈਂ 4 ਲੱਖ ਪ੍ਰਾਣੀ ਨੂੰ ਅੰਮ੍ਰਿਤ ਛਕਾ ਚੁੱਕਿਆ। ਜੀ। ਇਸੇ ਤਰ੍ਹਾਂ ਰਾੜਾ ਸਾਹਿਬ ਵਾਲੇ, ਨਾਨਕਸਰ ਵਾਲੇ, ਮਸਤੂਆਣੇ ਵਾਲੇ, ਪਤਾ ਨਹੀਂ ਕਿੰਨੇ ਕੁ ਸੰਤ ਹੈ ਜਿਹੜੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਚੁੱਕੇ ਆ। ਪਰ ਉਹਦੇ ਵਿੱਚ ਕਿੱਥੇ ਫਰਕ ਜੀ, ਉਹਦੇ ਵਿੱਚ ਇੱਕ ਫਰਕ ਵੀ ਆ ਨਾ ਵੀ ਜਿਹੜੇ ਉਹ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਕਿੰਨੇ ਸਾਧ ਸੰਤ ਹੈਗੇ ਵੀ ਉਹ ਵੀ ਅੰਮ੍ਰਿਤ ਸੰਚਾਰ ਕਰਵਾਉਂਦੇ ਆ, ਉਹ ਅੰਮ੍ਰਿਤ ਸੰਚਾਰ ਕਰਵਾ ਕੇ ਨੌਜਵਾਨਾਂ ਨੂੰ ਜਾਂ ਪਰਿਵਾਰਾਂ ਨੂੰ ਕਿੱਥੇ ਖੜਦੇ ਹੈਗੇ ਆ, ਆਪਣੇ ਪੈਰਾਂ 'ਚ ਬਹਾਉਂਦੇ ਜਾ ਕੇ ਨਾ ਜੀ। ਇੱਕ ਇਹ ਗੱਲ ਹੈ। ਔਰ ਦੂਜੇ ਪਾਸੇ ਜਿਹੜਾ ਅੰਮ੍ਰਿਤ ਛਕਾ ਕੇ ਸਿੰਘ ਸਜਾਉਣਾ ਹੈ ਜੀ, ਇਹ ਦੂਸਰੇ ਨੰਬਰ ਤੇ ਗੱਲ ਆ ਰਹੀ ਹੈ। ਜਿੱਦਾਂ ਹੁਣ ਗੱਲ ਆਜ਼ਾਦੀ ਦੀ ਹੈ, ਪਰ ਆਜ਼ਾਦੀ ਵਾਸਤੇ ਤੁਹਾਨੂੰ ਜੋ ਇਹਨਾਂ ਨੇ ਗੱਲ ਕੀਤੀ ਹੈ ਨਾ ਭਾਈ ਅਮਰਤਪਾਲ ਸਿੰਘ ਨੇ, ਇਹ ਉਸ ਤੋਂ ਛਿੜਕ ਰਹੇ ਹੈ ਜੋ ਇਸ ਟਾਈਮ ਮੈਨੂੰ ਦੁੱਖ ਹੋ ਰਿਹਾ ਨਹੀਂ। ਪਰ ਆਜ਼ਾਦੀ ਵਾਸਤੇ ਦੇਖੋ, ਆਜ਼ਾਦੀ ਦੇ ਪਰਵਾਨੇ ਵੀ ਤਾਂ ਤੁਹਾਨੂੰ ਚਾਹੀਦੇ ਆ ਨਾ। ਔਰ ਆਜ਼ਾਦੀ ਦੇ ਪਰਵਾਨੇ ਉਦਾਂ ਦੇ ਅੰਮ੍ਰਿਤਧਾਰੀ ਸਿੰਘ ਜਿਹੜੇ ਕਿਸੇ ਬਾਬੇ ਦੇ ਪੈਰਾਂ ਦੇ ਵਿੱਚ ਨਾ ਜਾ ਕੇ ਪੈਣ, ਜਿਹੜੇ ਵਾਕਈ ਗੁਰੂ ਨੂੰ ਆਪਣਾ ਸਿਰ ਭੇਟ ਕਰਨ ਵਾਲੇ ਹੋਣ, ਇਹ ਵੀ ਤਾਂ ਹੈ ਨਾ। ਦੇਖੋ ਇਹ ਇੱਕ ਗੱਲ ਨੋਟ ਕਰ ਲਓ, ਇਹ ਵੀ ਕਰ ਲੈਣ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਵੇਲੇ ਜੋ ਫੈਡਰੇਸ਼ਨ ਕਾਲਜਾਂ, ਸਕੂਲਾਂ, ਪਿੰਡਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ PSU ਤੇ SFI ਕਾਮਰੇਡਾਂ ਦੀਆਂ ਜਥੇਬੰਦੀਆਂ ਦਾ ਜ਼ੋਰ ਹੁੰਦਾ ਸੀ, ਖਤਮ ਹੋ ਗਈਆਂ ਸੀ ਜੀ। ਲੱਖਾਂ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੀ। ਇੱਕ ਦਿਨ ਚ 18 ਹਜ਼ਾਰ ਪ੍ਰਾਣੀ ਨੇ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਛਕਿਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਅਗਵਾਈ ਚ। ਹਾਂਜੀ। ਜਦੋਂ ਜੰਗ ਮੈਦਾਨ ਭਖਿਆ ਤਾਂ ਫਿਰ ਗਿਣਤੀ ਦੇ ਸਿੰਘ ਸੀ, ਨਹੀਂ ਖੜਦੇ ਹੁੰਦੇ। ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਇੰਨੀ ਫੌਜ ਤੇ ਆਈ, ਫੌਜ ਨਹੀਂ ਤਿਆਰ ਹੋ ਰਹੀ। ਇਹ ਬਹੁਤ ਚੰਗਾ ਕੰਮ ਹੈ ਕਿ ਅੰਮ੍ਰਿਤ ਛਕਾ ਕੇ ਨਸ਼ਿਆਂ ਤੋਂ ਮੋੜ ਕੇ ਸਿੱਖੀ ਨਾਲ ਜੋੜ ਰਹੇ ਆ। ਪਰ ਇਹ ਖੜਨਗੇ ਕਿ ਨਹੀਂ ਖੜਨਗੇ, ਉਹਦੇ ਲਈ ਮੈਂ ਤੁਹਾਨੂੰ ਦੱਸਦਾ ਕਿ ਕੀ ਹੋਇਆ। ਜਦੋਂ ਕਿਸਾਨ ਐਜੀਟੇਸ਼ਨ ਚ ਵਾਰਸ ਜਥੇਬੰਦੀ ਪੰਜਾਬ ਜਿੱਥੋਂ ਨਿਕਲੀ ਹੈ ਜੀ, ਇੱਕ ਲਕਸ਼ਮਣ ਰੇਖਾ ਦੀ ਮੈਂ ਗੱਲ ਕੀਤੀ, ਲਕਸ਼ਮਣ ਰੇਖਾ ਦੇ ਅੰਡਰ ਅਕਾਲ ਇਹਨਾਂ ਨੂੰ ਲਾਲ ਕਿਲੇ ਤੱਕ ਜਾਣ ਦਿੱਤਾ ਗਿਆ ਜੀ। ਉਹ ਸਰਕਾਰ ਦੀ ਇੱਕ ਲਕਸ਼ਮਣ ਰੇਖਾ ਸੀ ਵੀ ਤੁਸੀਂ ਇਹਨੂੰ ਕ੍ਰਾਸ ਨਹੀਂ ਕਰਨਾ, ਤੁਸੀਂ ਚੱਲੀ ਚਲੋ, ਆਪੇ ਰਾਹ ਦੱਸਦੀ ਗਈ ਪੁਲਿਸ ਵੀ ਇੱਧਰ ਨੂੰ ਜਾਓ, ਇੱਥੋਂ ਲੰਘੋ, ਲਾਲ ਕਿਲੇ ਤੱਕ ਲੈ ਗਏ। ਇਹਨਾਂ ਨੇ ਉੱਥੇ ਜੋ ਕੀਤਾ, ਟਰੈਕਟਰ ਵੀ ਪੁਲਿਸ ਮਗਰ ਭਜਾਈ ਫਿਰੇ, ਤੁਹਾਨੂੰ ਪਤਾ, ਕਿਰਪਾਨਾਂ ਕੱਢ ਕੇ ਵੀ ਉਹਨਾਂ ਦੇ ਪਿੱਛੇ ਤੇ 300 ਪੁਲਿਸ ਮੁਲਾਜ਼ਮ ਫੱਟੜ ਹੋਇਆ। ਉਹ ਖਾਈ 'ਚ ਛਾਲਾ ਮਾਰ ਕੇ ਉਹਨਾਂ ਨੇ ਆਪਣੀ ਜਾਨ ਵੀ ਬਚਾਈ, ਪਰ ਅੱਗੋਂ ਹੱਥ ਨਹੀਂ ਚੱਕਿਆ। ਉਹ ਸਰਕਾਰ ਦੀਆਂ ਹਦਾਇਤਾਂ ਸੀ ਕਿ ਇਹਨਾਂ ਨੂੰ ਲਾਲ ਕਿਲੇ ਤੱਕ ਜਾਣ ਦੇਣਾ, ਤੁਸੀਂ ਕੋਈ ਰੁਕਾਵਟ ਖੜੀ ਨਹੀਂ ਕਰਨੀ, ਕੋਈ ਲਾਠੀ ਚਾਰਜ ਨਹੀਂ ਕਰਨਾ, ਗੋਲੀ ਨਹੀਂ ਚਲਾਉਣੀ। ਜਦੋਂ ਇਹ ਲਕਸ਼ਮਣ ਰੇਖਾ ਕ੍ਰਾਸ ਕੀਤੀ ਹੈ, ਅਕਾਲ ਤਖਤ ਲਾਲ ਕਿਲੇ ਦੇ ਉੱਪਰ ਜਾ ਚੜੇ ਆ ਤੇ ਨਿਸ਼ਾਨ ਲਾਤਾ ਹੈ, ਤਾਂ ਉਸ ਤੋਂ ਬਾਅਦ ਫਿਰ ਜਿਹੜੀਆਂ ਪਤੀੜਾਂ ਪਈਆਂ ਉਹ ਵੀ ਦੇਖੋ ਨਾ। ਫਿਰ ਉੱਥੇ ਕੌਣ ਖੜਿਆ? ਕੋਈ ਵੀ ਨਹੀਂ। ਜਿਹੜੇ ਉੱਥੇ ਕਾਬੂ ਆ ਗਏ, ਜੋ ਉਹਨਾਂ ਦਾ ਹਾਲ ਹੋਇਆ, ਜਿਹੜੇ ਬੰਦੇ ਬਾਅਦ ਚ ਕੁਝ ਅਰੈਸਟ ਕੀਤੇ, 200 ਬੰਦਿਆਂ ਦਾ ਕੇਸ ਪਾਇਆ, ਅੱਜ ਕੀ ਉਹਨਾਂ ਬੰਦਿਆਂ ਦੇ ਵਿੱਚੋਂ ਕੋਈ ਬੰਦਾ ਖੜਿਆ? ਇਹ ਨਹੀਂ ਖੜਦੇ ਹੁੰਦੇ। ਸਾਨੂੰ ਪਤਾ, ਅਸੀਂ ਦੇਖਿਆ ਅੱਖਾਂ ਸਾਹਮਣੇ, ਜਿਹੜੇ ਬੜੇ ਬੜੇ ਸਾਨ ਆਪਣੇ ਆਪ ਨੂੰ ਕਹਿੰਦੇ ਸੀ ਨਾ, ਉਹ ਵੀ ਮੈਂ CIA ਸਟਾਫਾਂ ਚ, ਜੇਲ੍ਹਾਂ ਚ ਰੋਂਦੇ ਵੇਖਿਆ ਕਿ ਸਾਨੂੰ ਗੋਲੀ ਮਾਰ ਦਿਓ ਜਾਂ ਸਾਨੂੰ ਬਚਾ ਲਓ, ਛੱਡ ਦਿਓ, ਜੋ ਕਹੋਗੇ ਅਸੀਂ ਕਰਾਂਗੇ। ਉਹ ਫਿਰ ਕੈਟ ਬਣਦੇ ਆ ਜੀ ਜੀ। ਇਹ ਜਿਹੜੀ ਪੁਲਿਸ ਹੈ, ਇੱਕ ਭਾਈ ਅਮਰਤਪਾਲ ਜੀ ਨੇ ਇੱਕ ਗੱਲ ਕਹੀ ਸੀ ਕਿ ਮੈਂ ਸੀਸ ਤੇ ਭੇਟ ਕਰਾਂਗਾ, ਮੈਂ ਮੌਤ ਦੇ ਭੈ ਤੋਂ ਰਹਿਤ ਹੋ ਗਿਆ। ਬਹੁਤ ਅੱਛੀ ਗੱਲ ਹੈ। ਇਹ ਸੀਸ ਭੇਟ ਕਰਨਾ, ਸ਼ਹਾਦਤ ਦੇਣਾ, ਇਹ ਇੱਕ ਅਲੱਗ ਗੱਲ ਹੈ। ਪਰ ਸਾਡੀ ਜਿਹੜੀ ਲੜਾਈ ਹੈ ਚਾਣਕੀਆ ਨਾਲ ਹੈ। ਮੈਂ ਦੱਸ ਦੇਣਾ ਚਾਹੁੰਦਾ ਕਿ ਚਾਣਕੀਆ ਜੋ ਅਸੀਂ ਹੰਡਾਇਆ ਜੀ, ਇਹ ਗੋਲੀ ਨਹੀਂ ਮਾਰਦੇ, ਇਹ ਸੀਸ ਨਹੀਂ ਲੈਂਦੇ, ਇਹ ਤੋੜਦੇ ਆ। ਅਸੀਂ ਦੇਖੇ ਆ ਟੁੱਟਦੇ, ਵੱਡੇ ਵੱਡੇ ਜਰਨੈਲ ਟੁੱਟਦੇ ਦੇਖੇ ਆ। ਇਹ ਉਹ ਲਕਸ਼ਮਣ ਰੇਖਾ ਦੇ ਅੰਦਰ ਜਦੋਂ ਬੰਦਾ ਕਬੂਲ ਕਰ ਲੈਂਦਾ ਨਾ, ਫਿਰ ਉਹਨੂੰ ਛੱਡਦੇ ਆ, ਫਿਰ ਉਤੋਂ ਕੰਮ ਲੈਂਦੇ ਆ, ਉਹਨੂੰ ਸਹੂਲਤਾਂ ਵੀ ਦਿੰਦੇ ਆ, ਉਹਨੂੰ ਪੋਲਿਟਿਕਸ ਦੇ ਵਿੱਚ ਵੀ ਅਹੁਦੇ ਦੇ ਦਿੰਦੇ ਆ। ਪਰ ਉਹ ਕੰਮ ਸਿਰਫ ਉਹ ਲਕਸ਼ਮਣ ਰੇਖਾ ਦੇ ਅੰਡਰ ਹੀ ਕਰਦਾ, ਜਿਵੇਂ ਸਾਡੀਆਂ ਕਾਫੀ ਜਥੇਬੰਦੀਆਂ ਦੇ ਬੰਦੇ ਕਰ ਰਹੇ ਆ। ਤੇ ਅਮਰਤਪਾਲ ਸਿੰਘ ਹੋਰੀ ਰੇਖਾ ਦੇ ਅੰਦਰ ਨੇ, ਪਰ ਉਹ ਟੁੱਟੇ ਹੋਏ ਲੋਕ ਨੇ ਜਿਹੜੇ ਈਨ ਮੰਨ ਗਏ ਸੀ। ਜਿਹੜੇ ਨਹੀਂ ਟੁੱਟੇ, ਉਹ 25 30 ਸਾਲ ਤੋਂ ਜੇਲ੍ਹਾਂ ਦੇ ਅੰਦਰ ਬੈਠੇ ਆ, ਜਾਂ ਉਹ ਮਾਰ ਦਿੱਤੇ ਗਏ ਸੀ ਫੇਕ ਐਨਕਾਊਂਟਰਾਂ 'ਚ, ਜਾਂ ਉਹ ਵਿਦੇਸ਼ਾਂ 'ਚ ਦੌੜ ਗਏ ਜੀ। ਉਹ ਬੰਦੇ ਨਹੀਂ ਟੁੱਟੇ। ਜਿਹੜੇ ਟੁੱਟ ਗਏ ਉਹ ਕੁਝ ਸਾਲਾਂ 'ਚ ਹੀ ਬਾਹਰ ਆ ਗਏ। ਹੈਰਾਨੀ ਦੀ ਗੱਲ ਹੋਏਗੀ, ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਇੰਦਰਾ ਗਾਂਧੀ ਕਤਲ ਕੇਸ ਦੇ ਵਿੱਚ 120 ਵਿੱਚ ਸੀਗੇ, ਜਿਹੜੇ ਜੈਪਾਲ ਭੁੱਲਰ ਦੇ ਨਾਲ ਤੇ ਭਾਈ ਦਇਆ ਸਿੰਘ ਲਾਹੌਰੀਆ ਦੇ ਨਾਲ ਮੁਕੱਦਮੇਵਾਰ ਸੀਗੇ, ਉਹ ਸਾਲਾਂ 'ਚ ਹੀ ਬਾਹਰ ਆ ਗਏ ਤੇ ਸ਼ਾਲੀਸ਼ਾਨ ਫਾਰਮ ਹਾਊਸ ਕੋਠੀਆਂ ਬਣਾ ਕੇ ਉਹ ਬੈਠੇ ਆ। ਪਰ ਗੱਲ ਅੱਜ ਵੀ ਉਹ ਖਾਲਿਸਤਾਨ ਦੀ ਕਰਦੇ ਆ, ਆਜ਼ਾਦੀ ਦੀ ਕਰਦੇ ਆ, ਜਥੇਬੰਦੀਆਂ ਬਣਾਈ ਬੈਠੇ ਆ। ਪਰ ਇੱਕ ਲਕਸ਼ਮਣ ਰੇਖਾ ਦੇ ਅੰਡਰ ਜੋ ਸਰਕਾਰ ਨੇ ਇੱਕ ਲਕਸ਼ਮਣ ਰੇਖਾ ਉਹਨਾਂ ਲਈ ਬਣਾਈ ਹੈ ਵੀ ਤੁਸੀਂ ਏਦਾਂ ਕਰੀ ਜਾਣਾ,
ਇਸ ਤੋਂ ਬਾਅਦ ਤੁਸੀਂ ਨਹੀਂ ਨਿਕਲਣਾ। ਜੀ ਚਲੋ ਉਹ ਤਾਂ ਮੈਨੂੰ ਲੱਗਦਾ ਵਿਰਕ ਸਾਹਿਬ ਗੱਲ ਇਹ ਹੋ ਗਈ ਕਿ ਜਿੱਦਾਂ ਆਪਾਂ ਗੱਲ ਕਰਦੇ ਆ ਭਈ ਖੰਡੇ ਧਾਰ ਗਲੀ ਅੱਤ ਭੀੜੀ ਆ ਨਾ ਜੀ, ਉਹ ਤਾਂ ਇੱਕ ਉਹ ਗੱਲ ਹੋ ਗਈ ਨਾ ਜੀ। ਆਪਾਂ ਜਿੱਦਾਂ ਭਈ ਇਹ ਉਹ ਜਿਹੜੀ ਗਲੀ ਹੈਗੀ ਆ ਵੀ ਉਹਦੇ ਵਿੱਚੋਂ ਕੋਈ ਲੰਘਦਾ ਹੈ ਨਾ ਜੀ, ਉਹ ਤਾਂ ਇੱਕ ਉਹ ਗੱਲ ਹੋ ਗਈ। ਆਪਾਂ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿੱਦਾਂ ਤੁਸੀਂ ਵੀ ਆਖਿਆ ਕਿ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਆਪਾਂ ਆਜ਼ਾਦੀ ਨੂੰ ਪ੍ਰਮੁੱਖਤਾ ਵੀ ਆਪਾਂ ਜਿਹੜੇ ਹੋਰ ਸਾਡੇ ਘਰੇਲੂ ਮਸਲੇ ਹੈਗੇ ਆ ਉਹ ਆਪਾਂ ਬਾਅਦ ਵਿੱਚ ਵੀ ਨਜਿੱਠ ਸਕਦੇ ਆ, ਪਰ ਸਾਡਾ ਮੇਨ ਜਿਹੜਾ ਟਾਰਗੇਟ ਹੈਗਾ ਉਹ ਆਪਣੀ ਆਜ਼ਾਦੀ ਆ ਵੀ ਉਦੋਂ ਬਿਨਾਂ ਸਾਡੇ ਮਸਲਿਆਂ ਦਾ ਹੱਲ ਹੋਣ ਵਾਲਾ ਨਹੀਂ ਹੈ। ਇੱਕ ਗੱਲ ਉਹ ਉਹਨਾਂ ਨੇ ਆਖੀ ਸੀਗੀ, ਤੁਸੀਂ ਆਖਿਆ ਵੀ ਆਖੀ ਸੀ, ਪਰ ਲਫ਼ਜ਼ ਵਿੱਚ ਕਿਉਂ ਦਾ ਕੀ ਲੱਗਦਾ ਤੁਹਾਨੂੰ ਕਿ ਉਹ ਆਪਣੇ ਟਰੈਕ ਤੋਂ ਉਖੜ ਗਿਆ? ਇਦਾਂ ਮਹਿਸੂਸ ਹੁੰਦਾ ਤੁਹਾਨੂੰ? ਆਰਐਸਐਸ ਦਾ ਪਹਿਲਾ ਏਜੰਡਾ ਸੀ ਈਸਾਈਆਂ ਨੂੰ ਖਤਮ ਕਰਨਾ, ਈਸਾਈਆਂ ਦੇ ਖਿਲਾਫ ਜੀ ਬਹੁਤ ਉਹਨਾਂ ਨੇ ਸੰਘਰਸ਼ ਚੱਲਦਾ ਉਹਨਾਂ ਦਾ ਆਪਸ ਚ। ਉਹ ਉੱਥੇ ਅੰਮ੍ਰਿਤਪਾਲ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਪਾਲ ਬੜੀ ਆਸਾਨੀ ਨਾਲ ਫਿੱਟ ਹੋ ਗਿਆ, ਇਹਨੇ ਈਸਾ ਮਸੀਹ ਦੇ ਖਿਲਾਫ ਟਿੱਪਣੀ ਕਰਤੀ। ਜਿਹੜੇ ਪਾਸਟਰ ਸੀਗੇ, ਨਕਲੀ ਪਾਸਟਰ ਕਹਿ ਲਓ, ਦੂਜੇ ਕਹਿ ਲਓ, ਉਹਨਾਂ ਦੇ ਖਿਲਾਫ ਕੋਈ ਮਾੜਾ ਮੋਟਾ ਬੋਲ ਦਿੰਦੇ, ਵੈਸੇ ਬਿਲਕੁਲ ਬੋਲਣਾ ਬਣਦਾ ਨਹੀਂ ਸੀ। ਅਸੀਂ ਇਹ ਚੀਜ਼ਾਂ ਦੇ ਵਿੱਚ ਤਾਂ ਇਹਨਾਂ ਨੇ ਪਾਉਣਾ ਹੈ, ਸਰਕਾਰ ਨੇ ਪਹਿਲਾਂ ਵੀ ਪਾਇਆ, ਵੀ ਲੋਕਾਂ ਨੂੰ ਪਾਇਆ। ਵਿਰਕ ਸਾਹਿਬ ਫਿੱਟ ਤੁਹਾਨੂੰ ਕੀ ਲੱਗਦਾ, ਕਿਉਂਕਿ ਤੁਸੀਂ ਪਿਛਲਾ ਆਪਣਾ ਤਜਰਬਾ ਸਾਂਝਾ ਕੀਤਾ ਹੈਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸਮੇਂ ਵਾਲਾ, ਮੈਂ ਫਿੱਟ ਦਾ ਲਫ਼ਜ਼ ਤੁਹਾਡੇ ਕੋਲ ਸੁਣਨਾ ਚਾਹੁੰਦਾ। ਫਿੱਟ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦਾ ਕਹਿ ਕੇ ਫਿੱਟ ਕਰ ਦਿੰਦੀ ਹੈ, ਜਾਂ ਮਤਲਬ ਸਰਕਾਰ ਕੁਝ ਜਾਲ ਹੀ ਇਦਾਂ ਦਾ ਬੁਣਦੀ ਆ ਕਿ ਤੁਸੀਂ ਤੁਹਾਡੀ ਨੀਅਤ ਨਹੀਂ ਠੀਕ ਖਰਾਬ ਹੁੰਦੀ ਹੈ, ਤੁਸੀਂ ਬਿਲਕੁਲ ਸਹੀ ਹੁੰਦੇ ਹੋ, ਪਰ ਸਰਕਾਰ ਤਾਣਾ ਬਾਣਾ ਕੁਛ ਇਦਾਂ ਦਾ ਬੁਣ ਲੈਂਦੀ ਹੈ ਕਿ ਤੁਸੀਂ ਜਾਣੇ ਜਾਂ ਅਣਜਾਣੇ ਉਹਨਾਂ ਦੇ ਟਰੈਪ ਦੇ ਵਿੱਚ ਫਸ ਜਾਂਦੇ ਹੋ? ਇਦਾਂ ਲੱਗਦਾ ਤੁਹਾਨੂੰ? ਸਰਕਾਰ ਜਿਹੜੀ ਏਜੰਸੀਆਂ ਦੇ ਬੰਦੇ ਨਾਲ ਫਿੱਟ ਕਰ ਦਿੰਦੀ ਹੈ। ਇਸ ਵੇਲੇ ਅੰਮ੍ਰਿਤਪਾਲ ਸਿੰਘ ਜੀ ਮਤ ਸੋਚਣ ਕਿ ਉਹਨਾਂ ਦੇ ਨਾਲ ਕੋਈ ਬੰਦਾ ਏਜੰਸੀਆਂ ਦੇ ਬੰਦੇ ਨਹੀਂ ਹੈਗੇ। ਉਹ ਜਿਹੜੇ ਆ ਉਹ ਫਿਰ ਆਪਣੀ ਗੱਲ ਉਸ ਨਾਲ ਕਰਦੇ ਆ। ਕੁਛ ਐਕਸ਼ਨ ਏਦਾਂ ਵੀ ਕਰਾ ਦਿੰਦੇ ਕਿ ਅਸੀਂ ਅੰਮ੍ਰਿਤਪਾਲ ਦੇ ਬੰਦੇ ਆ, ਜਿਵੇਂ ਜਲੰਧਰ ਉਹਨਾਂ ਨੇ ਕੀਤਾ ਕਿ ਅਸੀਂ ਅੰਮ੍ਰਿਤਪਾਲ ਦੇ ਬੰਦੇ ਆ। ਇੱਕ ਜਗ੍ਹਾ ਨਹੀਂ ਹੋਏਗਾ, ਹੁਣ ਕਈ ਜਗ੍ਹਾ ਹੋਏਗਾ। ਜਿਹੜੇ ਮਰਜ਼ੀ ਏਦਾਂ ਹੀ ਦਮਾਲੇ ਬੰਨ ਕੇ ਕਿਰਪਾਨਾਂ ਫੜ ਕੇ ਜਾ ਕੇ ਕਿਤੇ ਕੋਈ ਹੁੱਲੜਬਾਜ਼ੀ ਕਰ ਦੇਣਗੇ ਤੇ ਨਾਮ ਅੰਮ੍ਰਿਤਪਾਲ ਦੇ ਲੱਗੇਗਾ। ਏਦਾਂ ਹੀ ਸੰਤਾਂ ਦਾ ਲੱਗਦਾ ਹੁੰਦਾ ਸੀ। ਵਿਰਕ ਸਾਹਿਬ ਤੁਹਾਨੂੰ ਇਹ ਗੱਲਾਂ ਨੇ ਧਰਮ ਚ ਉਲਝਾਉਣ ਵਾਲੀਆਂ, ਜਾਂ ਇਹ ਜਿਹੜੀਆਂ ਰਹਿਤ ਮਰਿਆਦਾ ਵਾਲੀਆਂ, ਇਹ ਦੇਖੋ ਮੈਂ ਇਹਦੇ ਉੱਤੇ ਪਹਿਲਾਂ ਵੀ ਇੱਕ ਵਾਰੀ ਇੱਕ ਆਰਟੀਕਲ ਲਿਖਿਆ ਸੀ ਕਿ ਇਹ ਸਾਡਾ ਕੰਮ ਨਹੀਂ ਹੈ, ਖੜਕੂਆਂ ਦਾ ਕੰਮ ਨਹੀਂ, ਆਜ਼ਾਦੀ ਦੇ ਕੁਰਬਾਨੀਆਂ ਦਾ ਕੰਮ ਨਹੀਂ, ਇਹ ਸ਼੍ਰੋਮਣੀ ਕਮੇਟੀ ਦਾ ਕੰਮ ਹੈ, ਜਥੇਦਾਰ ਅਕਾਲ ਤਖਤ ਸਾਹਿਬ ਦਾ ਕੰਮ ਹੈ। ਇਹ ਅੰਮ੍ਰਿਤਪਾਲ ਨੂੰ ਇਹਨਾਂ ਗੱਲਾਂ 'ਚ ਬਿਲਕੁਲ ਆਉਣ ਦੀ ਲੋੜ ਨਹੀਂ ਸੀ, ਨਾ ਆਉਣਾ ਚਾਹੀਦਾ। ਅੱਜ ਵੀ ਇਹਨਾਂ ਨੂੰ ਕਿਨਾਰਾ ਕਰ ਲੈਣਾ ਚਾਹੀਦਾ। ਜੇ ਕਿਤੇ ਕੋਈ ਏਦਾਂ ਦੀ ਹਰਕਤ ਉਹਦੇ ਨਾਮ ਤੇ ਕੋਈ ਬੰਦੇ ਕਰਦੇ ਆ ਕਿ ਅਸੀਂ ਅੰਮ੍ਰਿਤਪਾਲ ਦੇ ਬੰਦੇ ਆ, ਤਾਂ ਅੰਮ੍ਰਿਤਪਾਲ ਨੂੰ ਖੰਡਨ ਕਰਨਾ ਚਾਹੀਦਾ। ਸਾਡਾ ਇਹ ਵਿਸ਼ਾ ਨਹੀਂ ਹੈ ਗੁਰਦੁਆਰਿਆਂ ਦੀ ਸਾਂਭ ਸੰਭਾਲ, ਰਹਿਤ ਮਰਿਆਦਾ ਲਾਗੂ ਕਰਾਉਣੀ ਜਾਂ ਦੂਜੇ ਕਰਾਉਣੇ, ਇਹ ਕੰਮ ਸ਼੍ਰੋਮਣੀ ਕਮੇਟੀ ਤੇ ਛੱਡ ਦੇਣ, ਅਕਾਲ ਤਖਤ ਸਾਹਿਬ ਤੇ ਛੱਡ ਦੇਣ। ਆਪਣੀ ਜਿਹੜੀ ਇੱਕ ਜਥੇਬੰਦੀ ਤਿਆਰ ਕਰ ਰਹੇ ਨੇ, ਇਹਨੂੰ ਕੇਵਲ ਆਜ਼ਾਦੀ ਦੀ ਇੱਕ ਮੂਵਮੈਂਟ, ਇੱਕ ਕੋਈ ਕੀ ਇਹਨਾਂ ਦੀ ਪਲੈਨਿੰਗ ਹੈ, ਕੀ ਸਟ੍ਰੈਟਜੀ ਹੈ, ਉਹ ਲੋਕਾਂ ਸਾਹਮਣੇ ਰੱਖਣ ਕਿ ਅਸੀਂ ਆਜ਼ਾਦੀ ਕਿਵੇਂ ਲੈਣੀ ਹੈ। ਅਸੀਂ ਸ਼ਾਂਤਮਈ ਪੀਸਫੁਲੀ ਆਪਣੀ ਆਜ਼ਾਦੀ ਦੀ ਇੱਕ ਲਹਿਰ ਚਲਾਉਣੀ ਹੈ, ਲਹਿਰ ਚੱਲਣੀ ਚਾਹੀਦੀ ਹੈ, ਪਰ ਸਿਮਰਨਜੀਤ ਸਿੰਘ ਮਾਨ ਨਹੀਂ ਚਲਾ ਸਕੇ ਜੀ। ਪਰ ਵਿਰਕ ਸਾਹਿਬ ਤੁਸੀਂ ਆਖਿਆ ਕਿ ਸਿਮਰਨ ਸਿੰਘ ਮਾਨ ਹੋਣੀ ਉਹ ਲਹਿਰ ਨਹੀਂ ਚਲਾ ਸਕੇ, ਪਰ ਉਹ ਕਹਿੰਦੇ ਕਿ ਅਸੀਂ ਲਗਾਤਾਰ ਆਪਣਾ ਜਿਹੜਾ ਉਹ ਆਜ਼ਾਦੀ ਵਾਲਾ ਦੀਵਾ ਮੰਗਾ ਕੇ ਰੱਖਿਆ ਹੋਇਆ। ਪਰ ਗੱਲ ਇਹ ਆ ਬਈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਲਕਸ਼ਮਣ ਰੇਖਾ ਦੇ ਅੰਦਰ ਉਹਨਾਂ ਦੀ ਇੱਕ ਲਕਸ਼ਮਣ ਰੇਖਾ ਸਰਕਾਰ ਨੇ ਤੈਅ ਕੀਤੀ ਹੋਈ ਹੈ, ਉਸ ਤੋਂ ਬਾਹਰ ਕਦੇ ਉਹਨਾਂ ਦਾ ਦੀਵਾ ਬਾਹਰ ਨਹੀਂ ਗਿਆ, ਨਾ ਜਾਵੇ। ਠੀਕ ਆ, ਤੁਸੀਂ ਦੇਖੋ ਹੁਣ ਇੱਕ ਸਿਮਰਨਜੀਤ ਸਿੰਘ ਮਾਨ ਨੇ ਜੋ ਇੱਕ ਬਹੁਤ ਵੱਡਾ ਇੱਕ ਮਜ਼ਾਕ ਬਣ ਗਿਆ ਸਿੱਖ ਕੌਮ ਲਈ, ਕਿ ਜਿਸ ਦਿਨ ਭਾਈ ਅਮਰਤਪਾਲ ਸਿੰਘ ਦੀ ਦਸਤਾਰਬੰਦੀ ਹੋਈ ਹੈ ਪਿੰਡ ਰੋਡੇ ਜੀ, ਤਾਂ ਉੱਥੇ ਸਿਮਰਨਜੀਤ ਸਿੰਘ ਮਾਨ ਨੇ ਸਟੇਜ ਤੇ ਐਲਾਨ ਕੀਤਾ, ਜਿਨ੍ਹਾਂ ਨੂੰ ਸਰਕਾਰ ਗੈਂਗਸਟਰ ਕਹਿੰਦੀ ਹੈ, ਕਦੇ ਭਰਾ ਮਾਰੂ ਜੰਗ ਦਾ ਨਾਮ ਦਿੱਤਾ ਸੀ, ਆਪਸ ਚ ਮਰ ਰਹੇ ਆ, ਤਾਂ ਉਹਨੇ ਕਿਹਾ ਸੀ ਵੀ ਤੁਸੀਂ ਇਹ ਰਾਹ ਛੱਡ ਕੇ ਸਾਡੇ ਨਾਲ ਆ ਜਾਓ ਜੀ, ਆਪਾਂ ਕੌਮ ਨੂੰ ਆਜ਼ਾਦ ਕਰਾਉਣ ਇਸ ਪਾਸੇ ਆਓ ਜੀ। ਤਾਂ ਉਹ ਤਾਂ ਆ ਗਏ। ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਦੀ ਅਪੀਲ ਸੁਣ ਕੇ ਉਹਨਾਂ ਨੇ ਤਾਂ ਗੁਰੂ ਮਹਾਰਾਜ ਦੀ ਬੇਅਦਬੀ ਦਾ ਬਦਲਾ ਲੈ ਲਿਆ। ਤੇ ਹੁਣ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਕੋਈ ਸਟੇਟਮੈਂਟ ਨਹੀਂ ਆਈ। ਉਹ ਹੁਣ ਛੱਡ ਕੇ ਪੰਜਾਬ ਜੰਮੂ ਵੱਲ ਭੱਜਣ ਦੀ ਗੱਲ ਕਰ ਰਿਹਾ ਕਿ ਮੈਂ ਕਸ਼ਮੀਰ ਤੋਂ ਇਲੈਕਸ਼ਨ ਲੜੂੰਗਾ, ਪੰਜਾਬ ਹੀ ਛੱਡਣ ਦੀ ਸੋਚ ਲਈ ਹੈ। ਇਹ ਜਿਹੜੀਆਂ ਗੱਲਾਂ ਨੇ, ਜਦੋਂ ਕੋਈ ਦੇਖੋ ਕੋਈ ਕੌਮ ਲਈ ਕੁਰਬਾਨੀ ਕਰਦਾ ਹੈ, ਗੁਰੂ ਦੀ ਖਿਦਮਤ ਦੇ ਵਿੱਚ ਕੋਈ ਕੁਰਬਾਨੀ ਕਰਦਾ ਹੈ, ਤਾਂ ਉਹਨਾਂ ਨੇ ਅਸੀਂ ਤਾਂ 15 ਸਾਲ ਤੋਂ ਉੱਥੇ ਧਰਨਾ ਲਾ ਕੇ ਬੈਠੇ ਰਹੇ, ਪਹਿਲਾਂ ਮੰਡ ਸਾਹਿਬ ਬੈਠੇ ਰਹੇ, ਹੁਣ ਫਿਰ ਕਾਹਨ ਸਿੰਘ ਵਾਲਾ ਤੇ ਹੋਰ ਬੈਠੇ ਆ, ਤੇ ਉਹਨਾਂ ਨੇ ਤਾਂ ਬਦਲਾ ਲੈ ਲਿਆ ਨਾ, ਜਾਂ ਉਦੋਂ ਨਾਭਾ ਜੇਲ੍ਹ ਚ ਸਿੰਘਾਂ ਨੇ ਬਦਲਾ ਲਿਆ। ਜਿਨ੍ਹਾਂ ਨੇ ਬਦਲਾ ਲਿਆ ਉਹਨਾਂ ਦਾ ਸਵਾਗਤ ਜਾਂ ਤਾਂ ਤੁਸੀਂ ਬੁਲਾਓ ਨਾ, ਜੇ ਬੁਲਾਇਆ ਤੇ ਫਿਰ ਮਾਨ ਸਾਹਿਬ ਨੂੰ ਸਵਾਗਤ ਕਰਨਾ ਚਾਹੀਦਾ ਸੀ। ਠੀਕ ਹੈ, ਉਹਨਾਂ ਨੂੰ ਆਪਣਾ ਸ਼ਾਮਲ ਕਰੋ ਨਾ ਫਿਰ ਜੰਗ ਚ ਜੀ। ਉਹ ਹੁਣ ਹੈਗੇ ਤਾਂ ਬੱਚੇ ਤਾਂ ਆਪਣੇ ਹੀ ਹੈ, ਜੇ ਉਹ ਗੁੰਮਰਾਹ ਹੋਏ ਸੀ, ਤੁਸੀਂ ਕਿਹਾ ਵੀ ਉਧਰੋਂ ਹਟ ਕੇ ਇੱਧਰ ਆ ਜਾਓ, ਤਾਂ ਆ ਗਏ। ਉਹ ਉੱਥੋਂ ਵੀ ਪਿੱਛੇ ਹਟ ਕੇ ਬੈਕਫੁੱਟ ਤੇ ਉਹ ਲਕਸ਼ਮਣ ਰੇਖਾ ਤੋਂ ਬਾਹਰ ਜਾਂਦਾ ਸੀ, ਕਹਿ ਤਾਂ ਬੈਠੇ, ਬਿਆਨ ਤਾਂ ਦੇਤਾ।
ਪਰ ਜਦੋਂ ਉਹਨਾਂ ਨੇ ਐਕਸ਼ਨ ਲੈ ਲਿਆ ਫਿਰ ਇਹ ਪਿੱਛੇ ਹਟ ਗਏ, ਇਹਨਾਂ ਦਾ ਇੱਕ ਵੀ ਸਟੇਟਮੈਂਟ ਨਹੀਂ ਆਈ ਉਸ ਤੋਂ ਬਾਅਦ। ਪਰ ਹੋ ਸਕਦਾ ਉਹਨਾਂ ਦਾ ਦੌੜਨਾ ਵੀ ਮੈਂ ਕਸ਼ਮੀਰ ਤੋਂ ਇਲੈਕਸ਼ਨ ਲੜੂੰਗਾ, ਪੰਜਾਬ ਹੀ ਛੱਡਣ ਦੀ ਸੋਚ ਲਈ। ਜੀ ਇਹ ਇਦਾਂ ਤਾਂ ਆਜ਼ਾਦੀਆਂ ਥੋੜਾ ਮਿਲਦੀਆਂ ਜੀ। ਵਿਰਕ ਸਾਹਿਬ, ਮੈਨੂੰ ਲੱਗਦਾ ਕਿ ਇਹ ਇੱਕ ਵੱਖਰਾ ਟੌਪਿਕ ਹੈਗਾ ਮੈਨੂੰ ਲੱਗਦਾ, ਕਿਉਂਕਿ ਜੇ ਇੱਧਰ ਨੂੰ ਆਪਾਂ ਜਾਵਾਂਗੇ ਤਾਂ ਅੱਗੇ ਤੋਂ ਅੱਗੇ ਹੋਰ ਸਵਾਲ ਤੇ ਹੋਰ ਜਵਾਬ ਤੁਹਾਡੇ ਕੋਲ ਆਪਾਂ ਨਿਕਲ ਜਾਣੇ ਹੈਗੇ, ਕਿਉਂਕਿ ਉਹਨਾਂ ਨੇ ਮੈਨੂੰ ਲੱਗਦਾ ਇਦਾਂ ਤਾਂ ਨਹੀਂ ਕਿਹਾ ਹੋਊਗਾ ਕਿ ਤੁਸੀਂ ਉਧਰਲੇ ਬੰਨੋਂ ਛੱਡ ਕੇ ਇੱਧਰ ਨੂੰ ਆ ਜਾਓ, ਭਾਵ ਕਿ ਤੁਸੀਂ ਆ ਕੇ ਤੇ ਤੁਸੀਂ ਕਿਸੇ ਨੂੰ ਗੱਡੀ ਚਾੜਦੇ ਹੋ, ਹੈ ਨਾ। ਹੋ ਸਕਦਾ ਉਹ ਇਹ ਕਹਿੰਦੇ ਹੋਣ ਕਿ ਤੁਸੀਂ ਆ ਜਾਓ ਸਾਡੀ ਪਾਰਟੀ ਦੇ ਨਾਲ, ਆਪਾਂ ਸ਼ਾਂਤਮਈ ਤਰੀਕੇ ਦੇ ਨਾਲ। ਖੈਰ ਆਪਾਂ ਇੱਧਰ ਹੀ ਆ ਜਾਂਦੇ ਦੁਬਾਰਾ। ਮੈਨੂੰ ਲੱਗਦਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਬਾਬਤ ਤੁਸੀਂ ਆਖਿਆ ਕਿ ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ, ਆਜ਼ਾਦੀ ਦਾ ਜਿਹੜਾ ਉਹਨਾਂ ਨੇ ਬਿਗਲ ਵਜਾਇਆ ਹੈਗਾ ਵੀ ਆਜ਼ਾਦੀ ਵਾਲਾ ਸੰਘਰਸ਼, ਆਜ਼ਾਦੀ ਵਾਲਾ ਨਿਸ਼ਾਨਾ ਲੈ ਕੇ ਚੱਲਿਆ ਕਿ ਉਧਰ ਨੂੰ ਹੀ ਵਧਣਾ ਚਾਹੀਦਾ। ਪਰ ਉਹਦੇ ਵਿੱਚ ਵਿਰਕ ਸਾਹਿਬ, ਕੀ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਅੱਖਾਂ ਦੇ ਮੂਹਰੇ ਕਿਤੇ ਕੋਈ ਬੇਅਦਬੀ ਹੁੰਦੀ ਹੈ, ਜਾਂ ਕਹਿ ਲਓ ਭਈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਸੋਫੇ ਲੱਗੇ ਹੋਣ, ਤੇ ਇਹ ਵੀ ਤਾਂ ਇੱਕ ਤਰ੍ਹਾਂ ਗੁਰੂ ਦੀ ਬੇਅਦਬੀ ਆ ਨਾ। ਤੇ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰ ਦੇਣਾ ਚਾਹੀਦਾ? ਦੇਖੋ ਸੱਜਣ ਜੀ, ਜਿਸ ਘਰ ਵਿੱਚ, ਜਿਸ ਕੌਮ ਵਿੱਚ ਵੱਡਿਆਂ ਦਾ ਸਤਿਕਾਰ ਨਹੀਂ ਜੀ, ਉਹ ਉਹਨਾਂ ਦੇ ਲਈ ਗੁਰੂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਜੇ ਸਾਡੇ ਬਜ਼ੁਰਗ ਨੇ ਜਿਹੜੇ ਬੈਠ ਨਹੀਂ ਸਕਦੇ, ਪਰ ਉਹਨਾਂ ਦੇ ਮਨ ਦੇ ਵਿੱਚ ਇੰਨਾ ਗੁਰੂ ਲਈ ਪਿਆਰ ਹੈ, ਸ਼ਰਧਾ ਹੈ, ਭਾਵਨਾ, ਕਿ ਉਹ ਉਸ ਹਾਲਤ ਵਿੱਚ ਚੱਲ ਕੇ ਗੁਰਦੁਆਰੇ ਜਾਂਦੇ ਆ ਜੀ, ਤੇ ਉਹ ਪਰ ਚੌਕੜਾ ਮਾਰ ਕੇ ਨਹੀਂ ਬੈਠ ਸਕਦੇ। ਉਹਨਾਂ ਲਈ ਬਾਹਰ ਗੈਲਰੀਆਂ ਬਣਾਈਆਂ, ਦਰਬਾਰ ਸਾਹਿਬ ਤੋਂ ਨੀਵੀਆਂ ਗੈਲਰੀਆਂ ਬਣਾਈਆਂ ਹੋਈਆਂ ਨੇ। ਚੰਡੀਗੜ੍ਹ ਹਰ ਗੁਰਦੁਆਰੇ 'ਚ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਬਰਾਂਡਾ ਹੁੰਦਾ ਹੈ, ਇੱਕ ਪਾਸੇ ਗੈਲਰੀ ਬਣਾ ਦਿੰਦੇ ਆ ਨੀਵੀਂ ਜੀ। ਉਹ ਦਰਬਾਰ ਸਾਹਿਬ ਤੋਂ ਵੀ ਨੀਵੀਂ ਹੁੰਦੀ ਹੈ। ਗੁਰੂ ਮਹਾਰਾਜ ਦਾ ਸਿੰਘਾਸਨ ਤਾਂ ਉਸ ਤੋਂ ਕਾਫੀ ਉੱਪਰ ਹੁੰਦਾ। ਪਰ ਵਿਰਕ ਸਾਹਿਬ ਬੈਠ ਕੇ ਸ਼ਰਧਾ ਭਾਵਨਾ ਨਾਲ ਸੁਣਦੇ ਆ। ਜੇ ਉਹਨਾਂ ਦੇ ਥੱਲਿਓਂ ਅਸੀਂ ਕੁਰਸੀਆਂ ਮੇਜ਼ ਖਿੱਚ ਲਾਂਗੇ ਤੇ ਬਜ਼ੁਰਗਾਂ ਦਾ ਅਪਮਾਨ ਕਰਕੇ ਅਸੀਂ ਗੁਰੂ ਨੂੰ ਖੁਸ਼ ਨਹੀਂ ਕਰ ਸਕਦੇ। ਉਹ ਅਸੀਂ ਗੁਰਦੁਆਰੇ ਨੌਜਵਾਨ ਕਿੰਨੇ ਕੁ ਜਾਂਦੇ ਆ ਜੀ, ਬਜ਼ੁਰਗ ਹੀ ਜਾਂਦੇ ਆ। ਕਿਸੇ ਪਿੰਡ ਦੇ ਗੁਰਦੁਆਰੇ ਦੇਖ ਲਓ, ਕਿਤੇ ਦੇਖ ਲਓ, ਉਹ ਸਵੇਰੇ ਸ਼ਾਮ ਉਹਨਾਂ ਦਾ ਰੁਟੀਨ ਹੈ। ਉਹਨਾਂ ਨੂੰ ਸਕੂਨ ਮਿਲਦਾ, ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀ ਗੁਜ਼ਾਰੀ ਹੁੰਦੀ ਸੰਘਰਸ਼ ਦੇ ਵਿੱਚ। ਤੇ ਇਹ ਟਾਈਮ ਹੁੰਦਾ ਕਿ ਕਥਾ ਸੁਣਦਾ, ਗੁਰਬਾਣੀ ਸੁਣਦਾ, ਪਾਠ ਕਰਨ ਦਾ ਇਕਾਂਤ ਦੇ ਵਿੱਚ ਜਾ ਕੇ ਘਰ ਚੋਂ। ਆਪਾਂ ਉਹਨਾਂ ਨੂੰ ਜੇ ਉਹਨਾਂ ਦਾ ਨਿਰਾਦਰ ਕਰਾਂਗੇ, ਉਹਨਾਂ ਬਜ਼ੁਰਗਾਂ ਦਾ, ਤੇ ਫਿਰ ਗੁਰੂ ਦਾ ਸਨਮਾਨ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਵਿਰਕ ਸਾਹਿਬ, ਸੋਸ਼ਲ ਮੀਡੀਆ ਤੇ ਬਹੁਤ ਸਾਰੀ ਇਦਾਂ ਦੀ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਨੇ, ਜਿਹਦੇ ਵਿੱਚ ਆਪਾਂ ਖੁਦ ਵੀ ਦੇਖਦੇ ਹਾਂ ਕਿ ਉਹੀ ਬਜ਼ੁਰਗ ਹੁੰਦੇ ਨੇ। ਮੈਂ ਕੱਲ ਵੀ ਵੇਖ ਰਿਹਾ ਸੀਗਾ, ਇੱਕ ਬਜ਼ੁਰਗ ਹੈਗਾ, ਉਹਨਾਂ ਨੇ ਜਿੱਦਾਂ ਦੋਨੇ ਬਾਹਾਂ ਦੇ ਵਿੱਚ ਨਾ ਇਦਾਂ ਕੱਛਾਂ ਦੇ ਵਿੱਚ ਫੌੜੀਆਂ ਦੇ ਨਾਲ ਉਹ ਚੱਲਦੇ ਹੋਣਗੇ, ਠੀਕ ਨਹੀਂ ਹੋਣਗੇ ਉਹ, ਪਰ ਡੀਜੇ ਵੱਜਦਾ ਪਿਆ ਸ਼ਾਇਦ, ਤੇ ਡੀਜੇ ਦੇ ਉੱਪਰ ਉੱਥੇ ਇੱਕ ਡਾਂਸਰ ਨੱਚੀ ਜਾਂਦੀ ਆ ਤੇ ਉਹ ਫੌੜੀਆਂ ਚੱਕ ਕੇ ਤਾਹਾਂ ਨੂੰ ਉਹ ਵੀ ਨਾਲ ਨੱਚੀ ਜਾਂਦੇ ਆ। ਹੁਣ ਤਾਂ ਕਰਕੇ ਫਿਰ ਨੌਜਵਾਨ ਕਹਿੰਦੇ ਵੀ ਯਾਰ ਵੀ ਉੱਥੇ ਤਾਂ ਤੁਸੀਂ ਨੱਚ ਵੀ ਲੈਂਦੇ ਆ ਜਦੋਂ ਡੀਜੇ ਲੱਗਾ ਹੁੰਦਾ ਘਰ ਦੇ ਵਿੱਚ, ਤੇ ਗੁਰੂ ਘਰ ਆ ਕੇ ਤੁਹਾਡੇ ਕੋਲ ਬਹਿ ਨਹੀਂ ਹੁੰਦਾ। ਇੱਕ ਗੱਲ। ਦੂਈ ਗੱਲ, ਵਿਰਕ ਸਾਹਿਬ, ਜਦੋਂ ਇਹ ਕੁਰਸੀਆਂ ਸੋਫੇ ਨਹੀਂ ਸੀਗੇ ਤੇ ਬਜ਼ੁਰਗ ਤੇ ਉਦੋਂ ਵੀ ਗੁਰੂ ਘਰਾਂ ਵਿੱਚ ਜਾਂਦੇ ਹੀ ਸੀਗੇ, ਉਦੋਂ ਵੀ ਤਾਂ ਬਹਿੰਦੇ ਹੋਣਗੇ ਕਿਸੇ ਤਰੀਕੇ ਨਾਲ ਨਾ। ਇਹ ਇੱਕ ਮਤਲਬ ਬਹੁਤ ਜ਼ਿਆਦਾ, ਕਿਉਂਕਿ ਮੈਨੂੰ ਲੱਗਦਾ ਕਿ ਇੱਥੇ ਉਲਝ ਕੇ ਰਹਿ ਜਾਊਗਾ ਕੰਮ ਬਹੁਤ ਜ਼ਿਆਦਾ। ਨਹੀਂ ਸਿੰਘ ਸਾਹਿਬ, ਗੱਲ ਇਹ ਹੈ ਕਿ ਦੇਖੋ, ਗੱਲ ਹੈਗੀ ਗੁਰੂ ਦੇ ਸਤਿਕਾਰ ਦੀ ਜੀ। ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਦਰਬਾਰ ਸਾਹਿਬ ਦੇ ਅੰਦਰ ਹੈ, ਹਰ ਗੁਰਦੁਆਰੇ ਦੇ ਦਰਬਾਰ ਸਾਹਿਬ ਦੇ। ਜੇ ਬਾਹਰ ਕਿਤੇ ਕੋਈ ਅਰੇਂਜਮੈਂਟ ਕੀਤਾ ਹੈ ਨਾ ਬੈਠਣ ਲਈ, ਇਹ ਕੋਈ ਬੁਰੀ ਗੱਲ ਨਹੀਂ। ਇੱਥੇ ਦੁਬਾਰਾ ਵਿਚਾਰ ਹੋਣੀ ਚਾਹੀਦੀ ਹੈ। ਅਕਾਲ ਤਖਤ ਸਾਹਿਬ ਤੋਂ ਦੁਬਾਰਾ ਸ਼੍ਰੋਮਣੀ ਕਮੇਟੀ ਕੋਈ ਇਹਦੇ ਤੇ ਦੁਬਾਰਾ ਵਿਚਾਰ ਕਰੇ, ਦੁਬਾਰਾ ਕੋਈ ਇਹਦਾ ਸੋਲੂਸ਼ਨ ਕੱਢੇ। ਇਹ ਹੱਲ ਹੈ, ਨਾ ਕਿ ਇਹ ਹੱਲ ਹੈ ਕਿ ਤੁਸੀਂ ਜਾ ਕੇ ਗੁਰਦੁਆਰੇ ਉੱਥੋਂ ਕੁਰਸੀਆਂ ਮੇਜ਼ ਕੱਢ ਕੇ ਤੇ ਅੱਗ ਲਾ ਦਿਓ। ਤੇ ਇਹਦੇ ਲਈ ਕੌਮ ਦਾ ਵੇਖੋ ਮਜ਼ਾਕ ਹੁੰਦਾ ਹੈ। ਔਰ ਬਜ਼ੁਰਗਾਂ ਦਾ ਆਸ਼ੀਰਵਾਦ ਤੋਂ ਵਾਂਝੇ ਹੋ ਜਾਣਗੇ। ਮੈਂ ਇਹ ਕਹਿ ਰਿਹਾ ਕਿ ਬਜ਼ੁਰਗਾਂ ਦੇ ਆਸ਼ੀਰਵਾਦ ਤੋਂ ਬਿਨਾਂ ਕਦੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਬਜ਼ੁਰਗਾਂ ਦਾ ਸਤਿਕਾਰ ਪਹਿਲਾਂ, ਸੰਗਤ 21 ਵਿਸਵੇ, ਗੁਰੂ 20 ਵਿਸਵੇ। ਸੰਗਤ ਦਾ ਨਿਰਾਦਰ ਕਰਨਾ ਜਿਹੜਾ ਹੈ ਉਹ ਮਾੜਾ ਹੈ। ਸ਼੍ਰੋਮਣੀ ਕਮੇਟੀ ਤੇ ਮੈਂ ਪਹਿਲਾਂ ਕਹਿ ਚੁੱਕਿਆ ਤੇ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਹੈ। ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਕਿ ਆਹ ਦੇਖੋ ਜੀ ਕੀ ਹੋ ਰਿਹਾ, ਇਹਨੂੰ ਬੰਦ ਕਰਾਓ। ਪਰ ਉਹ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਦੇਖ ਹੀ ਰਿਹਾ ਕੀ ਕਰਦੇ ਆ। ਇਹ ਸਤਿਕਾਰ ਕਮੇਟੀਆਂ ਨੇ ਪਹਿਲਾਂ ਦੇਖੋ ਕੀ ਕੁਛ ਕੀਤਾ। ਗ੍ਰੰਥੀ ਸਿੰਘਾਂ ਨੂੰ ਮੁੱਦੇ ਪਾ ਕੇ ਡੰਡਿਆਂ ਨਾਲ ਕੁੱਟਿਆ, ਬੜਾ ਕੁਛ ਕੀਤਾ। ਤੇ ਅੱਜ ਕਿੱਥੇ ਨੇ ਇਹ ਚੀਜ਼ਾਂ? ਉਹੀ ਨੇ ਸੇਮ। ਅੱਜ ਲੋਕ ਕਹਿਣ ਲੱਗੇ ਨੇ ਕਿ ਇਹ ਤਾਂ ਸਤਿਕਾਰ ਕਮੇਟੀ ਵਾਲੇ ਕੰਮ ਫੜ ਲਿਆ ਇਹਨਾਂ ਨੇ। ਇਹ ਗਲਤ ਹੈ। ਆਪਣੇ ਹੱਥ 'ਚ ਲੈਣਾ ਜਾਂ ਏਦਾਂ ਕਰਨਾ, ਫਿਰ ਤਾਂ ਹਰ ਕੋਈ ਜਿਹਦਾ ਜੀ ਕਰੇਗਾ ਕਿਤੇ ਵੀ ਗੁਰੂ ਘਰ ਜਾ ਕੇ ਹੰਗਾਮਾ ਕਰਦੇ ਕਰੇਗਾ ਜੀ ਇੱਥੇ ਆ ਕਿਉਂ ਹੋ ਰਿਹਾ। ਫਿਰ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਦੀ ਮਾਨਤਾ ਕੀ ਰਹਿ ਗਈ? ਉਹਨਾਂ ਦਾ ਕੰਮ ਹੈ, ਉਹਨਾਂ ਨੂੰ ਸੌਂਪੋ। ਇੱਕ ਮੈਂ ਦੂਸਰੀ ਗੱਲ ਜੋ ਇਹਨਾਂ ਨੂੰ, ਮੈਂ ਤਾਂ ਦੇਖੋ ਸਾਨੂੰ ਤਾਂ ਬੜੀ ਖੁਸ਼ੀ ਸੀਗੀ ਕਿ ਅੰਮ੍ਰਿਤਪਾਲ ਸਿੰਘ ਆਇਆ ਤੇ ਇਹ ਦੁਬਾਰਾ ਚੱਲੀ ਹੈ। ਤਾਂ ਜਿਹੜੀ ਇੱਕ ਇੱਕ ਦੁਬਾਰਾ ਇਹਨੇ ਉਸ ਜੋਤ ਜਗਾਈ ਹੈ। ਪਰ ਸਾਡਾ ਇਹਦੇ ਨਾਲ ਦਿਲ ਟੁੱਟਿਆ ਕਿ ਇਹਨੂੰ ਉਲਝਾ ਲਿਆ ਗਿਆ। ਜਿਸ ਤਰ੍ਹਾਂ
ਖਾੜਕੂ ਸੰਘਰਸ਼ ਨੂੰ ਦੇਖੋ ਉਸ ਟਾਈਮ ਕੀ ਕੀਤਾ ਸੀਗਾ ਜੀ ਕਿ ਸੰਤ ਜੀ ਨੇ ਹੁਕਮ ਕੀਤਾ ਸੀ ਕਿ ਸਾਦੇ ਵਿਆਹ ਕਰੋ, ਦਾਜ ਨਾ ਲਓ। ਜੀ ਜੀ ਸੰਤ ਜੀ ਨੇ ਇਹ ਨਹੀਂ ਸੀ ਕਿਹਾ ਵੀ ਤੁਸੀਂ ਬਰਾਤਾਂ ਫੜ ਕੇ ਛੱਪੜ 'ਚ ਖਿਲਾਰ ਦੇਣੀਆਂ ਨੇ, ਜੇ 11 ਬੰਦਿਆਂ ਤੋਂ ਵੱਧ ਬਰਾਤ ਆ ਤੇ ਉਹਨਾਂ ਨੂੰ ਟੋਬੇ 'ਚ ਖੜੇ ਕਰ ਦਿਓ। ਉਹ ਇੰਨਾ ਗਲਤ ਅਸਰ ਪਿਆ ਸੀ ਪਿੰਡਾਂ ਦੇ, ਪਿੰਡ ਲੋਕ ਉਹ ਕਿਰਾਇਆ ਏਜੰਸੀਆਂ ਨੇ ਕਿ ਲੋਕ ਇਹਨਾਂ ਦੇ ਖਿਲਾਫ ਹੋ ਜਾਣ। ਲੋਕ ਖਿਲਾਫ ਹੋ ਗਏ ਤੇ ਲੋਕ ਖਿਲਾਫ ਹੋਣਗੇ ਤੇ ਸਿੰਘਾਂ ਨੂੰ ਆਪੇ ਫੜਾਉਣਗੇ, ਆਪੇ ਮਰਵਾਉਣਗੇ। ਮੈਨੂੰ ਲੱਗਦਾ ਕਿ ਗਲਤ ਗੱਲਾਂ ਜਿਹੜੀਆਂ ਨੇ ਨਹੀਂ ਕਰਨੀਆਂ ਚਾਹੀਦੀਆਂ। ਮੈਨੂੰ ਪਤਾ ਹੈ ਉਸ ਟਾਈਮ ਖਾੜਕੂ ਸਿੰਘ ਕੀ ਕਰਦੇ ਸੀਗੇ ਕਿ ਰਾਤਾਂ ਨੂੰ ਘਰਾਂ 'ਚ ਜਾ ਜਾ ਕੇ ਮੂੰਹ ਸੁੰਘਦੇ ਰਹਿੰਦੇ ਸੀ ਕਿ ਕਿਸੇ ਨੇ ਸ਼ਰਾਬ ਤੇ ਨਹੀਂ ਪੀ ਕੇ ਸੁੱਤਾ, ਕਿਸੇ ਦੇ ਘਰ ਪ੍ਰਾਹੁਣੇ ਆਏ ਨੇ, ਕੋਈ ਜਵਾਈ ਭਾਈ ਆਇਆ ਤਾਂ ਉਹ ਆ ਜਾਂਦੇ ਸੀ, ਤੁਸੀਂ ਸ਼ਰਾਬ ਪਿਆਈ ਹੈ ਜੀ, ਉਹਨੂੰ ਮੂੰਹ ਸੁੰਘ ਕੇ ਦੇਖਦੇ ਸੀ, ਕੁੱਟਮਾਰ ਕਰਦੇ ਸੀ, ਬਹੁਤ ਕੁਝ ਗਲਤ ਕੰਮ ਵੀ ਕੀਤੇ। ਇਹ ਚੀਜ਼ਾਂ ਜਿਹੜੀਆਂ ਨੇ ਇਹ ਮੂਵਮੈਂਟ ਨੂੰ ਫੇਲ ਕਰ ਦਿੰਦੀਆਂ। ਮੈਨੂੰ ਲੱਗਦਾ ਕਿ ਧਰਮ 'ਚ ਉਲਝਣਾ ਇੱਕ ਚਾਣਕੀਆ ਦੀ ਨੀਤੀ ਹੈ ਕਿ ਜੇ ਕਿਸੇ ਕੌਮ ਨੂੰ ਤੁਸੀਂ ਖਤਮ ਕਰਨਾ ਤਾਂ ਉਹਨੂੰ ਧਰਮ ਦੇ ਵਿੱਚ ਉਲਝਾਈ ਰੱਖੋ, ਮਰਿਆਦਾ ਦੇ ਵਿੱਚ ਉਲਝਾਈ ਰੱਖੋ। ਮਰਿਆਦਾ ਜਿਹੜੀਆਂ ਸਾਰੀਆਂ ਬਹਾਲ ਹੋ ਜਾਣਗੀਆਂ ਜੇ ਖਾਲਸਾ ਰਾਜ ਆਏਗਾ। ਤਾਂ ਸ਼ੇਰੇ ਪੰਜਾਬ ਦੀ ਹੁਣ ਐਗਜ਼ਾਮਪਲ ਲੈ ਲੈਣ, ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ 40 ਸਾਲ 'ਚ ਇੱਕ ਵੀ ਮੰਦਿਰ, ਮਸਜਿਦ, ਮੱਠ ਢਾਇਆ ਨਹੀਂ ਗਿਆ, ਢਾਹ ਕੇ ਕਿਤੇ ਗੁਰਦੁਆਰਾ ਨਹੀਂ ਬਣਾਇਆ ਗਿਆ। ਸ਼ੇਰੇ ਪੰਜਾਬ ਨੇ ਕਿਸੇ ਗੁਰੂ ਘਰ ਦੀ ਸੇਵਾ ਸੰਭਾਲ 'ਚ ਦਖਲਅੰਦਾਜ਼ੀ ਨਹੀਂ ਕੀਤੀ। ਅਕਾਲੀ ਫੂਲਾ ਸਿੰਘ ਜਥੇਦਾਰ ਸੀਗੇ ਤੇ ਉਹਨਾਂ ਦੇ ਥੱਲੇ ਗੁਰਦੁਆਰੇ ਦੀ ਸੇਵਾ ਸੰਭਾਲ ਚੱਲਦੀ ਸੀ। ਉਹਨਾਂ ਨੇ ਸੇਵਾ ਕਰਾਈ ਗੁਰੂ ਘਰਾਂ ਦੀ, ਸੋਨੇ ਦੀ ਸੇਵਾ ਕਰਾਈ, ਦਰਬਾਰ ਸਾਹਿਬ, ਹਜੂਰ ਸਾਹਿਬ ਦੀ ਸੇਵਾ ਕਰਾਈ, ਪਰ ਕਦੇ ਗੁਰੂ ਘਰਾਂ 'ਚ ਦਖਲਅੰਦਾਜ਼ੀ ਨਹੀਂ ਕੀਤੀ। ਪਰ ਇੱਥੇ ਗੱਲ ਹੈ ਵੀ ਭਾਈ ਅਮਰਤਪਾਲ ਸਿੰਘ ਨੂੰ ਗੁਰੂ ਘਰਾਂ 'ਚ ਦਖਲਅੰਦਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ। ਪਰ ਗੱਲ ਇਹ ਹੈ ਪੰਜਾਬ ਦਾ ਵਿਜ਼ਨ ਲੈ ਕੇ ਚੱਲਦੇ ਜੀ ਜ਼ਰੂਰ। ਵਿਰਕ ਸਾਹਿਬ ਇੱਥੇ ਗੱਲ ਇਹ ਹੈਗੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਹੋ ਗਈ ਤੇ ਦੂਜੀ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜੇ ਇਸ ਵੇਲੇ ਕਾਬਜ਼ ਜਥੇਦਾਰ ਹੈਗੇ ਨੇ। ਹੁਣ ਜਿੱਦਾਂ ਦੇ ਜਥੇਦਾਰ ਹੋਣੇ ਚਾਹੀਦੇ ਸੀਗੇ, ਕਾਸ਼ ਜੇ ਉਦਾਂ ਦੇ ਹੁੰਦੇ ਤਾਂ ਫਿਰ ਮੈਨੂੰ ਲੱਗਦਾ ਕਿ ਕਿਸੇ ਹੋਰ ਨੂੰ ਕੀ ਸਤਿਕਾਰ ਕਮੇਟੀਆਂ ਦਾ ਵੀ ਤੁਸੀਂ ਜ਼ਿਕਰ ਕੀਤਾ ਵੀ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਹੀ ਨਾ ਪੈਂਦਾ ਜੇ ਇਹ ਆਪਣੀ ਜ਼ਿੰਮੇਵਾਰੀ ਗੰਭੀਰਤਾ ਦੇ ਨਾਲ ਨਿਭਾਉਂਦੇ ਰਹਿੰਦੇ ਤਾਂ। ਵਿਰਕ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਕਿਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਖੁਦ ਦੀ, ਕਿਉਂਕਿ ਤੁਸੀਂ ਦੇਖੋ ਇੱਕ ਲਫ਼ਜ਼ ਬੋਲ ਰਹੇ ਹੋ ਕਿ ਸਾਨੂੰ ਉਮੀਦਾਂ ਸੀ ਪਰ, ਸੀ ਔਰ ਪਰ, ਇਹ ਜਦੋਂ ਲਫ਼ਜ਼ ਵਿੱਚ ਆ ਜਾਂਦੇ ਮੈਨੂੰ ਲੱਗਦਾ ਕਿ ਉਸ ਵੇਲੇ ਇਹ ਹੈਗਾ ਕਿ ਪਹਿਲਾਂ ਸਾਨੂੰ ਬਹੁਤ ਉਮੀਦਾਂ ਸੀਗੀਆਂ ਪਰ ਹੁਣ ਸਾਡਾ ਮਨ ਥੋੜ੍ਹਾ ਜਿਹਾ ਪਿੱਛੇ ਆ ਗਿਆ ਔਰ ਤੁਸੀਂ ਕਹਿ ਵੀ ਦਿੱਤਾ ਹੈਗਾ ਕਿ ਮਨ ਨੂੰ ਥੋੜ੍ਹੀ ਠੇਸ ਪਹੁੰਚੀ ਹੈ। ਕੀ ਤੁਹਾਨੂੰ ਲੱਗਦਾ ਕਿ ਆਸੇ-ਪਾਸੇ ਜਿਹੜੇ ਕੁਝ ਲੋਕ ਹੈਗੇ ਨੇ ਜਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਏਜੰਸੀਆਂ ਇੱਦਾਂ ਦੇ ਬੰਦੇ ਫਿੱਟ ਕਰ ਦਿੰਦੀਆਂ ਨੇ, ਜਿੱਧਰਲੇ ਬੰਦੇ ਨੂੰ ਬੰਦਾ ਨਹੀਂ ਵੀ ਜਾਣਾ ਚਾਹੁੰਦਾ ਉਹ ਉੱਧਰ ਨੂੰ ਉਹਨੂੰ ਲਿਜਾਣ ਵਾਸਤੇ ਮਜਬੂਰ ਕਰ ਦਿੰਦੀਆਂ ਨੇ, ਜਾਂ ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਦੀ ਨੀਅਤ ਦੇ ਉੱਪਰ ਤਾਂ ਨਹੀਂ ਕੋਈ ਸ਼ੱਕ ਕੀਤਾ ਜਾ ਸਕਦਾ? ਨਹੀਂ, ਮੈਂ ਇੱਕ ਐਸਾ ਇਨਸਾਨ ਆ ਕਿ ਮੈਂ ਆਪਣੀ ਜ਼ਿੰਦਗੀ 'ਚ ਮੈਂ 38 ਸਾਲ ਦੇ ਸੰਘਰਸ਼ 'ਚ ਲਾਏ ਆ ਜੀ, ਮੈਂ ਕਦੇ ਕਿਸੇ ਤੇ ਸ਼ੱਕ ਨਹੀਂ ਕਰਦਾ। ਮੈਂ ਕਹਿੰਦਾ ਵੀ ਇਹ ਤੁਰਿਆ ਹੋਇਆ, ਇਹ ਇਹਦੇ 'ਚ ਜਿੰਨਾ ਦਮ ਹੈ ਉਹਨਾਂ ਕਰ ਰਿਹਾ। ਕਈ ਮੇਰੇ ਸਾਹਮਣੇ ਮੇਰੇ ਨਾਲ ਦੇ ਡੋਲ ਗਏ ਕੈਟ ਬਣੇ, ਉਹਨਾਂ ਨੇ ਨੁਕਸਾਨ ਵੀ ਕਰਾਏ, ਪਰ ਮੈਂ ਕਦੇ ਉਹਨਾਂ ਨੂੰ ਨਹੀਂ ਕਿਹਾ ਵੀ ਇਹ ਗਦਾਰ ਹੋ ਗਏ। ਉਹ ਨਹੀਂ ਝੱਲ ਸਕੇ, ਡੋਲ ਜਾਂਦੇ ਆ, ਵੱਡੇ ਵੱਡੇ ਡੋਲ ਜਾਂਦੇ ਆ। ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ। ਕੱਲ ਨੂੰ ਅੰਮ੍ਰਿਤਪਾਲ ਨਿਭਾਉਂਦਾ ਹੈ ਕਿ ਨਹੀਂ ਨਿਭਾਉਂਦਾ, ਪਰ ਉਹ ਤੁਰਿਆ ਤਾਂ ਸਹੀ ਨਾ ਆਜ਼ਾਦੀ ਲਈ। ਜੋ ਵੀ ਤੁਰਦਾ ਹੈ ਮੈਂ ਉਹਦਾ ਸਵਾਗਤ ਕਰਦਾ। ਦੂਸਰੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਜਿੱਥੇ ਉਲਝ ਗਿਆ, ਪਹਿਲੀ ਗਲਤੀ ਕਿ ਈਸਾਈ, ਸਿੱਖ ਵਰਸਸ ਈਸਾਈ, ਜਦੋਂ ਕਿ RSS ਵਰਸਸ ਈਸਾਈ ਚੱਲ ਰਿਹਾ, ਚੱਲਣ ਦੋ। ਦੂਸਰਾ ਧੁੰਦੇ ਦੇ, ਬਾਬਾ ਧੁੰਦਾ ਦੇ ਖਿਲਾਫ ਬੋਲਣਾ, ਉਹ ਵੀ ਬਹੁਤ ਵੱਡੀ ਗਲਤੀ ਹੈ। ਸਾਨੂੰ ਕੋਈ ਲੋੜ ਨਹੀਂ ਕਿਸੇ ਦੇ ਖਿਲਾਫ ਬੋਲਣ ਦੀ, ਸਾਨੂੰ ਢੱਡਰੀਆਂ ਦੇ ਖਿਲਾਫ ਬੋਲਣ ਦੀ ਵੀ ਲੋੜ ਨਹੀਂ। ਸ਼੍ਰੋਮਣੀ ਕਮੇਟੀ ਜਾਣੇ, ਅਕਾਲ ਤਖਤ ਜਾਣੇ, ਬੜੀਆਂ ਜਥੇਬੰਦੀਆਂ ਨੇ ਲੱਗੇ ਨੇ, ਇਹਨਾਂ ਦਾ ਕੰਮ ਇਹੀ ਹੈ। ਜਿਹੜੀਆਂ ਛੋਟੀਆਂ ਜਥੇਬੰਦੀਆਂ ਨਾ ਆਪਸ ਚ ਲੱਗੇ ਰਹਿਣ ਤਾਂ ਲੱਗੇ ਰਹਿਣ ਦਿਓ। ਤੁਸੀਂ ਇੱਕ ਨਿਰੋਲ ਆਜ਼ਾਦੀ ਦੀ ਲਹਿਰ ਖੜੀ ਕਰੋ ਜਿਹਦੇ ਨਾਲ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਗੁਰੂ ਘਰਾਂ ਨਾਲ, ਕੋਈ ਲੈਣਾ ਦੇਣਾ ਨਹੀਂ SGPC ਨਾਲ, ਕੋਈ ਲੈਣਾ ਦੇਣਾ ਨਹੀਂ ਕਿਸੇ ਸਿਆਸੀ ਜਮਾਤ ਨਾਲ। ਤੁਸੀਂ ਕੇਵਲ ਉਹ ਲਹਿਰ ਤੋਰੋਗੇ ਤਾਂ ਲੋਕ ਤੁਹਾਡਾ ਸਵਾਗਤ ਕਰਨਗੇ। ਮੈਨੂੰ ਲੱਗਦਾ ਕਿ ਇੱਕ ਗੱਲ ਹੋਰ ਮੈਂ ਲਿਖੀ ਵੀ ਸੀ ਔਰ ਮੈਂ ਦੁਬਾਰਾ ਕਹਿ ਦਿੰਦਾ ਕਿ ਜੇ ਅੰਮ੍ਰਿਤਪਾਲ ਸਿੰਘ ਸੁਣੇ ਇਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਜਥੇਬੰਦੀਆਂ ਬਹੁਤ ਨੇ, ਮੈਂ ਨਹੀਂ ਕਹਿੰਦਾ ਵੀ ਉਹ ਤਾਂ ਗਿਣਤੀ ਨਹੀਂ ਹੁੰਦੀ। ਇਹਨਾਂ ਦੀ ਸ਼ਮੂਲੀਅਤ ਤੋਂ ਬਿਨਾ ਕੋਈ ਵੀ ਜੰਗ ਜਿੱਤੀ ਨਹੀਂ ਜਾ ਸਕਦੀ। ਸਾਡੀ ਇੰਟਰਨੈਸ਼ਨਲ ਲੈਵਲ ਤੇ ਜਦੋਂ ਗੱਲ ਜਾਂਦੀ ਹੈ ਉਹ ਕਹਿਣਗੇ ਸਿੱਖ ਤਾਂ ਆਜ਼ਾਦੀ ਮੰਗਦੇ ਹੀ ਨਹੀਂ। ਜਦੋਂ ਅਕਾਲੀ ਦਲ ਦਾ ਇੱਕ ਬਿਆਨ ਆ ਜਾਂਦਾ ਹੈ ਕਿ ਇਹ ਮੁੱਠੀ ਭਰ ਨੇ ਜਿਹੜੇ ਆਜ਼ਾਦੀ ਮੰਗਦੇ ਨੇ, ਅਸੀਂ ਤਾਂ ਮੰਗਦੇ ਨਹੀਂ, ਸ਼੍ਰੋਮਣੀ ਕਮੇਟੀ ਕਹਿ ਦਿੰਦੀ ਹੈ। ਮੈਂ ਇਸ ਗੱਲ ਲਈ ਮੈਂ 38 ਸਾਲ ਕੋਸ਼ਿਸ਼ ਕੀਤੀ ਹੈ। ਸੰਤ ਜਰਨੈਲ ਸਿੰਘ ਜੀ ਵੀ ਨਹੀਂ ਸੀ ਚਾਹੁੰਦੇ ਕਿ ਸਾਨੂੰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸਾਡੇ ਤੋਂ ਅਲੱਗ ਹੋਵੇ, ਪਰ ਕਰ ਦਿੱਤੀ ਗਈ ਏਜੰਸੀਆਂ ਨੇ ਬੜੀ। ਅਗਲੇ ਤੁਹਾਡੇ ਨਾਲ ਅੱਜ ਅਸੀਂ ਇੱਕ ਬਿਆਨ ਅੰਮ੍ਰਿਤਪਾਲ ਸਿੰਘ ਨੂੰ ਮੈਂ ਕਹਿੰਦਾ ਬਾਰ-ਬਾਰ ਇਸ ਗੱਲ ਦੇ ਉੱਤੇ ਧਿਆਨ ਦੇਣ ਕਿ ਕਦੇ ਵੀ ਅਕਾਲੀ ਦਲ ਦੇ ਖਿਲਾਫ ਨਾ ਬੋਲਣ। ਕੁਝ ਬੰਦੇ ਮਾੜੇ ਹੋ ਸਕਦੇ ਆ, ਬਾਦਲ ਮਾੜੇ ਹੋ ਸਕਦੇ ਆ, ਮਜੀਠੀਆ ਮਾੜਾ ਹੋ ਸਕਦਾ ਹੈ, ਹੋਰ ਕੋਈ ਮਾੜਾ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ
ਦੀ ਰਿਸਪੈਕਟ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਸਿੱਖਾਂ ਦੀ ਇੱਕੋ ਇੱਕ ਵਾਹਿਦ ਜਮਾਤ ਹੈ ਜਿਹੜੀ ਪੰਥਕ ਸਿਆਸਤ ਦੇ ਵਿੱਚ। ਬਾਕੀ ਤਾਂ ਤੁਹਾਡੇ ਸਾਹਮਣੇ ਹੀ ਆ ਕਿਵੇਂ ਛਾਲਾ ਮਾਰ ਮਾਰ ਕੇ ਬੀਜੇਪੀ ਚ ਗਏ ਆ ਜੀ, ਆਰਐਸਐਸ ਚ ਗਏ ਆ। ਕਾਹਦੇ ਪੰਥਕ ਕਹਿ ਹੀ ਨਹੀਂ ਸਕਦੇ। ਵਿਰਕ ਸਾਹਿਬ ਇਹਨਾਂ ਨੇ ਅਲਾਈਅੰਸ ਕੀਤਾ, ਉਹ ਜ਼ਰੂਰ 10 ਸਾਲ ਇਹਨਾਂ ਨੇ ਰਾਜ ਕੀਤਾ, ਕਰੋ ਅਲਾਈਅੰਸ, ਜੋ ਮਰਜ਼ੀ ਕਰਦੇ ਰਹੋ। ਜੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਬੁਰਾ ਭਲਾ ਕਹਿਣਾ ਛੱਡ ਦਈਏ, ਸਾਡੀ ਜਿਹੜੀ ਜੰਗ ਹੈ, ਸਾਡੀ ਅੱਖ ਦਿੱਲੀ ਵੱਲ ਹੋਵੇ, ਸਿਰਫ ਇੱਧਰ ਨਹੀਂ, ਸਾਡੀ ਜਿਹੜੀ ਗੰਨ ਦਾ ਮੂੰਹ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲ ਦੀ ਬਜਾਏ, ਆਪਣਿਆਂ ਦੀ ਬਜਾਏ, ਪੰਜਾਬ ਪੁਲਿਸ ਦੀ ਬਜਾਏ ਦਿੱਲੀ ਵੱਲ ਹੋਵੇ ਤਾਂ ਅਸੀਂ ਜੰਗ ਜਿੱਤ ਜਾਵਾਂਗੇ। ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਤਾਲਿਬਾਨ ਤੋਂ ਸਿੱਖਣਾ ਚਾਹੀਦਾ ਕਿ ਉਹਨਾਂ ਨੇ ਆਪਣੀ ਪੁਲਿਸ, ਆਪਣੇ ਐਡਮਿਨਿਸਟ੍ਰੇਸ਼ਨ ਦੀ, ਆਪਣੀ ਫੌਜ ਦਾ ਦਿਲ ਜਿੱਤ ਲਿਆ। ਤੁਸੀਂ ਸਾਡੇ ਹੋ, ਅਸੀਂ ਤੁਹਾਡੇ ਲਈ ਲੜ ਰਹੇ ਹਾਂ, ਅਸੀਂ ਰਾਜ ਤੁਹਾਡੇ ਲਈ ਅਮਰੀਕਾ ਤੇ ਨਾਟੋ ਦੇਸ਼ਾਂ ਤੋਂ ਆਜ਼ਾਦ ਕਰਾਉਣਾ ਹੈ, ਤੇ ਹੋ ਗਏ। ਵਾਕਈ ਮੈਨੂੰ ਲੱਗਦਾ ਕਿ ਜਦੋਂ ਦੁਸ਼ਮਣ ਨਹੀਂ ਹੈ, ਸਾਡੇ ਬੱਚੇ ਆ, ਸਾਡੇ ਭਰਾ ਆ ਪੰਜਾਬ ਪੁਲਿਸ ਚ ਸਾਰੇ। ਅਸੀਂ 1900 ਪੰਜਾਬ ਪੁਲਿਸ ਦਾ ਜਵਾਨ ਮਾਰਿਆ ਗਿਆ ਉਦੋਂ ਖਾੜਕੂ ਸੰਘਰਸ਼ ਚ, ਤੇ ਸਾਡੇ ਵੀ ਘਰਾਂ ਦੇ ਘਰ ਤਬਾਹ ਹੋ ਗਏ। ਇਹ ਏਜੰਸੀਆਂ ਦੀ ਚਾਲ ਸੀਗੀ ਕਿ ਪੰਜਾਬ ਪੁਲਿਸ ਦੇ ਪਹਿਲਾਂ ਉਹਨਾਂ ਨੇ ਪਰਿਵਾਰ ਮਰਵਾਏ ਏਜੰਸੀਆਂ ਦੇ ਬੰਦਿਆਂ ਤੋਂ, ਫਿਰ ਪੰਜਾਬ ਪੁਲਿਸ ਨੇ ਸਾਡੇ ਸਿੰਘਾਂ ਦੇ ਪਰਿਵਾਰ ਤਬਾਹ ਕਰ ਦਿੱਤੇ। ਇਸ ਲਈ ਸਾਨੂੰ ਇਹ ਇੱਕ ਧਿਆਨ ਦੇਣਾ ਚਾਹੀਦਾ ਹੈ, ਇਹਨਾਂ ਤੋਂ ਆਸ਼ੀਰਵਾਦ ਲੈਣਾ ਚਾਹੀਦਾ, ਜਿੱਦਾਂ ਭਾਵੇਂ ਸਾਨੂੰ ਇਹਨਾਂ ਦੇ ਕੁਛ ਵੀ ਕਰਨਾ ਪਵੇ ਕਿ ਤੁਸੀਂ ਸਾਡੇ ਵੱਡੇ ਹੀ ਨੇ ਨਾ। ਕੌਣ ਨੇ ਅਕਾਲੀ? ਕਿਸੇ ਦਾ ਚਾਚਾ ਹੈ, ਕਿਸੇ ਦਾ ਤਾਇਆ ਹੈ, ਕਿਸੇ ਦੇ ਪਿੰਡ ਦਾ ਜਥੇਦਾਰ ਹੈ, ਕਿਸੇ ਦਾ ਕੋਈ ਭੈਣ ਭਰਾ ਅਕਾਲੀ ਦਲ ਦੇ ਵਿੱਚ ਹੈ, ਤੇ ਕੁਛ ਮੂਵਮੈਂਟ ਦੇ ਵਿੱਚ ਨੇ, ਆਜ਼ਾਦੀ ਚ ਨੇ। ਅਸੀਂ ਉਹਨਾਂ ਨੂੰ ਇਹ ਕਹੀਏ ਕਿ ਸਾਡੀ ਕੋਈ ਸਪੋਰਟ ਨਾ ਕਰੋ, ਤੁਸੀਂ ਆਜ਼ਾਦੀ ਦੀ ਜੰਗ ਚ ਬਿਲਕੁਲ ਸ਼ਾਮਲ ਨਾ ਹੋਵੋ, ਤੁਸੀਂ ਆਪਣੀ ਸਿਆਸਤ ਕਰੋ, ਸਰਕਾਰ ਬਣਾਓ, ਸ਼੍ਰੋਮਣੀ ਕਮੇਟੀ, ਗੁਰਦੁਆਰੇ ਸੰਭਾਲੋ, ਖਾਓ ਤੇ ਭਾਵੇਂ ਲੁੱਟੋ, ਜੋ ਮਰਜ਼ੀ ਕਰੋ, ਪਰ ਸਾਡਾ ਵਿਰੋਧ ਨਾ ਕਰੋ। ਜੋ ਅਸੀਂ ਆਜ਼ਾਦੀ ਦੇ ਰਾਹ ਤੁਰੇ ਆ, ਇੱਕ ਵਾਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਹਿ ਦੇਵੇ ਵੀ ਆਜ਼ਾਦੀ ਦੀ ਜੰਗ ਜਾਇਜ਼ ਹੈ, ਜੋ ਇਹ ਲੜ ਰਹੇ, ਜਿਵੇਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੱਤਰਕਾਰਾਂ ਨੂੰ ਜਵਾਬ ਦਿੱਤਾ ਵੀ ਖਾਲਿਸਤਾਨ ਕਿਹੜਾ ਸਿੱਖ ਹੈ ਜਿਹੜਾ ਨਹੀਂ ਚਾਹੁੰਦਾ, ਜੇ ਦੇਣਗੇ ਤਾਂ ਲੈ ਲਾਂਗੇ। ਇਹ ਇੱਕ ਬਹੁਤ ਵੱਡੀ ਗੱਲ ਸੀ। ਉਹਦੇ ਲਈ ਇੱਕ ਜਥੇਬੰਦੀ ਨੂੰ ਸਵਾਗਤ, ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ ਕਿ ਤੁਸੀਂ ਇਹ ਕੀਤਾ। ਤੁਸੀਂ ਰੱਜ ਕੇ ਕਹੇ ਵਜ਼ੀਰੀਆਂ ਮਾਣੋ, ਮਿਨਿਸਟਰੀਆਂ ਮਾਣੋ, ਸਾਨੂੰ ਕੋਈ ਤਕਲੀਫ ਨਹੀਂ। ਸਾਡੀ ਤੁਸੀਂ ਵਿਰੋਧਤਾ ਨਾ ਕਰੋ, ਸਾਡੇ ਤੇ ਇੱਕ ਮੋਹਰ ਲਾ ਦਿਓ ਕਿ ਇਹ ਆਜ਼ਾਦੀ ਦੀ, ਜੋ ਆਜ਼ਾਦੀ ਮੰਗਣ ਵਾਲੇ ਆ, ਇਹ ਸਿੱਖਾਂ ਦੀ ਜਾਇਜ਼ ਮੰਗ ਹੈ, ਅਸੀਂ ਇਹਦੇ ਨਾਲ ਸਹਿਮਤ ਹਾਂ, ਤੇ ਪਰ ਲੜਾਈ ਦੇ ਵਿੱਚ ਬਿਲਕੁਲ ਸ਼ਾਮਲ ਨਾ ਹੋ। ਅਸੀਂ ਨਹੀਂ ਕਹਿੰਦੇ ਅਕਾਲੀ ਸਾਡੇ ਨਾਲ ਆ ਕੇ ਖੜੇ ਹੋ ਜਾਣ, ਉਹ ਆਪਣੀ ਰਾਜਨੀਤੀ ਕਰਨ, ਅਸੀਂ ਉਹਨਾਂ ਦੀ ਸਰਕਾਰ ਬਣਾਵਾਂਗੇ। ਅਕਾਲੀ ਦਲ ਦੀ ਨਿਰੋਲ ਪੰਥਕ ਸਰਕਾਰ ਉਸੇ ਦਿਨ ਬਣ ਜਾਏਗੀ ਜਿਸ ਦਿਨ ਅਕਾਲੀ ਦਲ ਤੇ ਐਸਜੀਪੀਸੀ ਆਜ਼ਾਦੀ ਦੇ ਪ੍ਰਵਾਨਿਆਂ ਦੀ ਹਮਾਇਤ ਕਰਤੇ ਆ ਜਾਣਗੇ ਵੀ ਇਹਨਾਂ ਦੀ ਮੰਗ ਜਾਇਜ਼ ਹੈ, ਤੇ ਕੌਣ ਇਹਨਾਂ ਦਾ ਵਿਰੋਧ ਕਰੇਗਾ? ਕੌਣ ਬੀਜੇਪੀ ਕਾਂਗਰਸ ਨੂੰ ਜਾਂ ਝਾੜੂ ਨੂੰ ਵੋਟ ਪਾਏਗਾ? ਹਰ ਸਿੱਖ ਅਕਾਲੀ ਨੂੰ ਵੋਟ ਪਾਏਗਾ। ਤੁਸੀਂ ਗੱਲ ਇਹ ਆ ਵੀ ਹੁਣ ਲੈ ਕੇ ਕਿੱਦਾਂ ਆਓਗੇ ਤੁਸੀਂ ਉਹਨੂੰ ਆਪਣੀ ਹਮਾਇਤ ਤੇ? ਨਾ ਗੱਲ ਤਾਂ ਇਹ ਆ ਨਾ, ਅਗਲੇ ਤੇ ਆ ਕੇ ਰਾਜੀ ਨਹੀਂ, ਉਹ ਤੇ ਜਿਹੜੇ ਤੁਹਾਡੇ ਯੋਧੇ ਹੈਗੇ ਆ ਉਹ ਤੇ ਉਹਨਾਂ ਨੂੰ ਟੈਰਰਿਸਟ ਦੱਸਦੇ ਆ। ਉਹ ਆ ਕੇ ਰਾਜੀ ਨਹੀਂ ਜੀ, ਉਹ ਆ ਕੇ ਰਾਜੀ। ਪਰ ਇੱਕ ਗੱਲ ਜ਼ਰੂਰ ਹੈਗੀ ਆ ਵਿਰਕ ਸਾਹਿਬ, ਇੱਕ ਗੱਲ ਜ਼ਰੂਰ ਹੈਗੀ ਆ, ਤੁਸੀਂ ਇਹ ਗੱਲ ਆਖੀ ਸੀ ਵੀ ਬਾਦਲ, ਜਾਂ ਤੁਸੀਂ ਆਖਿਆ ਸੀਗਾ ਵੀ ਅਕਾਲੀ ਦਲ ਨੂੰ ਨਾ ਕੋਈ ਵੀ ਮਾੜਾ ਆਖੇ, ਔਰ ਮੈਨੂੰ ਲੱਗਦਾ ਕਿ ਅਕਾਲੀ ਦਲ ਨੂੰ ਵਾਕਈ ਮਾੜਾ ਕਿਸੇ ਵੀ ਨੂੰ ਵੀ ਨਹੀਂ ਕਹਿਣਾ ਚਾਹੀਦਾ ਹੈ ਵੀ ਉਹਨਾਂ ਵਿੱਚ ਬੰਦੇ ਮਾੜੇ ਹੋ ਸਕਦੇ ਆ। ਪਰ ਦੂਏ ਬੰਨੇ ਤੁਸੀਂ ਦੇਖੋ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਜਦੋਂ ਖਾਲਸਾ ਵਹੀਰ ਲੈ ਕੇ ਲੰਘਦੇ ਆ ਤਾਂ ਰਸਤਿਆਂ ਦੇ ਵਿੱਚ ਜਿੱਥੇ ਪੜਾਅ ਹੁੰਦੇ ਹੈਗੇ ਆ, ਤੇ ਉੱਥੇ ਜਿਹੜੇ ਲੋਕ ਪਿੰਡਾਂ ਦੇ ਪਿੰਡ ਜਾ ਕੇ ਉੱਥੇ ਸ਼ਮੂਲੀਅਤ ਕਰਦੇ ਆ, ਉਹਨਾਂ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਅਕਾਲੀ ਨਹੀਂ ਹੁੰਦੇ ਹੈਗੇ, ਉਹ ਵੀ ਉਹ ਜਿਹੜੇ ਉਹਨਾਂ ਦੇ ਨਾਲ ਪਾਰਟੀ ਨਾਲ ਜੁੜੇ ਹੋਏ ਉਹ ਵੀ ਉੱਥੇ ਜਾ ਕੇ ਹਾਜ਼ਰੀ ਭਰਦੇ ਆ। ਔਰ ਇੱਕ ਗੱਲ ਜਿਹੜੀ ਆਮ ਆਪਾਂ ਸਾਰੇ ਜਣੇ ਸਮਝਦੇ ਆ ਵਿਰਕ ਸਾਹਿਬ, ਕਿ ਸੰਘਰਸ਼ ਉਹ ਕਾਮਯਾਬ ਹੋ ਜਾਂਦੇ ਆ, ਉਹ ਸੰਘਰਸ਼ ਜਿੱਤੇ ਵੀ ਜਾਂਦੇ ਹੁੰਦੇ ਆ ਜਦੋਂ ਤੁਹਾਨੂੰ ਪੰਥ ਦੀ ਤੇ ਆਮ ਲੋਕਾਂ ਦੀ ਹਮਾਇਤ ਮਿਲਦੀ ਰਹੇ। ਮੈਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਹਾਲੇ ਤੱਕ ਪੂਰੀ ਹਮਾਇਤ ਮਿਲਦੀ ਪਈ ਆ, ਨੌਜਵਾਨਾਂ 'ਚ ਪੂਰਾ ਉਤਸ਼ਾਹ ਆ ਹਰੇਕ ਸ਼ਹਿਰ ਦੇ ਵਿੱਚ, ਹਰੇਕ ਪਿੰਡ ਦੇ ਵਿੱਚ। ਦੇਖੋ, ਉਹ ਬਿਲਕੁਲ ਬੜੀ ਚੰਗੀ ਗੱਲ ਹੈ ਕਿ ਲੋਕਾਂ ਨੂੰ ਇੱਕ ਆਸ ਬੱਝੀ ਹੈ। ਮੈਂ ਉਹੀ ਗੱਲ ਕਹਿ ਰਿਹਾ ਕਿ ਸਾਨੂੰ ਇੱਕ ਏਡੀ ਵੱਡੀ ਆਸ ਬੱਝੀ ਸੀ ਕਿ ਇੱਕ ਹੁਣ ਆਜ਼ਾਦੀ ਦੀ ਲਹਿਰ ਚੱਲ ਪਈ ਦੁਬਾਰਾ, ਜਿਹੜੀ ਬਿਲਕੁਲ ਖੜੀ ਸੀ 33 ਸਾਲ ਤੋਂ ਥੱਲੇ ਨੂੰ ਗਈ ਸੀਗੀ। ਉੱਥੇ ਮੈਂ ਇਹੀ ਕਹਿ ਰਿਹਾ ਵਾਂ ਕਿ ਅਸੀਂ ਅੱਜ ਅਕਾਲੀ ਦਲ ਹੋਰੀ ਕਹਿੰਦੇ, ਤੁਸੀਂ ਕਿਹਾ ਨਾ ਵੀ ਉਹਨੂੰ ਤਿਆਰ ਨਹੀਂ, ਉਹ ਕਿਉਂ ਨਹੀਂ ਤਿਆਰ ਕਿ ਅਸੀਂ ਉਹਨਾਂ ਨੂੰ ਦੂਰ ਕੀਤਾ। ਇਸ ਗੱਲ ਦੀ ਜ਼ਿੰਮੇਵਾਰੀ ਕਬੂਲਣੀ ਪੈਗੀ। ਖਾੜਕੂ ਸੰਘਰਸ਼ ਦੇ ਟਾਈਮ ਅਸੀਂ ਅਕਾਲੀ ਮਾਰੇ, ਤੁਸੀਂ ਉਹਨੂੰ ਲਾਗੇ ਕਿੱਦਾਂ ਕਰੋਗੇ? ਨੂੰ ਭਜਾਇਆ ਸੀ ਅਕਾਲੀਆਂ ਨੇ, ਅੰਦਰ ਵੜ ਕੇ ਜਾਨ ਬਚਾਈ ਹੈ। ਨਹੀਂ, ਉਹਨਾਂ ਨੂੰ ਲਾਗੇ ਕਿੱਦਾਂ ਕਰੋਗੇ? ਥੋੜੇ ਨਹੀਂ ਮਾਰੇ, ਬਹੁਤ ਮਾਰੇ ਆ ਜੀ। ਵਿਰਕ ਸਾਹਿਬ, ਲਾਗੇ ਕਿੱਦਾਂ ਕਰੋਗੇ? ਲਾਗੇ ਕਿੱਦਾਂ ਕੀਤਾ ਜਾ ਸਕਦਾ? ਇਹਨਾਂ ਨੇ ਕਰਾਇਆ। ਵਿਰਕ ਸਾਹਿਬ, ਉਹਨਾਂ ਨੂੰ ਲਾਗੇ ਕਿੱਦਾਂ ਕੀਤਾ ਜਾ ਸਕਦਾ? ਸਵਾਲ ਤੇ ਇਹ ਨਾ ਵੀ ਉਹਨਾਂ ਨੂੰ ਲਾਗੇ ਕਿੱਦਾਂ ਕੀਤਾ ਜਾ ਸਕਦਾ? ਤੁਸੀਂ ਦੇਖੋ, ਪੰਜਾਬ ਦੇ ਲੋਕਾਂ ਨੇ, ਸਿੱਖ ਪੰਥ ਨੇ ਉਹਨਾਂ ਨੂੰ ਵੋਟਾਂ ਪਾ ਕੇ 5 ਵਾਰੀ ਮੁੱਖ ਮੰਤਰੀ ਬਣਾਤਾ, ਹਨਾ ਜੀ। ਆਪਣੇ ਤੋਂ ਸ਼ੁਰੂ ਕਰਨਾ ਪਏਗਾ, ਹੋਰ ਤਾਂ ਕੋਈ ਕਰ ਨਹੀਂ ਸਕਿਆ।
ਸਿਮਰਨਜੀਤ ਸਿੰਘ ਮਾਨ ਨੇ ਆਪਣਾ ਅਕਾਲੀ ਦਲ ਬਣਾ ਕੇ ਭਾਈ ਰਣਜੀਤ ਸਿੰਘ ਨੇ ਸਾਰੇ ਨੇ ਬਾਦਲਾਂ ਦੇ ਵਿਰੋਧ 'ਚ ਖੜੇ ਆ। ਜੀ ਇੱਕ ਬਾਦਲਾਂ ਦੇ ਵਿਰੋਧ 'ਚ ਅਕਾਲੀ ਦਲ ਦਾ ਪੱਠਾ ਬਿਠਾਤਾ ਹੈ, ਅਕਾਲੀ ਦਲ ਖਤਮ ਕਰਤਾ, ਝਾੜੂ ਦੀ ਸਰਕਾਰ ਆ ਗਈ ਹੈ। ਇਹ ਜੀ ਸਿਰਫ ਉਹਨਾਂ ਲੋਕਾਂ ਦੀ ਦੇਣ ਹੈ ਜਿਹੜੇ ਐਂਟੀ ਬਾਦਲ। ਜੀ ਐਂਟੀ ਬਾਦਲ ਰਵੋ ਤੁਸੀਂ, ਅਕਾਲੀ ਦਲ ਐਂਟੀ ਨਾ ਹੋਵੋ। ਅਕਾਲੀ ਦਲ ਦੇ ਵਿੱਚ ਰਹਿ ਕੇ ਤੁਸੀਂ ਬਾਦਲਾਂ ਨੂੰ ਕੱਢਦੇ। ਢੀਂਡਸਾ ਸਾਹਿਬ ਅੱਜ ਇਹ ਸਾਰੇ ਜਿੰਨੇ ਗਏ ਹੈ, ਇਹ ਲੋਕ ਨਾ ਜਾਂਦੇ। ਬੀਬੀ ਜਗੀਰ ਕੌਰ ਹੁਣ ਹੋਈ ਹੈ ਬਾਗੀ, ਜਾਂ ਜਗਮੀਤ ਬਰਾੜ ਹੋਏ ਨੇ, ਹੋਰ ਸਾਰੇ ਅਕਾਲੀ ਦਲ ਦੇ ਵਿੱਚ ਰਹਿ ਕੇ ਸੁਖਬੀਰ ਬਾਦਲ ਹੋਰਾਂ ਨੂੰ ਪਾਰ ਕੱਢਣਾ ਚਲੋ ਬਣਦਾ ਸੀ। ਇਹ ਹਾਂਜੀ, ਇਹ ਉਹਨਾਂ ਆਗੂਆਂ ਦੀ ਗੱਲ ਹੋ ਗਈ ਜਿਹੜੇ ਉਹ ਪਾਰਟੀ ਛੱਡ ਕੇ ਆ ਗਏ। ਆਪਾਂ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਬਾਬਤ ਗੱਲ ਕਰ ਰਹੇ ਹਾਂ। ਵਿਰਕ ਸਾਹਿਬ, ਆਖਰੀ ਸਵਾਲ ਹੈਗਾ, ਆਖਰੀ ਸਵਾਲ, ਸਮਾਂ ਆਗਿਆ ਨਹੀਂ ਦੇ ਰਿਹਾ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਜਿੱਦਾਂ ਖਾਲਸਾ ਪੰਥ ਦੀ ਹਮਾਇਤ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਮਿਲ ਰਹੀ ਆ, ਦੁਨੀਆ ਭਰ ਵਿੱਚ ਵਸਦੇ ਸਿੱਖ, ਬੀਬੀਆਂ, ਬੱਚੇ, ਮੈਂ ਵੇਖਦਾ ਪੂਰਾ ਉਤਸ਼ਾਹ ਹੈਗਾ। ਮਾਵਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੀਆਂ ਹੈ ਕਿ ਬੱਚੇ ਸਾਡਾ ਨੌਜਵਾਨ ਅਮਰਤਪਾਲ ਸਿੰਘ ਜੀ, ਆ ਦੇਖੋ ਸਾਡਾ ਨੌਜਵਾਨ ਨਸ਼ੇ ਕਰਦਾ ਹੈਗਾ, ਇਹਨੂੰ ਇੱਕ ਵਾਰ ਮਾੜਾ ਜਿਹਾ ਹੱਥ ਲਾ ਦੇ, ਹਨਾ, ਇਹਨੂੰ ਇੱਕ ਵਾਰੀ ਕਲਾਵੇ 'ਚ ਲੈ ਕੇ ਇਹਨੂੰ ਕਹਿ ਦੇ। ਔਰ ਮੈਂ ਵੇਖਦਾ ਬਹੁਤ ਸਾਰੇ ਨੌਜਵਾਨ ਕਹਿ ਰਹੇ ਆ, ਕਹਿੰਦੇ ਬਾਬਾ ਜੀ ਅਸੀਂ ਕਹਿੰਦੇ ਭਈ ਨਸ਼ੇ ਅੱਜ ਤੋਂ ਛੱਡੇ, ਕਿਉਂਕਿ ਜਿਹੜੇ ਨਸ਼ਿਆਂ ਦੇ ਆਦੀ ਹੁੰਦੇ ਆ, ਪਤਾ ਤਾਂ ਉਹਨਾਂ ਨੂੰ ਹੁੰਦਾ ਹੀ ਆ ਨਾ ਵੀ ਅਸੀਂ ਕੁਰਾਹੇ ਪੈ ਗਏ ਆ, ਪਰ ਜਦੋਂ ਉਹਨਾਂ ਨੂੰ ਕੋਈ ਪਿਆਰ ਦੇ ਨਾਲ ਸਮਝਾਉਂਦਾ ਆ ਜਦੋਂ, ਤੇ ਫਿਰ ਉਹਨਾਂ ਦੇ ਉੱਪਰ ਉਸ ਗੱਲ ਦਾ ਅਸਰ ਵੀ ਜ਼ਰੂਰ ਹੁੰਦਾ ਹੈਗਾ। ਸੋ ਇਦਾਂ ਦਾ ਇੱਕ ਮਾਹੌਲ ਸਿਰਜ ਹੋਇਆ ਹੈਗਾ। ਵਿਰਕ ਸਾਹਿਬ, ਤੁਸੀਂ ਆਪਣੇ ਪੁਰਾਣੇ ਤਜਰਬਿਆਂ ਦੇ ਹਿਸਾਬ ਦੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਸਾਥ ਵੀ ਤੁਸੀਂ ਮਾਣਿਆ ਹੈਗਾ, ਔਰ ਉਸ ਸੰਘਰਸ਼ ਨੂੰ ਤੁਸੀਂ ਲਾਗਿਓਂ ਦੇਖਿਆ ਹੀ ਨਹੀਂ ਹੈਗਾ, ਤੁਸੀਂ ਉਹ ਰਾਹਾਂ ਦੇ ਉੱਤੇ ਨਾਲ ਬਰਾਬਰ ਤੁਰੇ ਵੀ ਹੈਗੇ ਹੋ। ਤੁਸੀਂ ਪੁਰਾਣੇ ਆਪਣੇ ਤਜਰਬੇ ਦੇ ਹਿਸਾਬ ਨਾਲ ਅਮਰਤਪਾਲ ਸਿੰਘ ਹੋਰਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਉਹ ਕਿਵੇਂ ਉਸ ਆਜ਼ਾਦੀ ਦੀ ਲਹਿਰ ਵੱਲ ਨੂੰ ਵਧਦੇ ਰਹਿਣ, ਰਸਤੇ ਵਿੱਚ ਜਿਹੜੀਆਂ ਚੁਣੌਤੀਆਂ ਜਾਂ ਰਸਤੇ ਵਿੱਚ ਜਿਹੜੀਆਂ ਰੁਕਾਵਟਾਂ ਜਾਂ ਜਿਹੜਾ ਹੋਰ ਆਲੇ ਦੁਆਲੇ ਕਿਸੇ ਨੇ ਕੋਈ ਰੋੜੇ ਅਟਕਾਉਣੇ ਹੈਗੇ ਆ, ਵੀ ਉਹਨਾਂ ਤੋਂ ਬਚਦੇ ਬਚਾਉਂਦਿਆਂ ਹੋਇਆਂ ਉਹ ਕਿੱਦਾਂ ਅੱਗੇ ਨੂੰ ਵਧਣ ਤਾਂ ਜੋ ਉਹ ਆਪਣੇ ਨਿਸ਼ਾਨੇ ਵੱਲ ਨੂੰ ਵੱਧ ਸਕਣ। ਸ਼ਾਇਦ ਤੁਹਾਡੀ ਗੱਲ ਅਮਰਤਪਾਲ ਸਿੰਘ ਹੋਰੀ ਜ਼ਰੂਰ ਸੁਣਨਗੇ। ਮੇਰੀ ਇੱਕੋ ਹੀ ਸਲਾਹ ਹੈ ਭਾਈ ਅਮਰਤਪਾਲ ਸਿੰਘ ਨੂੰ ਕਿ ਪਾਸਟ ਨੂੰ ਜ਼ਰੂਰ ਪੜ੍ਹਨ। ਸਿੱਖ ਸੰਘਰਸ਼ ਫੇਲ ਕਿੱਦਾਂ ਹੋਇਆ ਜ਼ਰੂਰ ਪੜ੍ਹਨ। ਜੀ ਸਿੱਖ ਇਤਿਹਾਸ ਦੀਆਂ ਜੰਗਾਂ, ਸ਼ੇਰੇ ਪੰਜਾਬ ਦਾ ਇਤਿਹਾਸ ਜ਼ਰੂਰ ਪੜ੍ਹਨ ਵੀ ਸ਼ੇਰੇ ਪੰਜਾਬ ਸਕਸੈਸ ਕਿਵੇਂ ਹੋਇਆ, ਨਵਾਬ ਕਪੂਰ ਸਿੰਘ ਕਾਮਯਾਬ ਕਿਵੇਂ ਹੋਇਆ। ਇਹ ਚੀਜ਼ਾਂ ਸਾਰਾ ਪੜ੍ਹਨਾ ਪੈਣਾ ਸਾਨੂੰ, ਹੋਰਾਂ ਦਾ ਇਤਿਹਾਸ ਪੜ੍ਹਨ ਦੀ ਲੋੜ ਨਹੀਂ, ਸਾਰਾ ਬੜਾ ਗੌਰਵਮਈ ਇਤਿਹਾਸ ਹੈ। ਪਰ ਉਹਨਾਂ ਨੇ ਮੈਨੂੰ ਲੱਗਦਾ ਕਿ ਕੋਈ ਰਾਏ ਦੇਣੀ ਚਾਹੁੰਦਾ ਭਾਈ ਅਮਰਤਪਾਲ ਸਿੰਘ ਨੂੰ ਜੀ ਕਿ ਧਾਰਮਿਕ ਜਿਹੜੀਆਂ ਉਲਝਣਾਂ ਨੇ ਇਹ ਮਸਲਿਆਂ ਦੇ ਵਿੱਚ ਬਿਲਕੁਲ ਨਾ ਉਲਝੇ। ਜੀ ਜਿਹੜੀ ਗੱਲ ਅਮਰਤਪਾਲ ਸਿੰਘ ਨੂੰ ਚੰਗੀ ਨਹੀਂ ਲੱਗਦੀ ਉਹ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਵੇ ਕਿ ਆਹ ਜਿਹੜਾ ਹੋ ਰਿਹਾ ਇਹ ਤੁਸੀਂ ਦਰੁਸਤ ਕਰੋ, ਜੀ ਔਰ ਉਹ ਕਰਨਗੇ। ਇਹ ਬਲਕਿ ਉਹਨਾਂ ਤੇ ਪ੍ਰੈਸ਼ਰ ਬਣੇਗਾ ਜਦੋਂ ਭਾਈ ਅਮਰਤਪਾਲ ਸਿੰਘ ਜਾਂ ਕੋਈ ਜਥੇਬੰਦੀ ਕਹਿੰਦੀ ਹੈ ਤਾਂ ਉਹਨਾਂ ਤੇ ਦਬਾਅ ਬਣੇਗਾ ਕਿ ਤੁਹਾਡੀ ਜ਼ਿੰਮੇਵਾਰੀ ਹੈ, 12-1300 ਕਰੋੜ ਦਾ ਬਜਟ ਤੁਸੀਂ ਖਾ ਰਹੇ ਹੋ ਤੇ ਆਹ ਜ਼ਿੰਮੇਵਾਰੀਆਂ ਤੁਹਾਡੀਆਂ ਨੇ। ਗੁਰਦੁਆਰਿਆਂ ਦੇ ਵਿੱਚ ਰਹਿਤ ਮਰਿਆਦਾ ਜੋ ਵੀ ਲਾਗੂ ਕਰਾਉਣੀ ਹੈ ਉਹ ਆਪਣੇ ਹਿਸਾਬ ਨਾਲ ਕਰਾ ਦੇਣ। ਅਮਰਤਪਾਲ ਸਿੰਘ ਜਾਂ ਕੋਈ ਵੀ ਹੋਰ ਜਥੇਬੰਦੀ ਜਿਹੜੀ ਹੈ ਦਖਲਅੰਦਾਜ਼ੀ ਬੰਦ ਕਰ ਦੇਵੇ, ਸਤਿਕਾਰ ਕਮੇਟੀਆਂ ਵੀ ਬੰਦ ਕਰ ਦੇ। ਦੂਸਰੀ ਇੱਕ ਅਪੀਲ ਕਰੇ ਅਮਰਤਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੀਆਂ ਸਿੱਖ ਜਥੇਬੰਦੀਆਂ, ਸੁਸਾਇਟੀਆਂ ਹੋਰ, ਕਿ ਮੈਂ ਅੱਜ ਆਜ਼ਾਦੀ ਦੀ ਰਾਹ ਤੇ ਤੁਰਿਆ ਤੇ ਮੇਰੀ ਮਦਦ ਸਪੋਰਟ ਕਰੋ। ਜਿਹੜੇ ਆਜ਼ਾਦੀ ਦੀ ਜੰਗ 'ਚ ਨਹੀਂ ਕੁੱਦ ਸਕਦੇ ਉਹ ਮੇਰਾ ਵਿਰੋਧ ਨਾ ਕਰੋ। ਉਹ ਕਹਿਣ ਕਿ ਮੈਂ ਆਜ਼ਾਦੀ ਦੇ ਰਾਹ ਤੁਰਿਆ ਤੇ ਮੈਂ ਸਹੀ ਰਾਹ ਤੇ ਤੁਰਿਆ। ਬਸ ਜੇ ਇਹ ਗੱਲ ਕਹਿ ਦਿੰਦੇ ਆ ਤਾਂ ਇੰਟਰਨੈਟ ਲੈਵਲ ਤੇ ਗੱਲ ਜਾਂਦੀ ਹੈ ਕਿ ਸਾਰੇ ਸਿੱਖ ਅੱਜ ਆਜ਼ਾਦੀ ਦੀ ਹਮਾਇਤ ਕਰ ਰਹੇ ਆ। ਇਹੀ ਮੈਂ ਚਾਹੁੰਦਾ। ਅੱਜ ਆਪਣਾ ਗੁਰਪਤਵੰਤ ਸਿੰਘ ਪੰਨੂ ਕਿਉਂ ਫੇਲ ਹੋਇਆ ਕਿ ਉਹ ਕੌਮ ਨਹੀਂ, ਉਹਦਾ ਰਸਤਾ ਬੜਾ ਵਧੀਆ ਸੀਗਾ ਕਿ ਰੈਫਰੈਂਡਮ ਲੋਕ ਰਾਏ ਕਿ ਸਿੱਖ ਆਜ਼ਾਦੀ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ, ਪਰ ਉਹ ਪ੍ਰਪੇਅਰ ਤਿਆਰ ਨਹੀਂ ਕਰ ਸਕੇ, ਗਰਾਊਂਡ ਨਹੀਂ ਤਿਆਰ ਕੀਤਾ ਕਿ ਲੋਕ ਕਹਿਣ ਕਿ ਅਸੀਂ ਆਜ਼ਾਦੀ ਚਾਹੁੰਦੇ ਹਾਂ। ਜੇ ਕਿਤੇ ਬੱਚਾ ਕਹਿ ਦੇ ਕਿ ਅਸੀਂ ਆਜ਼ਾਦੀ ਚਾਹੁੰਦੇ ਹਾਂ ਤਾਂ ਫਿਰ ਤਾਂ ਗੱਲ ਬਣਦੀ ਹੈ ਨਾ। ਭਾਈ ਅਮਰਤਪਾਲ ਸਿੰਘ ਇਹੀ ਅਪੀਲ ਕਰਨ ਕਿ ਸਾਨੂੰ ਆਸ਼ੀਰਵਾਦ ਦਿਓ, ਤੁਸੀਂ ਸਾਡੇ ਬਜ਼ੁਰਗ ਹੋ, ਤੁਸੀਂ ਜਥੇਦਾਰ ਹੋ, ਤੁਸੀਂ ਸਿਆਸਤ ਕਰੋ, ਅਸੀਂ ਤੁਹਾਡੀ ਸਰਕਾਰ ਬਣਾਵਾਂਗੇ। ਅਸੀਂ ਐਸਜੀਪੀਸੀ 'ਚ ਤੁਸੀਂ ਰਹਿਣਾ, ਅਸੀਂ ਤਾਂ ਗੁਰੂ ਘਰ ਦਾ ਪ੍ਰਸ਼ਾਦ ਵੀ ਕਿਣਕਾ ਲੈ ਕੇ ਉਹ ਵੀ ਦੇਖਦੇ ਆ ਵੀ ਥੋੜੇ ਤੋਂ ਥੋੜਾ ਲਈਏ, ਵੀ ਤੁਸੀਂ ਉਹ ਕਰੋ, ਅਸੀਂ ਤੁਹਾਡੀ ਸਪੋਰਟ ਕਰਾਂਗੇ, ਤੁਹਾਡੀ ਸਰਕਾਰ ਬਣਾਉਣ 'ਚ ਹਰ ਮਦਦ ਕਰਾਂਗੇ। ਪੰਜਾਬ ਦੇ ਵਿੱਚ ਪੰਥਕ ਸਰਕਾਰ ਬਣੇਗੀ। ਪੰਜਾਬ ਬਣਾਇਆ ਹੀ ਇਸੇ ਵਾਸਤੇ ਸੀ ਅਕਾਲੀਆਂ ਨੇ, ਪੰਥਕ ਸਰਕਾਰ ਬਣੇ, ਅਸੀਂ ਤੁਹਾਡੀ ਮਦਦ ਕਰਾਂਗੇ। ਤੁਸੀਂ ਸਾਡਾ ਵਿਰੋਧ ਨਾ ਕਰੋ, ਤੁਸੀਂ ਕਹੋ ਕਿ ਆਜ਼ਾਦੀ ਦਾ ਮਾਰਗ ਜਿੱਧਰ ਇਹ ਤੁਰੇ ਨੇ ਇਹ ਸਹੀ ਹੈ। ਦਿੱਲੀ ਨੇ ਜਿੰਨਾ ਜ਼ੁਲਮ ਕੀਤਾ 75 ਸਾਲਾਂ 'ਚ ਸਾਡੇ ਤੇ, ਦਿੱਲੀ ਦੇ ਨਾਲ ਰਹਿਣ ਨੂੰ ਸਿੱਖਾਂ ਦਾ ਮਨ ਨਹੀਂ ਕਰਦਾ। ਬਸ ਇੰਨਾ ਕੁ ਇੱਕ ਅਪੀਲ ਪਹਿਲਾਂ ਅਮਰਤਪਾਲ ਵੱਲੋਂ ਹੋਵੇ, ਫਿਰ ਕੋਈ ਜਥੇਦਾਰ ਨਹੀਂ ਕਹੇਗਾ ਕਿ ਅਸੀਂ ਅਮਰਤਪਾਲ ਦਾ ਵਿਰੋਧ ਕਰਾਂਗੇ। ਜ਼ਰੂਰ ਜੋ ਸਿਮਰਨਜੀਤ ਸਿੰਘ ਮਾਨ ਜਾਂ ਸਾਡੀਆਂ ਖਾੜਕੂ ਜਥੇਬੰਦੀਆਂ ਨਹੀਂ ਕਰ ਸਕੀਆਂ ਉਹ ਅਮਰਤਪਾਲ ਸਿੰਘ ਕਰਕੇ ਵਿਖਾ ਦੇਵੇ। ਔਰ ਬਿਲਕੁਲ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇਗਾ। ਆਜ਼ਾਦੀ ਦੀ ਜੰਗ ਜਿੱਤਣੀ ਕੋਈ ਔਖੀ ਨਹੀਂ ਹੈ। ਦਿੱਲੀ ਤਾਂ ਕੁਝ ਵੀ ਨਹੀਂ ਖਾਲਸੇ ਅੱਗੇ। ਜਦ ਤੱਕ ਸਾਡੀ ਫੁੱਟ ਹੈ ਅਸੀਂ ਇੱਕ ਨਹੀਂ ਹੁੰਦੇ।
ਅਸੀਂ ਕਾਮਯਾਬ ਹੋ ਹੀ ਨਹੀਂ ਸਕਦੇ। ਵਾਕਈ। ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਸ਼ਮੂਲੀਅਤ ਤੋਂ ਬਿਨਾਂ ਕੋਈ ਜੰਗ ਜਿੱਤੀ ਨਹੀਂ ਜਾ ਸਕਦੀ। ਇਹ ਪੱਥਰ ਤੇ ਲੀਕ ਹੈ, ਜੀ ਜੋ ਮਰਜ਼ੀ ਕਰ ਲੋ। ਜ਼ਰੂਰ ਹੈ ਕਿ ਉੱਠੇਗੀ ਇੱਕ ਵਾਰੀ ਲਹਿਰ ਤੇ ਦਵੇ ਫਿਰ ਮਾਰੇ ਜਾਵਾਂਗੇ ਜਿਵੇਂ ਪਹਿਲਾਂ ਅਸੀਂ ਮਾਰੇ ਗਏ ਆ। ਇਹ ਉਹੀ ਕੁਝ ਹੋਏਗਾ। ਕੁਝ ਚਿਰਾਂ ਦੇ ਵਿੱਚ ਸਰਕਾਰ ਜਿਹੜੀ ਹੈ ਬੜੀ ਸ਼ਾਤਰ, ਸਾਡੀ ਲੜਾਈ ਚਾਣਕੀਆਂ ਨਾਲੇ ਮੁਗਲਾਂ ਨਾਲ ਨਹੀਂ, ਮੁਗਲ ਸਿਰ ਦੇ ਦਾ ਸਾਹਮਣੇ ਹੋ ਕੇ ਲੜਦੇ ਸੀ, ਸਿਰਾਂ ਦੇ ਮੁੱਲ ਪਾਉਂਦੇ ਸੀ। ਇਹ ਤੋੜਦੇ ਆ, ਮਾਰਦੇ ਨਹੀਂ। ਇਹ ਗੋਲੀ ਨਹੀਂ ਮਾਰਦੇ, ਇਹ ਫਾਂਸੀ ਨਹੀਂ ਲਾਉਂਦੇ, ਇਹ ਤੋੜਦੇ ਆ ਬੰਦੇ ਨੂੰ ਕਿ ਬੰਦਾ ਆਪਣੀ ਗੱਲ ਛੱਡ ਕੇ ਉਹਨਾਂ ਦੀ ਲక్ష్మణ ਰੇਖਾ ਚ ਬੰਦੇ ਨੂੰ ਅਕਾਉਂਦੇ ਆ, ਬੰਦੇ ਨੂੰ ਥਕਾਉਂਦੇ ਆ। ਜੀ ਵਿਰਕ ਸਾਹਿਬ, ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਲੜਾਈ ਹੈਗੀ ਆ, ਜਿਹੜੀ ਭਾਈ ਅਮਰਤਪਾਲ ਸਿੰਘ ਖਾਲਸਾ ਹੋਰੀ ਵਿੱਢੀ ਸੀਗੀ ਔਰ ਪਹਿਲਾਂ ਆਉਂਦੇ ਉਹਨਾਂ ਨੇ ਆਖਿਆ ਸੀਗਾ ਕਿ ਆਜ਼ਾਦੀ, ਸ਼ਾਇਦ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਉਹ ਉਧਰਲੇ ਬੰਨੇ ਨੂੰ ਹੀ ਆਪਣਾ ਨਿਸ਼ਾਨਾ ਜਿਹੜਾ ਹੈਗਾ ਕੇਂਦਰਿਤ ਰੱਖਣ ਔਰ ਸਿੱਖ ਜਵਾਨੀ ਔਰ ਦੁਨੀਆ ਭਰ ਵਿੱਚ ਵਸਦੇ ਸਿੱਖ ਸਾਥ ਦੇ ਰਹੇ ਨੇ। ਭੀੜਾਂ ਪੂਰੀਆਂ ਆਲੇ ਦੁਆਲੇ ਇਕੱਠੀਆਂ ਹੁੰਦੀਆਂ ਨੇ। ਆਪਾਂ ਵੇਖਿਆ ਕੱਲ੍ਹ ਵੀ ਫਗਵਾੜੇ ਵਿੱਚ ਵੱਡਾ ਇਕੱਠ ਸੀਗਾ ਔਰ ਸ਼ਸਤਰ ਮਾਰਚ ਕੱਢਿਆ ਗਿਆ। ਜਲੰਧਰ ਸ਼ਹਿਰ ਦੇ ਵਿੱਚ ਵੀ ਦੇਖਿਆ ਵੱਡੀ ਗਿਣਤੀ ਦੇ ਵਿੱਚ। ਮੈਨੂੰ ਲੱਗਦਾ ਕਿ ਜਦੋਂ ਉੱਥੇ ਦੇਖਦੇ ਹਾਂ, ਵੀਡੀਓਜ਼ ਦੇਖਦੇ ਹਾਂ ਜਿਨ੍ਹਾਂ ਨੇ ਉੱਥੇ ਆਪ ਜਾ ਕੇ ਵੀ ਦੇਖਿਆ ਹੈਗਾ, ਤੇ ਉਹ ਇੱਕ ਵੱਖਰੀ ਤਰ੍ਹਾਂ ਦਾ ਜਲਾਅ ਵੇਖਣ ਨੂੰ ਆਉਂਦਾ। ਕਿੰਨਾ ਨੌਜਵਾਨਾਂ ਦੇ ਅੰਦਰ, ਕਿੰਨਾ ਸਿੱਖ ਸੰਗਤਾਂ ਦੇ ਅੰਦਰ ਉਤਸ਼ਾਹ ਹੈਗਾ। ਬੀਬੀਆਂ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨ ਵਾਸਤੇ ਉੱਥੇ ਜਾਂਦੀਆਂ ਨੇ। ਹਾਲਾਂਕਿ ਬੀਬੀਆਂ ਨੂੰ ਵੀ ਇਸ ਗੱਲ ਦਾ ਪਤਾ ਹੀ ਹੈ ਨਾ, ਪਰਿਵਾਰਾਂ ਨੂੰ, ਕਿ ਭਾਈ ਅਮਰਤਪਾਲ ਸਿੰਘ ਆਜ਼ਾਦੀ ਦੀ ਗੱਲ ਕਰਦਾ। ਸੋ ਮੈਨੂੰ ਲੱਗਦਾ ਕਿ ਪੂਰਾ ਭਰਵਾਂ ਹੁੰਗਾਰਾ ਮਿਲ ਰਿਹਾ। ਸ਼ਾਇਦ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਕਿ ਆ ਜਾ ਕੇ ਕੋਸ਼ਿਸ਼ ਕੀਤੀ ਜਾਵੇ ਕਿ ਆਪਸੀ ਫੁੱਟ ਤੋਂ ਬਚਿਆ ਜਾਵੇ ਔਰ ਜਿਹੜੀ ਉਹ ਲੜਾਈ ਆ, ਲੜਾਈ ਦਾ ਜਜ਼ਬਾ ਹੈਗਾ, ਕਿਤੇ ਆਪਣਿਆਂ ਦੁਆਲੇ ਹੀ ਦਿਖਾਉਣ ਦੇ ਚੱਕਰਾਂ ਵਿੱਚ ਆਪਾਂ ਨਾ ਉਲਝ ਕੇ ਰਹਿ ਜਾਈਏ। ਸ਼ਾਇਦ ਤੁਸੀਂ ਇਹੀ ਗੱਲ ਕਹਿਣੀ ਚਾਹੁੰਦੇ ਹੋ। ਵਿਰਕ ਸਾਹਿਬ, ਮੈਂ ਇਹੀ ਕਹਿਣਾ ਚਾਹੁੰਦਾ ਕਿ ਧਾਰਮਿਕ ਮਸਲਿਆਂ 'ਚ ਉਲਝਣ ਦੀ ਲੋੜ ਨਹੀਂ ਜੀ। ਕਿਸੇ ਨਾਲ, ਈਸਾਈ ਹੈ ਚਾਹੇ ਕੋਈ ਹੋਰ ਹੈ ਧਰਮ ਹੈ, ਕਿਸੇ ਨਾਲ ਉਲਝਣ ਦੀ ਲੋੜ ਨਹੀਂ ਜੀ। ਕੇਵਲ ਤੇ ਕੇਵਲ ਆਜ਼ਾਦੀ, ਉਹ ਮੱਛੀ ਦੀ ਅੱਖ ਤੇ ਨਜ਼ਰ ਚਾਹੀਦੀ ਹੈ ਜੇ ਤੁਸੀਂ ਜੰਗ ਜਿੱਤਣੀ। ਜੀ ਜ਼ਰੂਰ। ਵਿਰਕ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਬਾਤਾਂ ਹੈਗੀਆਂ ਨੇ ਭਾਈ ਅਮਰਤਪਾਲ ਸਿੰਘ ਹੋਰਾਂ ਤੱਕ ਵੀ ਜ਼ਰੂਰ ਪਹੁੰਚਣਗੀਆਂ। ਜਦੋਂ ਆਪਾਂ ਉਹਨਾਂ ਦੀਆਂ ਸਪੀਚੇ ਸੁਣਦੇ ਹਾਂ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ, ਤੇ ਲੱਗਦਾ ਕਿ ਉਹਨਾਂ ਨੇ ਇਤਿਹਾਸ ਵੀ ਵਾਕਈ ਬਹੁਤ ਜ਼ਿਆਦਾ ਸਟੱਡੀ ਕੀਤਾ ਹੋਇਆ ਔਰ ਉਹਨਾਂ ਦੀ ਪਕੜ ਹੈਗੀ ਆ ਔਰ ਅੰਤਰਰਾਸ਼ਟਰੀ ਜੋ ਲਾ ਹੈਗੇ ਆ ਉਹਨਾਂ ਦੇ ਬਾਬਤ ਵੀ ਉਹ ਭਲੀ ਭਾਂਤ ਜਾਣੂ ਹੁੰਦੇ ਆ, ਕਿਉਂਕਿ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਇਸ ਸਾਰੇ ਕਾਸੇ ਦੀ ਝਲਕ ਮਿਲਦੀ ਆ। ਉਮੀਦ ਕਰਦੇ ਆ ਕਿ ਉਹ ਜ਼ਰੂਰ ਆਪਣੇ ਉਸ ਮਕਸਦ ਦੇ ਵਿੱਚ ਕਾਮਯਾਬ ਹੋਣ ਜਿਹੜਾ ਮਕਸਦ ਉਹ ਲੈ ਕੇ ਤੁਰੇ ਸੀਗੇ। ਔਰ ਖਾਲਸਾ ਪੰਥ, ਜਿਹੜੀ ਖਾਲਸਾ ਪੰਥ ਦੀ ਇੱਛਾ ਹੈਗੀ ਆ ਕਿ ਇਸ ਧਰਤੀ ਦੇ ਉੱਪਰ ਇੱਕ ਵਾਰ ਉਹੀ ਰਾਜ ਸਾਨੂੰ ਚਾਹੀਦਾ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਹੋਇਆ ਕਰਦਾ ਸੀਗਾ। ਔਰ ਉਹ ਇੱਛਾ ਜਿਹੜੀ ਖਾਲਸਾ ਹਰ ਰੋਜ਼ ਘੱਟੋ ਘੱਟ 2 ਟਾਈਮ ਤਾਂ ਅਰਦਾਸ ਦੇ ਵਿੱਚ ਕਰਦਾ ਹੀ ਆ ਨਾ, ਵੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਵੀ ਉੱਦਾਂ ਦੇ ਰਾਜ ਭਾਗ ਜ਼ਰੂਰ ਸਥਾਪਿਤ ਹੋ ਜਾਣਗੇ। ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ, ਬੇਗਮਪੁਰਾ ਸ਼ਹਿਰ ਕੋ ਨਾਉ, ਵੀ ਬੇਗਮਪੁਰਾ ਕਹਿ ਲਓ, ਉਹਨੂੰ ਖਾਲਸਾ ਰਾਜ ਕਹਿ ਲਓ, ਉਹਨੂੰ ਖਾਲਿਸਤਾਨ ਕਹਿ ਲਓ, ਉਹਨੂੰ ਹਲੇਮੀ ਰਾਜ ਕਹਿ ਲਓ, ਸੋ ਉਹਨੂੰ ਆਜ਼ਾਦ ਪੰਜਾਬ ਕਹਿ ਲਓ, ਜੋ ਮਰਜ਼ੀ ਕਹਿ ਲਓ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਪਰ ਉਹ ਸਾਰਾ ਕੁਝ ਜ਼ਰੂਰ ਹੋਊਗਾ ਔਰ ਪੰਜਾਬ ਦੀ ਆਬੋ ਹਵਾ, ਪੰਜਾਬ ਦੇ ਕੀਟ ਪਤੰਗਿਆਂ ਤੋਂ ਲੈ ਕੇ ਪੰਜਾਬ ਦੀ ਧਰਤੀ ਦੇ ਉੱਪਰ ਵਸਣ ਵਾਲੇ ਸਿੱਖ ਹੀ ਨਹੀਂ, ਗੈਰ ਸਿੱਖ ਭਾਵੇਂ ਕੋਈ ਵੀ ਹੋਵੇ, ਸਾਰੇ ਹੀ ਸੁਖੀ ਵਸਣਗੇ। ਇਦਾਂ ਦੀ ਆਪਾਂ ਉਮੀਦ ਕਰਦੇ ਹਾਂ। ਵਿਰਕ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਰੁਝੇਵੇਂ 'ਚੋਂ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਕਮੈਂਟ ਬਾਕਸ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਜਿਹੜੀ ਗੱਲਬਾਤ ਹੋਈ ਹੈ ਤੁਹਾਡੀ ਇਸ ਸਾਰੀ ਗੱਲਬਾਤ ਦੇ ਪ੍ਰਤੀ ਕੀ ਰਾਏ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।